ਨਾਜ਼ਰੀਨ ਦੋਸਤੋ ਵੀ ਟਾਕ ਤੇ ਇਸ ਸੈਸ਼ਨ ਦੇ ਵਿੱਚ ਜਾਂ ਜਿਹਨੂੰ ਅਸੀਂ ਅਕਸਰ ਗੱਲ ਤੇ ਹੱਲ ਦਾ ਸੈਸ਼ਨ ਕਹਿੰਦੇ ਆ, ਇਹਦੇ ਵਿੱਚ ਅੱਜ ਗੱਲ ਕਰ ਰਹੇ ਹਾਂ ਲੀਡਰਸ਼ਿਪ ਕੁਆਲਿਟੀਜ਼ ਦੇ ਉੱਤੇ। ਅਸੀਂ ਅਕਸਰ ਲੀਡਰਾਂ ਦੀਆਂ ਗੱਲਾਂ ਤਾਂ ਕਰਦੇ ਹਾਂ, ਲੀਡਰਸ਼ਿਪ ਦੇ ਉੱਤੇ ਬਹੁਤ ਘੱਟ ਸਾਨੂੰ ਮੌਕਾ ਮਿਲਿਆ ਕਿ ਅਸੀਂ ਇਸ ਗੱਲ ਨੂੰ ਵਿਚਾਰੀਏ, ਇਸ ਗੱਲ ਦੇ ਉੱਤੇ ਵਿਸਥਾਰ ਨਾਲ ਚਰਚਾ ਕਰੀਏ ਕਿ ਲੀਡਰਸ਼ਿਪ ਕੁਆਲਿਟੀਜ਼ ਕੀ ਹੁੰਦੀਆਂ ਨੇ। So we are talking to find solution about qualities of good leaders। ਚੰਗੇ ਲੀਡਰ ਕੌਣ ਹੋ ਸਕਦੇ ਨੇ? ਕਿਸੇ ਵੀ ਮਹਿਕਮੇ 'ਚ ਹੋ ਸਕਦੇ ਨੇ, ਕਿਸੇ ਵੀ ਖੇਤਰ 'ਚ ਹੋ ਸਕਦੇ ਨੇ, ਘਰਾਂ 'ਚ ਹੋ ਸਕਦੇ ਨੇ, ਪਰਿਵਾਰ 'ਚ ਵੀ ਕੋਈ ਲੀਡਰ ਹੁੰਦਾ ਹੈ, ਰਿਸ਼ਤੇਦਾਰਾਂ 'ਚ ਲੀਡਰ ਹੁੰਦਾ ਹੈ, ਦੋਸਤਾਂ 'ਚ ਲੀਡਰ ਹੁੰਦਾ ਹੈ। ਸੋ ਲੀਡਰਸ਼ਿਪ ਨਾਲ ਸੰਬੰਧਿਤ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਨਾਲ ਹੀ ਅੱਜ ਦੀ ਇਸ ਮਹਿਫਿਲ ਦੇ ਵਿੱਚ ਸੰਜੇ ਭੰਡਾਰੀ ਜੀ, ਜੋ ਕਿ ਮੈਂ ਮਹਿਸੂਸ ਕਰਦਾ ਕਿ ਉਹ ਖੁਦ ਲੀਡਰ ਨੇ ਔਰ ਉਹਨਾਂ ਨੇ ਇੱਕ ਲੀਡਰਸ਼ਿਪ ਕਮਿਊਨਿਟੀ ਲੀਡਰਸ਼ਿਪ ਕੋਰਸ ਵੀ ਲਾਇਆ ਸੀ। ਡਾਕਟਰ ਹਰਪ੍ਰੀਤ ਸ਼ੇਰਗਿੱਲ, ਮੈਂ ਇਹਨਾਂ ਨੂੰ ਕਈ ਸਾਲਾਂ ਤੋਂ ਦੇਖਦਾ, ਮੈਂ ਮਹਿਸੂਸ ਕਰਦਾ ਕਿ ਇਹਨਾਂ ਵਿੱਚ ਵੀ ਲੀਡਰਸ਼ਿਪ ਕੁਆਲਿਟੀਜ਼ ਨੇ। ਆਸਟ੍ਰੇਲੀਆ ਦੇ ਵਿੱਚ ਚਾਹੇ ਇਹ ਪੰਜਾਬੀ ਵਿਰਸੇ ਨਾਲ ਬਹੁਤ ਚੰਗੀ ਤਰ੍ਹਾਂ ਜੁੜੇ ਨੇ, ਪਰ ਇਹ ਸਪੋਰਟਸ ਦੇ ਖੇਤਰ ਵਿੱਚ ਇਹਨਾਂ ਦਾ ਆਪਣਾ ਲੀਡਰਸ਼ਿਪ ਕੁਆਲਿਟੀ ਹੈ। ਅਧਿਆਪਕ ਨੇ ਔਰ ਬਹੁਤ ਅਹਿਮ ਔਰ ਜ਼ਰੂਰੀ ਜਿਹੜਾ ਕੰਮ ਕਰਦਾ ਪ੍ਰਾਇਮਰੀ ਬੱਚਿਆਂ ਨੂੰ ਪੜ੍ਹਾਉਣਾ, ਜਿੱਥੇ ਕਿ ਸਾਡੇ ਬੱਚਿਆਂ ਦੀ ਫਾਊਂਡੇਸ਼ਨ ਤਿਆਰ ਹੁੰਦੀ ਹੈ। ਲੀਡਰਸ਼ਿਪ ਬਾਰੇ ਗੱਲ ਕਰਾਂਗੇ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਆਪਣੇ ਬਾਰੇ ਥੋੜਾ ਸੰਜੇ, ਡਾਕਟਰ ਹਰਪ੍ਰੀਤ ਤੇ ਹਰਮੀਤ ਜੀ ਜ਼ਰੂਰ ਦੱਸੋ। ਸੰਜੇ ਜੀ। ਹਾਂਜੀ, ਮੈਂ ਸੰਜੇ ਭੰਡਾਰੀ ਭਾਈ ਨੇ ਵੈਸੇ ਹੀ ਮੈਨੂੰ ਮੈਨੂੰ ਲੱਗ ਰਿਹਾ ਜੀ ਸਾਡੇ ਨਾਲ ਕੋਈ ਸੱਜਣ ਜੁੜਨਾ ਚਾਹੁੰਦੇ ਨੇ, ਉਹਨਾਂ ਦੀ ਆਵਾਜ਼ ਆ ਰਹੀ ਸੀ। ਹਾਂਜੀ ਡਾਕਟਰ ਹਰਪ੍ਰੀਤ, ਤੁਸੀਂ ਕੁਝ ਕਹਿਣਾ ਚਾਹੁੰਦੇ? ਜੀ ਆਇਆਂ ਨੂੰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਟੀਮ ਨੂੰ, ਵਿਕਰਮ ਜੀ ਐਂਡ ਹਰਮੀਤ ਜੀ, ਸੰਜੇ ਜੀ, ਔਰ ਥੈਂਕ ਯੂ ਫॉर ਇਨਕਲੂਡਿੰਗ ਮੀ। ਔਰ ਤੁਹਾਨੂੰ ਵਿਕਰਮ ਜੀ ਤੇ ਅਸੀਂ ਤੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਇਕੱਠੇ ਪੜ੍ਹਾਉਂਦੇ ਰਹੇ ਹਾਂ ਔਰ ਕਾਫੀ ਲੰਮਾ ਸਮਾਂ ਜਿਹੜਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ 18 ਸਾਲ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੀ ਹੈਡਸ਼ਿਪ ਵੀ ਕੀਤੀ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ ਆ ਕੇ ਐਜੂਕੇਸ਼ਨ ਦੇ ਖੇਤਰ ਨਾਲ ਜੁੜੇ ਰਹੇ ਹਾਂ। ਸੋ ਆਈ ਵਾਸ ਟੀਚਿੰਗ ਇਨ ਐਨ ਇੰਸਟੀਚਿਊਟ। ਉਸ ਤੋਂ ਬਾਅਦ ਸਕੂਲ ਵਿੱਚ ਵੀ ਪੜ੍ਹਾਇਆ ਔਰ ਲਕੀਲੀ ਉੱਥੋਂ ਬੱਚੇ ਫਿਰ ਆਸਟ੍ਰੇਲੀਆ ਆ ਗਏ ਔਰ ਆਸਟ੍ਰੇਲੀਆ ਆ ਕੇ ਐਜੂਕੇਸ਼ਨ ਦੇ ਵਿੱਚ ਫਿਰ ਓਪਰਚੁਨਿਟੀ ਮਿਲ ਗਈ। ਐਟ ਪ੍ਰੈਜ਼ੈਂਟ ਆਈ ਐਮ ਟੀਚਿੰਗ ਅਗੇਨ ਇਨ ਸੈਕੰਡਰੀ ਦੇ ਬੱਚਿਆਂ ਨੂੰ ਪੜ੍ਹਾ ਰਹੇ ਹੈਗੇ ਆ। ਉਹਦੇ ਨਾਲ ਹੀ ਬੜੀ ਖੁਸ਼ਕਿਸਮਤੀ ਹੈਗੀ ਹੈ ਕਿ ਜਿਹੜੀ ਇੰਡੀਆ ਦੀ ਫੀਮੇਲ ਹਾਕੀ ਦੀ ਟੀਮ ਹੈਗੀ ਹੈ, ਉਹਨੂੰ ਵਰਲਡ ਕੱਪ ਦੇ ਵਿੱਚ, ਵਰਲਡ ਚੈਂਪੀਅਨਸ਼ਿਪ ਦੇ ਵਿੱਚ ਤੇ ਮਾਸਕੋ ਓਲੰਪਿਕਸ ਦੇ ਵਿੱਚ ਰਿਪਰੈਜ਼ੈਂਟ ਕੀਤਾ ਹੈਗਾ। ਉਹਦੇ ਨਾਲ ਇੱਕ ਸੁਭਾਗ ਹੋਰ ਮੈਨੂੰ ਪਰਮਾਤਮਾ ਵੱਲੋਂ ਮਿਲਿਆ ਕਿ ਇੰਡੀਆ ਦੇ ਵਿੱਚ ਇੱਕ ਮੈਂ ਫਸਟ ਫੀਮੇਲ ਹੈਗੀ ਹਾਂ ਜਿਹਨੇ ਓਲੰਪਿਕਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਔਰ ਆਪਣੀ ਹੀ ਸਪੋਰਟ ਦੇ ਵਿੱਚ ਸਭ ਤੋਂ ਪਹਿਲਾਂ PhD ਵੀ ਹਾਕੀ ਦੇ ਉੱਤੇ ਕੀਤੀ ਹੈਗੀ ਹੈ। ਸੋ ਮਤਲਬ ਪਰਮਾਤਮਾ ਦੀ ਮਿਹਰ ਦੇ ਨਾਲ ਕਾਫੀ ਖੁਸ਼ਕਿਸਮਤ ਜਿਹੜੀ ਜ਼ਿੰਦਗੀ ਮਿਲੀ ਹੈਗੀ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ। ਔਰ ਮੈਂ ਸਮਝਦਾ ਕਿ ਤੁਸੀਂ ਬਹੁਤ ਰਾਈਟ ਪਰਸਨ ਹੋ ਲੀਡਰਸ਼ਿਪ ਦੇ ਉੱਤੇ ਗੱਲ ਕਰਨ ਦੇ ਲਈ। ਥੈਂਕ ਯੂ ਵੈਰੀ ਮਚ ਇੰਨੀ ਵਿਸਤਾਰ ਦੇ ਨਾਲ ਆਪਣੀ ਇੰਟਰੋਡਕਸ਼ਨ ਦਿੱਤੀ। ਹਰਮੀਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤਾਂ ਜੀ ਹਰਪ੍ਰੀਤ ਜੀ ਦਾ ਐਕਸਪੀਰੀਅੰਸ ਸੁਣ ਕੇ, ਮੈਂ ਤਾਂ ਹਾਲੇ ਬਹੁਤ ਛੋਟੀ ਹੈ ਇਸ ਫੀਲਡ ਵਿੱਚ। ਮੈਂ ਪਿਛਲੇ ਆਲਮੋਸਟ 21 to 22 ਇਅਰਸ ਹੋ ਗਏ ਨੇ ਮੈਨੂੰ ਟੀਚਿੰਗ ਵਿੱਚ। ਇੱਥੇ ਦਿਸ ਇਜ਼ ਮਾਈ 16th ਈਅਰ ਤੇ ਮੈਂ ਪ੍ਰਾਇਮਰੀ ਨੂੰ ਹੀ ਪੜ੍ਹਾ ਰਹੀ ਹਾਂ ਸ਼ੁਰੂ ਤੋਂ। ਮੇਰਾ ਬੇਸਿਕਲੀ ਪੈਸ਼ਨ ਹੀ ਇਹੀ ਰਿਹਾ ਹੈ, ਟੀਚਿੰਗ ਤੇ ਬੇਸਿਕਲੀ ਪ੍ਰਾਇਮਰੀ ਟੀਚਿੰਗ। ਮੈਂ ਇੱਥੋਂ ਮਾਸਟਰਸ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਕੰਟੀਨਿਊਸਲੀ ਪ੍ਰੈਪ ਤੋਂ ਲੈ ਕੇ ਹੁਣ ਗ੍ਰੇਡ 5, 6 ਇਸ ਈਅਰ ਲੈਵਲ ਨੂੰ ਪੜ੍ਹਾ ਰਹੀ ਹਾਂ। ਤੇ ਮੈਂ ਲੀਡਰਸ਼ਿਪ ਰੋਲਸ ਵਿੱਚ ਰਹੀ ਹਾਂ ਆਪਣੇ ਸਕੂਲ ਲੈਵਲ ਤੇ, ਕੋਆਰਡੀਨੇਟਰ ਰਹੀ ਹਾਂ। ਮੈਂ ਪ੍ਰੋਫੈਸ਼ਨਲੀ ਕਾਉਂਸਲਰ ਵੀ ਹੈਗੀ ਹਾਂ ਤੇ ਅੱਜ ਕੱਲ੍ਹ ਫਾਰਮਲੀ ਨਹੀਂ ਮੈਂ ਇਸ ਰੋਲ ਨੂੰ ਨਿਭਾ ਰਹੀ ਬਿਕੋਜ਼ ਥੋੜ੍ਹੀ ਫੈਮਿਲੀ ਸੀਗੀਆਂ ਰਿਸਪੋਂਸਿਬਿਲਿਟੀਜ਼, ਉਸ ਕਰਕੇ ਥੋੜਾ ਇੱਕ ਸਟੈਪ ਪਿੱਛੇ ਲਿੱਤਾ। ਪਰ ਆਈ ਹੈਵ ਟਰਾਈਡ ਕਿ ਥੋੜਾ ਬਹੁਤ ਇਸ ਫੀਲਡ ਵਿੱਚ ਜੋ ਕਮਿਊਨਿਟੀ ਤੁਹਾਨੂੰ ਦਿੰਦੀ ਹੈ ਇੰਨਾ ਕੁਛ ਯੂ ਗੈਟ ਫਰੋਮ ਪੀਪਲ, ਯੂ ਨੀਡ ਟੂ ਗਿਵ ਇਟ ਬੈਕ। ਤੇ ਮੇਰਾ ਹਮੇਸ਼ਾ ਏਮ ਰਿਹਾ ਕੋਈ। ਬਹੁਤ ਅੱਛਾ ਜੀ, ਬਹੁਤ ਵਧੀਆ ਜੀ। ਤੇ ਜਿਵੇਂ ਮੈਂ ਇਸ ਟੌਪਿਕ ਦੇ ਵਿੱਚ ਵੀ ਕਿਹਾ ਸੀ ਵੀ ਅਗਵਾਈ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਔਰ ਕਿਵੇਂ ਕਰਨੀ ਚਾਹੀਦੀ ਹੈ ਔਰ ਕੀ ਕੁਆਲਿਟੀਜ਼ ਨੇ ਕਿ ਇੱਕ ਲੀਡਰ ਦੇ ਵਿੱਚ ਹੋਣੀਆਂ ਚਾਹੀਦੀਆਂ।
ਇੱਥੇ ਆਪਾਂ ਇੱਕ ਥੋੜਾ ਬਰੀਫ ਕਰ ਲਈਏ ਕਿ ਲੀਡਰ ਤਾਂ ਲੀਡਰਸ਼ਿਪ ਜਿਹੜੀ ਹੈ ਇਹ ਘਰ ਦੇ ਵਿੱਚੋਂ ਹੀ ਸ਼ੁਰੂ ਹੋ ਸਕਦੀ ਹੈ। ਬੱਚਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਲੀਡਰਸ਼ਿਪ ਕੁਆਲਿਟੀਜ਼ ਘਰ ਦੇ ਵਿੱਚ ਹੁੰਦੀਆਂ ਨੇ। ਤੇ ਜੇ ਇੱਕ ਛੋਟੀ ਜਿਹੀ ਮਿਸਾਲ ਲਵਾਂ ਮੈਂ ਲਵਾਂ ਕਿ ਹੂ ਹੋਲਡ ਦਾ ਰਿਮੋਟ ਆਫ ਅ ਟੀਵੀ ਇਨ ਅ ਹਾਊਸ ਇਜ਼ ਅ ਲੀਡਰ। ਤੁਸੀਂ ਇਹ ਦੇਖ ਸਕਦੇ ਹੋ। ਖਾਸ ਕਰਕੇ ਮੈਂ ਮਹਿਸੂਸ ਕਰਦਾ ਕਿ ਜਿਹੜੀ ਲੇਡੀ ਹੈ ਘਰ ਦੀ ਉਹ ਲੀਡਰ ਹੁੰਦੀ ਹੈ। ਤੇ ਜਿਹੜੇ ਹੱਥ ਚੱਕਲੇ ਤੇ ਰੋਟੀ ਬਣਾਉਂਦੇ ਨੇ, ਜਿਹੜੇ ਹੱਥ ਖਾਣਾ ਬਣਾਉਂਦੇ ਨੇ, ਉਹ ਜੋ ਹੱਥ ਜਦੋਂ ਬਾਹਰ ਜਾ ਕੇ ਫੀਲਡ 'ਚ ਕੰਮ ਕਰਦੇ ਨੇ, ਕਮਿਊਨਿਟੀ ਲਈ ਕੰਮ ਕਰਦੇ ਨੇ, ਸ਼ਾਇਦ ਵਧੀਆ ਲੀਡਰ ਵੀ ਹੁੰਦੇ ਨੇ ਔਰ ਹੋ ਸਕਦੇ ਨੇ। ਮੈਂ ਬੜੇ ਦਾਅਵੇ ਨਾਲ ਗੱਲ ਕਹਿਣਾ। ਇੱਕ ਚੰਗਾ ਮੁਲਕ ਵਧੀਆ ਬਣ ਸਕਦਾ ਜੇ ਲੀਡਰ ਵਧੀਆ ਹੋਣ। ਇਹ ਆਮ ਅਸੀਂ ਸੁਣਦੇ ਹਾਂ, ਪਰ ਅਸੀਂ ਇਹ ਲੀਡਰ ਕਿੱਦਾਂ ਪੈਦਾ ਕਰਨੇ ਆ, ਇਹ ਲੀਡਰ ਕਿਸ ਤਰ੍ਹਾਂ ਸਾਨੂੰ ਮਿਲਦੇ ਨੇ। ਜਿੱਥੋਂ ਤੱਕ ਜੇ ਅਸੀਂ ਦੇਖੀਏ ਮਾਡਰਨ ਵਰਲਡ ਜਿਵੇਂ ਤੇਜ਼ੀ ਨਾਲ ਚੇਂਜ ਹੋ ਰਿਹਾ, ਜੇ ਕਾਰਪੋਰੇਟ ਵਰਲਡ ਜਿੱਥੇ ਅਸੀਂ ਕੰਮ ਕਰਦੇ ਹਾਂ ਤੇ ਕੰਪਨੀਜ਼ ਲੱਖਾਂ ਕੀ ਕਰੋੜਾਂ ਰੁਪਏ ਖਰਚ ਦਿੰਦੇ ਨੇ ਚੰਗਾ ਲੀਡਰ ਪੈਦਾ ਕਰਨ ਦੇ ਲਈ, ਚੰਗੀਆਂ ਪ੍ਰੋਫੈਸ਼ਨ ਦੇ ਵਿੱਚ ਲੀਡਰਸ਼ਿਪ ਲੈਣ ਦੇ ਲਈ। ਔਰ ਹਰ ਸਾਲ ਡਿਫਰੈਂਟ ਕੰਪਨੀਜ਼ ਦੇ ਡਿਫਰੈਂਟ ਪੋਰਟਫੋਲੀਓਜ਼ ਹੁੰਦੇ ਨੇ ਜਿੱਥੇ ਉਹਨਾਂ ਨੂੰ ਇਨਾਮ ਵੀ ਮਿਲਦੇ ਨੇ ਲੀਡਰਸ਼ਿਪ ਕੁਆਲਿਟੀਜ਼ ਦੇ ਲਈ। ਸੋ ਇਹ ਕੀ ਕੁਆਲਿਟੀਜ਼ ਨੇ ਜਿਹੜੀਆਂ ਲੈ ਕੇ ਅਸੀਂ ਲੀਡਰਸ਼ਿਪ ਸਮਝਦੇ ਹਾਂ ਕਿ ਲੀਡਰਸ਼ਿਪ ਸਾਡੇ ਸਾਹਮਣੇ ਆਉਂਦੀ ਹੈ। ਮੈਂ ਸੰਜੇ ਜੀ ਨੂੰ ਸਵਾਲ ਪੁੱਛਣਾ ਚਾਹੁੰਦਾ ਸੀ। ਸ਼ਾਇਦ ਉਹਨਾਂ ਦਾ ਕੈਮਰਾ ਬੰਦ। ਹਾਂਜੀ ਸੰਜੇ ਜੀ, ਤੁਸੀਂ ਕੀ ਸਮਝਦੇ ਹੋ? ਤੁਸੀਂ ਇੱਥੇ ਵਿਕਟੋਰੀਆ ਦੇ ਵਿੱਚ ਆ ਕੇ ਲੀਡਰਸ਼ਿਪ ਇੱਕ ਕੋਰਸ ਵੀ ਲਗਾਇਆ ਉਹਦੇ ਵਿੱਚ। ਸੋ ਮੈਨੂੰ ਇਹ ਦੱਸਣਾ ਚਾਹੋ ਵੀ ਇੱਕ ਚੰਗੇ ਲੀਡਰ ਦੀਆਂ ਕੁਆਲਿਟੀਜ਼ ਘਰ ਤੋਂ ਲੈ ਕੇ ਕਮਿਊਨਿਟੀ ਤੱਕ ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਕੁਆਲਿਟੀਜ਼ ਹੋ ਸਕਦੀਆਂ? ਚੰਗਾ ਲੀਡਰ ਵੀ ਮੇਰੇ ਹਿਸਾਬ ਨਾਲ ਤਾਂ ਉਹੀ ਜਿਹੜਾ ਅੱਗੇ ਲੀਡਰ ਪੈਦਾ ਕਰੇ। ਚੌੜ ਜੀ ਹੈ ਚੀਜ਼, ਅਗਰ ਕੋਈ ਸਮਝੇ ਤਾਂ ਵੀ ਉਰੇ ਅਸੀਂ ਜਿਸ ਜਗ੍ਹਾ ਤੋਂ ਜਿਹੜਾ ਸਾਡਾ ਪਿਛੋਕੜ ਰਿਹਾ ਉੱਥੇ ਕੀ ਹੁੰਦਾ, ਅਸੀਂ ਜਿੱਥੋਂ ਵੀ ਆਏ ਆ ਉੱਥੇ ਭਾਵੇਂ ਕੁਰਸੀ ਹੈ ਭਾਵੇਂ ਤੁਹਾਡਾ ਕੋਈ ਅਹੁਦਾ ਹੈ, ਲੋਕੀ ਉਹਨੂੰ ਮੈਂ ਫੜ ਕੇ ਬਹਿ ਜਾਂਦੇ ਨੇ। ਉਹਦੇ ਨਾਲ ਕੀ ਉਹਨਾਂ ਨੂੰ ਲੱਗਦਾ ਮੇਰੀ ਇਹ ਕੁਰਸੀ ਨਾ ਚੱਲ ਜੇ। ਉਹ ਇਹ ਚੀਜ਼ ਫੜਨ ਦੇ ਵਿੱਚ ਇਹ ਚੀਜ਼ ਭੁੱਲ ਜਾਂਦੇ ਨੇ ਵੀ ਅਸੀਂ ਅੱਗੇ ਲੀਡਰ ਬਣਾਈਏ ਤਾਂ ਸਾਡੀ ਵੈਸੀ ਅਸੀਂ ਤਦੇ ਲੀਡਰ ਐਕਟ ਵਿੱਚ ਮੰਨੇ ਜਾਵਾਂਗੇ। ਬਟ ਉੱਥੇ ਦਾ ਸਿਸਟਮ ਡਿਫਰੈਂਟ ਹੋ ਜਾਂਦਾ। ਮੈਂ ਉਰੇ ਆ ਕੇ 2006 ਚ ਮੈਂ ਉਰੇ ਆਇਆ ਸੀ ਜੀ। ਆ ਕੇ ਹਰ ਤਰ੍ਹਾਂ ਦਾ ਕੰਮ, ਜਿਵੇਂ ਪਤਾ ਹੀ ਐਜ਼ ਅ ਸਟੂਡੈਂਟ ਆਇਆ ਸੀ, ਅਸੀਂ ਕਰਨਾ ਪਿਆ। ਫੈਕਟਰੀ, ਟੈਕਸੀ, ਸਿਕਿਉਰਿਟੀ, ਹਰ ਕਿਤੇ। ਹੁਣ ਅੱਜ ਕੱਲ ਅਸੀਂ ਉਰੇ ਗਵਰਨਮੈਂਟ, ਮੈਂ EMPLOYEE ਹਾਂ ਜੀ। ਤੇ ਮੈਨੂੰ ਮੌਕਾ ਮਿਲਿਆ 2017 ਦੇ ਵਿੱਚ, ਆਈ ਥਿੰਕ 17 ਚ NECLP ਕਰਕੇ ਉਰੇ ਇੱਕ ਲੀਡਰਸ਼ਿਪ ਪ੍ਰੋਗਰਾਮ ਚੱਲਦਾ ਜੀ, ਨਿਊ ਇਮਰਜਿੰਗ ਕਮਿਊਨਿਟੀ ਲੀਡਰਸ਼ਿਪ ਪ੍ਰੋਗਰਾਮ ਹੈ ਜੀ। ਵਿਕਟੋਰੀਆ ਗਵਰਨਮੈਂਟ ਦੇ ਆਉਂਦਾ ਜੀ ਇਹ। ਤੇ ਉਹ ਪ੍ਰੋਪਰ ਉਹਨਾਂ ਦੀ ਜਿਹੜੀ ਇਹਨਾਂ ਦਾ ਸਿਸਟਮ ਹੈ ਜੀ, ਤੁਹਾਨੂੰ ਚੈਨ ਕਰਨ ਦਾ, ਮਤਲਬ ਮੈਂ ਕਹਿ ਸਕਦਾ ਉਹ ਏਦਾਂ ਹੁੰਦਾ ਜਿਵੇਂ ਤੁਸੀਂ ਕੋਈ ਜੌਬ ਤੁਸੀਂ ਅਪਲਾਈ ਕਰ ਰਹੇ ਹੋ, ਤੁਹਾਡੇ ਰੈਫਰੈਂਸ ਚੈੱਕ ਹੋ ਰਹੇ ਨੇ, ਤੁਹਾਡਾ ਵਿਜ਼ਨ ਪੁੱਛ ਰਹੇ ਨੇ, ਹਨਾ। ਤਾਂ ਸ਼ੁਰੂ ਚ ਮੈਨੂੰ ਲੱਗਿਆ ਮੈਂ ਕਿੱਥੇ ਪੰਗਾ ਲੈ ਲਿਆ, ਕਿਉਂਕਿ ਇਹ 3 ਮਹੀਨੇ ਦਾ ਕੋਰਸ ਹੁੰਦਾ ਜੀ, ਐਵਰੀ ਸੈਟਰਡੇ। ਔਰ ਮਿੱਥ ਕੇ ਤੁਹਾਨੂੰ ਐਵਰੀ ਸੈਟਰਡੇ ਜਾਣਾ ਹੀ ਜਾਣਾ ਪੈਂਦਾ। ਸਵੇਰੇ 9 ਵਜੇ ਪਹੁੰਚਦੇ ਹੋ, ਸ਼ਾਮ ਨੂੰ 5-6 ਵਜੇ ਤੱਕ ਛੱਡਦੇ ਨਹੀਂ ਸੀ ਜੀ ਸਾਨੂੰ। ਤੇ ਉੱਥੇ ਕਾਫੀ ਚੀਜ਼ਾਂ ਮੈਨੂੰ ਦੇਖਣ ਨੂੰ ਮਿਲੀਆਂ ਕਿ ਐਕਚੁਅਲ ਚ ਇਹ ਕਰਦੇ ਕੀ ਨੇ। ਇਹ ਆਪਣੀ ਲੀਡਰਸ਼ਿਪ ਤੁਹਾਡੇ ਹੱਥਾਂ 'ਚ ਫੜਾ ਦਿੰਦੇ ਨੇ, ਤਾਂ ਉੱਥੇ ਇਹ ਵੱਡੇ ਵੱਡੇ CEOs, ਮਿਨਿਸਟਰ ਸਾਰਿਆਂ ਨੂੰ ਬੁਲਾਉਂਦੇ ਨੇ ਜੀ ਇਹ। ਤਾਂ ਫਿਰ ਸਾਨੂੰ ਹੀ ਉਹ ਪ੍ਰੋਗਰਾਮ ਆਰਗੇਨਾਈਜ਼ ਕਰਨ ਵਾਸਤੇ ਕਹਿੰਦੇ ਨੇ। ਉਹਦੇ ਵਿੱਚ ਹੋਰ ਬੜੀਆਂ ਚੀਜ਼ਾਂ ਹੁੰਦੀਆਂ, ਜਿਵੇਂ ਸਾਨੂੰ ਪਹਿਲਾਂ ਹਦਾਇਤ ਦਿੱਤੀ ਜਾਂਦੀ ਹੈ ਵੀ ਤੁਸੀਂ 5 ਤੋਂ 7 ਮਿੰਟ ਦੇਣੇ ਨੇ ਫਲਾਣੇ ਮਿਨਿਸਟਰ ਨੂੰ। ਇਹ ਤੋਂ ਵੱਧ ਅਗਰ ਉਹ ਬੋਲਦਾ, ਸਾਨੂੰ 1 ਘੰਟੀ ਦੇ ਦਿੱਤੀ ਜਾਂਦੀ ਹੈ ਪਿੱਛੇ ਛੋਟੀ ਜੀ। ਉਹ ਪਿੱਛੋਂ ਅਸੀਂ ਬੰਦਾ ਹੱਥ ਖੜੇ ਕਰਕੇ ਨਾ ਘੰਟੀ ਹਿਲਾ ਦਿੰਦਾ। ਉਹ ਦੇਖੋ ਦੋਨੋਂ ਚੀਜ਼ਾਂ ਨੇ। ਆਪਣੇ ਇੰਡੀਆ ਤਾਂ ਵੈਸੇ ਹੀ ਬੰਦਾ ਡਰ ਜਾਵੇ ਵੀ ਕਿਤੇ ਮੈਂ ਕਿਤੇ ਬੈਡ ਬੁੱਕਸ ਨਾ ਆ ਜਾਵਾਂ ਜਾਂ ਹੋਰ ਨਾ ਕੱਲ ਨੂੰ ਪੰਗਾ ਪੈ ਜਾਵੇ, ਹਨਾ। ਉਰੇ ਸਾਨੂੰ ਕਰਨ ਲੱਗੇ ਵੀ ਡਰ ਨਹੀਂ ਲੱਗਦਾ, ਤੇ ਲੀਡਰ ਇਸ ਚੀਜ਼ ਨੂੰ ਦੇਖਦੇ ਮਾਈਂਡ ਵੀ ਨਹੀਂ ਕਰਦਾ। ਸੋ ਇਹਦਾ ਮਤਲਬ ਟਾਈਮ ਮੈਨੇਜਮੈਂਟ ਇਜ਼ ਵਨ ਆਫ ਦਾ ਕੁਆਲਿਟੀ ਆਫ ਅ ਲੀਡਰਸ਼ਿਪ। ਜੀ ਟਾਈਮ ਮੈਨੇਜਮੈਂਟ ਪਲੱਸ ਜਿਹੜੇ ਇਹ ਲੋਕਾਂ ਨੂੰ, ਜਿਹੜੇ ਇਹਨਾਂ ਨੇ ਜੀ ਉੱਥੇ ਹਰ ਖਿੱਤੇ ਦੇ ਲੋਕਾਂ ਨੂੰ ਇਹਨਾਂ ਨੇ ਚੁਣਿਆ। ਈਵਨ ਕਿ ਉੱਥੇ ਇੱਕ ਥੋੜੀ ਜਿਹੀ ਵਿਜ਼ਨ ਇੰਪੇਅਰਡ ਲੇਡੀ ਵੀ ਸੀਗੀ ਜਿਸ ਨੂੰ ਇਹਨਾਂ ਨੇ ਚੁਣਿਆ। ਉਹਦੇ ਅੰਦਰ ਵੀ ਬਹੁਤ ਕੁਆਲਿਟੀ ਸੀਗੀਆਂ। ਸ਼ੀ ਇਜ਼ ਵੈਰੀ ਆਲਵੇਜ਼, ਮਤਲਬ ਕਿ ਸਾਡੇ ਚ ਕੋਈ ਵੀ ਅਸਾਈਨਮੈਂਟ ਹੁੰਦੀ ਸੀ, ਗਰੁੱਪ ਅਸਾਈਨਮੈਂਟ, ਗਰੁੱਪ ਡਿਸਕਸ਼ਨ, ਹਮੇਸ਼ਾ ਸਾਡੇ ਤੋਂ ਅੱਗੇ ਹੁੰਦੀ ਸੀ ਉਹ ਲੇਡੀ। ਤੇ ਕਾਫੀ ਚੀਜ਼ਾਂ ਇਹਨਾਂ ਨੇ ਅਲੱਗ-ਅਲੱਗ, ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਜੀ ਉੱਥੇ। ਮੈਂ ਈਵਨ ਕਿ ਇਹ ਚੀਜ਼ ਆਪਣੀ ਕਮਿਊਨਿਟੀ 'ਚ ਬਹੁਤ ਮਿਸ ਕਰਦਾ। ਆਈ ਥਿੰਕ ਕਿ ਸਾਡੇ ਮੈਂਟਰਸ਼ਿਪ ਦੀ ਬੜੀ ਘਾਟ ਹੈ ਜੀ ਉਰੇ। ਹੁਣ ਹਰਪ੍ਰੀਤ ਜੀ ਨੇ, ਹਰਮੀਤ ਜੀ ਨੇ, ਇਹਨਾਂ ਕੋਲ ਬਹੁਤ ਕੁਝ ਹੈ। ਈਵਨ ਕਿ ਤੁਸੀਂ ਵੀ, ਹਨਾ, ਬਹੁਤ ਕੁਝ ਹੈ ਤੁਹਾਡੇ ਤੋਂ ਸਿੱਖਣ ਨੂੰ। ਬਟ ਗੱਲ ਉਹੀ ਹੈ ਕਿ ਸਾਡੇ ਕੋਲ ਪਲੇਟਫਾਰਮ ਨਹੀਂ ਹੈ। ਹੁਣ ਆਮ ਵਿਚਾਰਾ ਸਟੂਡੈਂਟ ਆਏਗਾ, ਉਹ ਤੁਹਾਡੇ ਤੱਕ ਅਪਰੋਚ ਹੀ ਨਹੀਂ ਕਰ ਸਕਦਾ। ਪਹੁੰਚੇਗਾ ਕਿਵੇਂ? ਉਹ ਵਿਚਾਰਾ ਰੋਟੀ ਕਮਾਏਗਾ, ਤੁਹਾਡੇ ਤੋਂ ਮੈਂਟਰਸ਼ਿਪ ਲਏਗਾ, ਉਹਨੂੰ ਪਤਾ ਹੀ ਨਹੀਂ ਮੈਂਟਰਸ਼ਿਪ ਹੁੰਦੀ ਕੀ ਹੈ, ਹਨਾ। ਆਪਾਂ ਇਹ ਗੱਲ ਕਹਿੰਦੇ ਆ ਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅਸੀਂ ਬੈਠੇ ਆ, ਚੀਜ਼ਾਂ ਈਜ਼ੀਲੀ ਐਕਸੈਸਿਬਲ ਹੋ ਗਈਆਂ, ਤੇ ਜੇ ਕੋਈ ਇਸ ਜ਼ਰੀਏ ਕਿਸੇ ਨਾ ਮਿਲਦੇ ਆ
ਜਿੱਦਾਂ ਅੱਜ ਕੱਲ੍ਹ ਅਸੀਂ ਜ਼ਿਆਦਾ ਘਰਾਂ 'ਚ ਬੈਠੇ ਹੋਏ ਹਾਂ ਤੇ ਜਿਹੜੀ ਤੁਸੀਂ ਕਹਿੰਦੇ ਇਨਐਕਸੈਸਿਬਿਲਿਟੀ ਨੂੰ ਅਸੀਂ ਕਿਸੇ ਤਰ੍ਹਾਂ ਰਿਮੂਵ ਕਰ ਸਕਦੇ ਹਾਂ, ਤੇ ਮੈਨੂੰ ਲੱਗਦਾ ਵੀ ਕੋਈ ਵੀ ਜਾਂ ਕਿਸੇ ਨੂੰ ਕੋਈ ਗੱਲਬਾਤ ਕਰਨ ਜਾਂ ਹੈਲਪ ਕਰਨ ਦੇ ਵਿੱਚ ਕੋਈ ਹੈਜ਼ਿਟੇਟ ਕਰੇਗਾ। ਮੈਂ ਦੋ ਪੁਆਇੰਟ ਨੋਟ ਕੀਤੇ ਆ ਜੀ ਤੁਹਾਡੇ, ਟਾਈਮ ਮੈਨੇਜਮੈਂਟ ਔਰ ਤੁਸੀਂ ਮੈਂਟਰਸ਼ਿਪ ਦੀ ਗੱਲ ਕੀਤੀ ਹੈ ਵੀ ਲੀਡਰਸ਼ਿਪ ਹੋਣੀ ਚਾਹੀਦੀ ਹੈ। ਕੀ ਆਸਟ੍ਰੇਲੀਆ ਦੇ ਵਿੱਚ ਯੰਗ ਲੀਡਰਸ਼ਿਪ ਨੂੰ ਮਤਲਬ ਸੁਸਾਇਟੀ ਦੇ ਵਿੱਚ ਅਮਰਜ ਹੋਣ ਲਈ ਕੋਈ ਨਰਸਰੀ, ਕੋਈ ਗਰਾਊਂਡ ਹੈ? ਫॉर एग्जांपल ਮੈਂਟਰਸ਼ਿਪ ਤਾਂ ਹੀ ਹੋਏਗੀ ਨਾ ਵੀ ਜੇ ਕੋਈ ਸੀਨੀਅਰ ਜੂਨੀਅਰ ਨੂੰ ਦੱਸੇਗਾ। ਸੋ ਚਾਹੇ ਉਹ ਪੋਲੀਟੀਕਲ ਲੀਡਰਸ਼ਿਪ ਹੈ, ਚਾਹੇ ਕਮਿਊਨਿਟੀ ਲੀਡਰਸ਼ਿਪ ਹੈ, ਚਾਹੇ ਉਹ ਪ੍ਰੋਫੈਸ਼ਨਲ ਲੀਡਰਸ਼ਿਪ ਹੈ, ਕਿ ਉਹਨੂੰ ਨਰਚਰ ਕਰਨ ਦੇ ਲਈ ਉਹਦੇ ਵਿੱਚ ਸਾਡੇ ਕੋਲ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਉਹ ਜਿਹੜੀ ਲੀਡਰਸ਼ਿਪ ਤਿਆਰ ਹੁੰਦੀ ਹੈ। ਮੈਂ ਸੰਜੇ ਜੀ ਤੁਹਾਡੇ ਕੋਲ ਦੁਬਾਰਾ ਆਵਾਂਗਾ। ਹਰਪ੍ਰੀਤ ਤੇ ਹਰਮੀਤ ਦੋਨੋਂ ਤੁਸੀਂ ਸਕੂਲ 'ਚ ਕੰਮ ਕਰਦੇ ਹੋ, ਡੂ ਯੂ ਥਿੰਕ ਕਿ ਜਿਹੜੇ ਸਕੂਲਸ ਦੇ ਵਿੱਚ ਲੀਡਰਸ਼ਿਪ ਦੇ ਉੱਤੇ ਕੋਈ ਕੋਰਸ ਕਰਾਇਆ ਜਾਂਦਾ, ਕੋਈ ਪ੍ਰੋਗਰਾਮ ਜਾਂ ਉਹਨਾਂ ਨੂੰ ਇਨਕਰੇਜ ਕੀਤਾ ਜਾਂਦਾ ਹੈ? ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਟੂਡੈਂਟ ਇਲੈਕਸ਼ਨ ਹੁੰਦੀਆਂ, ਪਰ ਸਟੂਡੈਂਟ ਦੇ ਵਿੱਚ ਜਾਂ ਯੰਗਸਟਰ ਦੇ ਵਿੱਚ ਲੀਡਰਸ਼ਿਪ ਨੂੰ ਕਿਵੇਂ ਦੇਖਿਆ ਜਾਂਦਾ? ਹਾਂਜੀ ਡਾਕਟਰ। ਹਾਂਜੀ, ਬੜਾ ਅੱਛਾ ਸਵਾਲ ਪੁੱਛਿਆ ਜੀ ਵਿਕਰਮ ਜੀ, ਕਿਉਂਕਿ ਅਸੀਂ ਹਰਮੀਤ ਜੀ ਵੀ ਮੇਰੇ ਨਾਲ ਆਈ ਥਿੰਕ ਸਹਿਮਤ ਹੋਣਗੇ ਕਿ ਇੱਥੋਂ ਦਾ ਜਿਹੜਾ ਸਕੂਲਿੰਗ ਜਾਂ ਐਜੂਕੇਸ਼ਨ ਸਿਸਟਮ ਹੈਗਾ ਇੰਡੀਆ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈਗਾ। ਔਰ ਫਿਰ ਅਸੀਂ ਜਦੋਂ ਜਿਵੇਂ ਹਰਮੀਤ ਜੀ ਵੀ ਪ੍ਰਾਇਮਰੀ 'ਚ ਜਾਂ ਅਪਰ ਪ੍ਰਾਇਮਰੀ ਵਿੱਚ ਪੜ੍ਹਾ ਰਹੇ ਨੇ, ਮੈਂ ਪ੍ਰਾਇਮਰੀ ਨੂੰ ਵੀ ਪੜ੍ਹਾਇਆ ਇੰਡੀਆ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ 18 ਸਾਲ ਲੈਕਚਰਿੰਗ ਵੀ ਕੀਤੀ ਹੈਗੀ ਹੈ। ਪਰ ਇੱਥੇ ਜਿਹੜਾ ਹੈਗਾ ਅਸੀਂ ਛੋਟੇ ਹੁੰਦਿਆਂ ਤੋਂ ਹੀ ਸਭ ਤੋਂ ਜਿਸ ਤਰ੍ਹਾਂ ਅਸੀਂ ਜੇ ਲਿਟਰੇਸੀ ਦੀ ਗੱਲ ਕਰਦੇ ਹਾਂ ਤੇ ਛੋਟੇ ਬੱਚਿਆਂ ਨੂੰ ਉਹਨਾਂ ਦਾ ਇੱਕ ਜਿਹੜਾ ਲਿਟਰੇਸੀ ਦੇ ਵਿੱਚ ਇੱਕ ਪਾਰਟ ਹੈਗਾ ਹੈ ਕਿ ਤੁਸੀਂ ਹਾਊ ਟੂ ਸਪੀਕ ਐਂਡ ਹਾਊ ਟੂ ਲਿਸਨ, ਹੈ ਨਾ। ਸੋ ਸਪੀਕਿੰਗ ਜਿਹੜੀ ਹੈਗੀ 5 ਸਾਲ ਤੋਂ, ਜੇ ਬੱਚਾ ਕਲਾਸ ਵਿੱਚ ਕੁਐਸਚਨ ਨਹੀਂ ਪੁੱਛਦਾ, ਬੱਚਾ ਕਲਾਸ ਵਿੱਚ ਬੋਲਦਾ ਨਹੀਂ ਹੈਗਾ, ਤੇ ਉਹ ਟੀਚਰ ਦਾ ਜਿਹੜਾ ਕਿ ਇੱਕ ਰੋਲ ਹੈਗਾ ਕਿ ਬੱਚੇ ਨੂੰ ਇਨਕਰੇਜ ਕਰਨਾ ਹੈਗਾ। ਉਸ ਤੋਂ ਬਾਅਦ ਜਿਹੜੀ ਉਹ ਇਨਕਰੇਜਮੈਂਟ 5 ਸਾਲ ਤੋਂ ਬੱਚੇ ਨੂੰ ਇੱਥੇ ਮਿਲਦੀ ਹੈਗੀ ਹੈ, ਉਹਦੇ ਨਾਲ ਕੀ ਹੈਗਾ ਬੱਚੇ ਦਾ ਕੌਨਫੀਡੈਂਸ, ਸੈਲਫ ਅਸਟੀਮ ਉਹ ਸਾਰੀ ਬਣਨੀ ਸ਼ੁਰੂ ਹੋ ਜਾਂਦੀ ਹੈ। ਪਰ ਦੇਖੋ ਆਪਣੀ ਸੁਸਾਇਟੀ ਦੇ ਵਿੱਚ ਜਿਵੇਂ ਆਪਾਂ ਪੰਜਾਬੀ ਕਮਿਊਨਿਟੀ ਦੀ ਜੇ ਆਪਾਂ ਗੱਲ ਕਰੀਏ, ਕਿਸੇ ਨੂੰ ਬੁਰਾ ਨਾ ਲੱਗੇ, ਤੇ ਜੇ ਘਰ ਦੇ ਵਿੱਚ ਆਪਾਂ ਕਿਸੇ ਨੂੰ ਕੁਐਸਚਨ ਪੁੱਛਦੇ ਆ ਜਾਂ ਕੋਈ ਕਲੈਰੀਫਿਕੇਸ਼ਨ ਨਹੀਂ ਲੈਂਦੇ ਆ ਤਾਂ ਕਈ ਵਾਰੀ ਸਾਡੇ ਵੱਡੇ ਸਾਨੂੰ ਕਹਿ ਦਿੰਦੇ ਨੇ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ। ਸੋ ਇਹ ਇੱਕ ਬੜਾ ਫਰਕ ਹੈਗਾ ਇੱਥੋਂ ਦੀ ਐਜੂਕੇਸ਼ਨ ਦਾ ਔਰ ਸਾਡੇ ਪੰਜਾਬ ਦੀ ਜਾਂ ਇੰਡੀਆ ਦੀ ਐਜੂਕੇਸ਼ਨ ਦਾ, ਜਿੱਥੇ ਕਿ ਇਹ ਇਨਕਰੇਜ ਨਹੀਂ ਕੀਤਾ ਜਾਂਦਾ। ਔਰ ਆਈ ਥਿੰਕ ਇੱਥੇ ਛੋਟੇ ਬੱਚਿਆਂ ਨੂੰ ਹੀ ਜਿਹੜੀਆਂ ਉਹਨਾਂ ਦੀਆਂ ਅਬਿਲਿਟੀਜ਼ ਹੈਗੀਆਂ, ਚਾਹੇ ਉਹ ਲੀਡਰਸ਼ਿਪ ਦੇ ਵਿੱਚ ਨੇ, ਚਾਹੇ ਉਹ ਸਪੋਰਟਸ ਦੇ ਵਿੱਚ ਨੇ, ਚਾਹੇ ਉਹ ਕਲਚਰ ਦੇ ਵਿੱਚ ਨੇ, ਚਾਹੇ ਉਹ ਮਿਊਜ਼ਿਕ ਦੇ ਵਿੱਚ ਹੈ, ਚਾਹੇ ਐਕੈਡੈਮਿਕ ਹੈ, ਉਹਨਾਂ ਨੂੰ ਬੂਸਟ ਕਰਨ ਲਈ ਸਕੈਫ ਹੋਲਡਿੰਗ ਕੀਤੀ ਜਾਂਦੀ ਹੈ। ਔਰ ਲੀਡਰ ਜਿਸ ਤਰ੍ਹਾਂ ਜੇ ਉਸ ਤੋਂ ਬਾਅਦ ਜਿਵੇਂ ਅਪਰ ਪ੍ਰਾਇਮਰੀ ਜਾਂ ਸੈਕੰਡਰੀ ਦੇ ਜਿਹੜੇ ਬੱਚੇ ਹੋ ਜਾਂਦੇ ਨੇ, ਉਹਨਾਂ ਦੇ ਲਈ ਡਿਫਰੈਂਟ ਪਲੇਟਫਾਰਮਸ ਦਿੱਤੇ ਜਾਂਦੇ ਨੇ, ਜਿਵੇਂ ਕਲਾਸ ਰਿਪਰੈਜ਼ੈਂਟੇਟਿਵਸ ਨੇ ਹੈਗੇ ਨੇ। ਉਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਮਤਲਬ ਛੋਟੇ ਛੋਟੇ ਕੋਰਸਿਸ ਨੇ ਉਹ ਬੱਚਿਆਂ ਨੂੰ ਹਾਈ ਸਕੂਲ ਦੇ ਵਿੱਚ ਕਰਾਏ ਜਾਂਦੇ ਨੇ, ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਇਨਕਰੇਜ ਕੀਤਾ ਜਾਂਦਾ ਹੈਗਾ। ਹਰਮੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ, ਕੀ ਐਡ ਕਰੋਗੇ? ਹਾਂਜੀ ਡੈਫੀਨਿਟਲੀ ਹਰਪ੍ਰੀਤ ਜੀ, ਆਈ ਐਗਰੀ ਵਿਦ ਵਾਟ ਯੂ ਆਰ ਸੇਇੰਗ, ਤੇ ਮੈਂ ਇੱਥੇ ਐਡ ਕਰਾਂਗੀ ਹਾਇਰਾਰਕੀ ਵੀ। ਇਟਸ ਲਾਈਕ ਕਿ ਜਿਵੇਂ ਹਰਪ੍ਰੀਤ ਜੀ ਨੇ ਕਿਹਾ ਬਹੁਤ ਯੰਗ ਏਜ ਤੋਂ, ਡੈਫੀਨਿਟਲੀ ਆਈ ਥਿੰਕ ਈਵਨ ਚਾਈਲਡ ਕੇਅਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮੈਂ ਆਪਣੀ ਬੇਟੀ ਵਿੱਚ ਦੇਖਦੀ ਹਾਂ ਚੀਜ਼, ਤੇ ਪਰ ਜੋ ਅਸੀਂ ਅਪਰ ਪ੍ਰਾਇਮਰੀ ਤੋਂ ਸ਼ੁਰੂ ਕਰਦੇ ਆ, ਹਾਇਰਾਰਕੀ ਬਿਲਡ ਅਪ ਕਰਦੇ ਆ ਬੱਚਿਆਂ ਵਿੱਚ, ਸੋ ਦੈਟ ਦੇ ਨੋ ਕਿ ਵਾਟ ਟੂ ਲੁੱਕ ਫਾਰਵਰਡ ਟੂ। ਇੱਥੇ ਕਲਾਸ ਰਿਪਰੈਜ਼ੈਂਟੇਟਿਵਸ ਹੁੰਦੇ ਨੇ, then captains, primary school captains ਹੁੰਦੇ ਨੇ, and they move on ਫਿਰ year 7 ਵਿੱਚ ਵੀ SRC ਉਹਨਾਂ ਦਾ school representative committee ਹੁੰਦੀ ਹੈ। apart from that ਅਸੀਂ schools private and state schools ਸਾਰਿਆਂ ਦੀ responsibility ਹੁੰਦੀ ਹੈ, ਤੇ ਇਹ government led programs ਹੈਗੇ ਨੇ ਇੱਥੇ, ਜਿਹੜੇ ਕਿ leadership programs start from grade 4 onwards। ਤੇ ਅਸੀਂ ਬੱਚਿਆਂ ਨੂੰ camps ਭੇਜਦੇ ਆ, leadership programs ਭੇਜਦੇ ਆ। Some of them go for 4 days, and grade 5 ਦੇ ਹੁਣ ਕੈਂਸਲ ਹੋਏ ਨੇ ਲੀਡਰਸ਼ਿਪ ਪ੍ਰੋਗਰਾਮ ਇੱਕ ਸੀਗਾ for a whole day, ਜਿਹਦੇ ਵਿੱਚ ਉਹ ਬੱਚਿਆਂ ਨੂੰ ਸਿਖਾਉਂਦੇ ਨੇ ਕਿ ਹਾਊ ਟੂ, ਜੋ ਸੰਜੇ ਭਾਜੀ ਨੇ ਕਿਹਾ ਕਿ ਇੱਕ ਮੈਂਟਰ ਤਿਆਰ ਕਰਦੇ ਨੇ ਉਹ ਬੱਚੇ ਵਿੱਚ, ਮੈਂਟਰਸ਼ਿਪ ਦੀ ਉਹ ਬਿਲਡ ਕਰਦੇ ਨੇ, ਤੇ ਉਸ ਨੂੰ ਅੱਗੇ ਜਾ ਕੇ ਉਹਨਾਂ ਨੇ, ਐਂਡ ਅਗੇਨ ਲਾਈਕ ਹਰਪ੍ਰੀਤ ਜੀ ਨੇ ਕਿਹਾ, ਇਟਸ ਇਨ ਐਵਰੀ ਫੀਲਡ। ਉਸ ਬੱਚੇ ਦੀ ਦੇਖਦੇ ਨੇ ਕੀ ਇੰਟਰਸਟ ਹੈ ਤੇ ਉਸ ਦੇ ਬਿਲਡ ਕਰਦੇ ਨੇ। NG ਹਾਈ ਸਕੂਲ ਵਿੱਚ ਜਾ ਕੇ ਵੀ ਸਾਡੇ ਲੀਡਰਸ਼ਿਪ ਪ੍ਰੋਗਰਾਮਸ ਹੁੰਦੇ ਨੇ, ਜਿਹਦੇ ਵਿੱਚ ਗਵਰਨਮੈਂਟ ਏਡਡ ਪ੍ਰੋਗਰਾਮਸ ਹੈਗੇ ਨੇ, ਤੇ ਬੱਚਿਆਂ ਨੂੰ ਉੱਥੇ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ ਫॉर ਅ ਕੈਂਪ ਫॉर ਅ ਮੰਥ, ਜਿਹਦੇ ਵਿੱਚ ਐਕਚੁਅਲੀ ਸਾਡੇ ਲੀਡਰਸ ਤਿਆਰ ਹੁੰਦੇ ਨੇ।
एंड मैं अपने स्कूल चो ही या उन स्कूल्स विचों देखे ने बच्चे जेडे कि हु गॉन इनटू रियली गुड फील्ड्स बेस्ड ऑन देयर लीडरशिप स्किल्स जो पहला उन्होंने स्कूल टाइम ते डेवलप कीते ने। ਹਾਂਜੀ ਹਰਮੀਤ ਜੀ, ਬਿਲਕੁਲ ਜਿਵੇਂ ਤੁਸੀਂ ਸਹਿਮਤ ਹੋਵੋਗੇ ਮੇਰੇ ਨਾਲ, ਬੱਚਿਆਂ ਦੇ ਲਈ ਤਾਂ ਹੈ। ਜਦੋਂ ਆਪਾਂ ਇੱਥੇ ਵਾਲੇ ਟੀਚਿੰਗ profession ਦੇ ਵਿੱਚ ਆਉਂਦੇ ਆ, ਆਪਣੇ ਐਸ ਟੀਚਰਸ ਕਿੰਨੀਆਂ ਮਤਲਬ ਫੈਸਿਲਿਟੀਜ਼ ਨੇ, ਕਿੰਨੇ PD ਕੋਰਸਿਸ ਸਾਨੂੰ ਕਰਾਏ ਜਾਂਦੇ ਨੇ। ਐਵਰੀ ਈਅਰ ਬਿਫੋਰ the year starts we always have PDs on different things, ਔਰ ਅਸੀਂ ਆਪਣੇ ਆਪ ਨੂੰ ਕਿਵੇਂ ਐਕਸੈਲ ਕਰਨਾ, ਅਸੀਂ ਆਪਣੇ ਆਪ ਦੀਆਂ ਜਿਹੜੀਆਂ ਅਬਿਲਿਟੀਜ਼ ਨੇ, ਸਟਰੈਂਥਸ ਨੂੰ, ਉਹਨਾਂ ਨੂੰ ਹੋਰ ਕਿਵੇਂ ਬਿਲਡ ਔਨ ਕਰਨਾ। ਟੀਚਿੰਗ profession ਦੇ ਵਿੱਚ ਬਾਕੀ professions ਦੀ ਤਰ੍ਹਾਂ ਬਹੁਤ ਸਾਰੀਆਂ opportunities ਨੇ, ਔਰ ਮੈਂ ਆਪਣੇ ਆਪ ਦੇ ਵਿੱਚ ਦੇਖਿਆ ਹੈਗਾ ਕਿ ਜਦੋਂ ਮੈਂ ਇੰਡੀਆ ਵਿੱਚ ਟੀਚਰ ਸੀ, ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਟੀਚਰ ਸੀ, ਉਸ ਤੋਂ ਬਾਅਦ ਇੱਥੇ ਟੀਚਰ ਆਈਆਂ, ਔਰ ਕਿੰਨੀਆਂ ਚੇਂਜਸ ਆਈਆਂ ਮੇਰੇ ਵਿੱਚ ਵੀ, ਐਜੂਕੇਸ਼ਨ ਸਿਸਟਮ ਦੇ ਵਿੱਚ ਵੀ, ਮੇਰੀ ਪਰਸਨੈਲਿਟੀ ਦੇ ਵਿੱਚ ਵੀ, ਔਰ ਕਿੰਨਾ ਕੁਛ ਅਸੀਂ ਸਿੱਖਿਆ ਹੈਗਾ ਜਿਹੜਾ ਹੁਣ ਕਈ ਵਾਰੀ ਲੱਗਦਾ ਕਿ ਇਹ ਚੀਜ਼ਾਂ ਜੇ ਸਾਨੂੰ ਪਹਿਲਾਂ ਆਉਂਦੀਆਂ ਹੁੰਦੀਆਂ ਸੀ, ਅਸੀਂ ਆਪਣੇ ਬੱਚਿਆਂ ਤੇ ਇਹ ਸਾਰੀਆਂ ਅਪਲਾਈ ਕਰ ਸਕਦੇ ਸੀਗੇ। ਹਾਂਜੀ, ਸੋ ਇਥੋਂ ਇੱਕ ਗੱਲ ਕਨਕਲੂਡ ਹੁੰਦੀ ਹੈ ਕਿ ਜੋ ਐਜੂਕੇਸ਼ਨ ਸਿਸਟਮ ਆ ਉਹਦੇ ਵਿੱਚ ਇਨਬਿਲਟ ਟ੍ਰੇਨਿੰਗ ਹੈ ਕਿ ਉਹ ਲੀਡਰਸ਼ਿਪ ਕੁਆਲਿਟੀਜ਼ ਹੁੰਦੀਆਂ। ਹੁਣ ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਆ, ਜੇ ਆਪਣੇ ਵੀ ਆਪਾਂ ਵੀ ਉਸ ਜਿਸ ਸਰਕਲ 'ਚ ਹਾਂ, ਸੰਜੇ ਜੀ ਨੇ ਜਿਹੜੀ ਗੱਲ ਕੀਤੀ ਕਿ ਉਹਨਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਮਿਲਿਆ ਔਰ ਬਹੁਤ ਘੱਟ ਆਪਣੀ ਕਮਿਊਨਿਟੀ ਦੇ ਲੋਕ ਉਸ ਮੈਂਟਰ ਪ੍ਰੋਗਰਾਮ ਟ੍ਰੇਨਿੰਗ 'ਚ ਜਾਂਦੇ ਨੇ। ਜਿਹੜੇ ਸਾਡੇ 'ਚੋਂ ਯੰਗਸਟਰ ਜਿਹੜੇ ਬਾਹਰੋਂ ਸਿੱਧੇ ਆ ਰਹੇ ਨੇ, ਜੋ ਇਹਨਾਂ ਸਕੂਲਾਂ 'ਚੋਂ ਨਹੀਂ ਪੜ੍ਹਦੇ, ਆਪਣੇ ਕੋਲ ਉਹਨਾਂ ਦੇ ਲਈ ਲੀਡਰਸ਼ਿਪ ਐਨਰਿਚ ਕਰਨ ਦੇ ਲਈ ਕੀ ਗਰਾਊਂਡਸ ਨੇ, ਕੀ ਟ੍ਰੇਨਿੰਗ ਫੈਸਿਲਿਟੀਜ਼ ਨੇ? ਜੇ ਨਹੀਂ ਹਨ ਤੇ ਆਪਣੇ ਲੈਵਲ ਤੇ ਮਤਲਬ ਕੀ ਐਸੇ ਪ੍ਰੋਗਰਾਮ ਨੇ ਜਿਹੜੇ ਕਿ ਅਸੀਂ ਸਰਕਾਰ ਕੋਲੋਂ ਲੈ ਸਕਦੇ? ਜਿਵੇਂ ਸੰਜੇ ਜੀ ਨੇ ਇੱਕ ਐਗਜ਼ਾਮਪਲ ਦਿੱਤੀ, ਇਹ ਗੱਲ ਮੈਂ ਸਮਝਦਾ ਕਿ ਸਮਝਣ ਦੀ ਲੋੜ ਹੈ, ਔਰ ਸ਼ਾਇਦ ਮੈਨੂੰ ਵੀ ਇਸ ਗੱਲ ਤੇ ਬਹੁਤ ਘੱਟ ਪਤਾ ਕਿ ਕੋਈ ਸੈਪਰੇਟ ਲੀਡਰਸ਼ਿਪ ਪ੍ਰੋਗਰਾਮ ਜਿਹੜੇ ਨੇ ਉਹ ਹੁੰਦੇ ਹੋਣ। ਹੁਣ ਜਿਵੇਂ ਤੁਸੀਂ ਦੋਵੇਂ ਸਕੂਲਸ ਨਾਲ ਡੀਲ ਕਰਦੇ ਹੋ, ਸਟੂਡੈਂਟਸ ਨੂੰ ਵੀ ਦੇਖਦੇ ਹੋ, ਕੁਆਲਿਟੀਜ਼ ਕੀ ਹੋਣੇ ਚਾਹੀਦੀਆਂ ਇੱਕ ਚੰਗੇ ਲੀਡਰ ਦੇ ਵਿੱਚ? ਜੇ ਅਸੀਂ ਉਹਨਾਂ ਕੁਆਲਿਟੀਜ਼ ਦੇ ਉੱਤੇ ਆਉਂਦੇ ਹਾਂ, ਫॉर एग्जांपल ਜੇ ਅਸੀਂ ਕਮਿਊਨਿਟੀ ਚੋਂ ਲੀਡਰ ਦੇਖਣੇ ਆ ਤੇ ਹੂ ਕੈਨ ਲੀਡ? ਮੈਂ ਆਪਣੀ ਬੇਟੀ ਨਾਲ ਗੱਲ ਕਰ ਰਿਹਾ ਸੀ, ਕਹਿੰਦੀ ਸੀ ਵੀ ਜਿਹੜਾ ਲੀਡਰ ਆਪਣੀ ਟੀਮ ਨੂੰ ਸੁਣੇ, ਮੈਂ ਉਹਨੂੰ ਲੀਡਰ ਸਮਝਦੀ ਹਾਂ। ਮੇਰੀ ਬੇਟੀ 20 ਸਾਲ ਦੀ ਹੈ, ਉਹ ਕਹਿੰਦੀ ਮੈਂ ਉਹਨੂੰ ਲੀਡਰ ਸਮਝਦੀ ਹਾਂ। ਗਰੁੱਪ ਦੇ ਵਿੱਚ ਜਿਹੜਾ ਆਪਣੀ ਟੀਮ ਨੂੰ ਸੁਣਦਾ, ਉਹਨਾਂ ਨੂੰ ਓਵਰਆਲ ਪਿਕਚਰ ਲੈ ਕੇ ਜਾਂਦਾ। ਸੋ ਟੀਮ ਸਪਿਰਿਟਸ, ਟੀਮ ਵੈਲਿਊਜ਼ ਹੋਣੀ ਚਾਹੀਦੀਆਂ, ਇਹ ਇੱਕ ਲੀਡਰਸ਼ਿਪ ਦੀ ਕੁਆਲਿਟੀ ਹੈ। ਸੰਜੇ ਜੀ, ਦੁਬਾਰਾ ਮੈਂ ਤੁਹਾਡੇ ਕੋਲ ਆਇਆ, ਵਾਟ ਡੂ ਯੂ ਥਿੰਕ? ਤੁਸੀਂ ਕਮਿਊਨਿਟੀ ਆਰਗੇਨਾਈਜੇਸ਼ਨ ਕੰਮ ਕਰਦੇ ਹੋ, ਊਰਜਾ ਫਾਊਂਡੇਸ਼ਨ ਨਾਲ ਵੀ ਜੁੜੇ ਹੋਏ ਹੋ, ਤੁਸੀਂ ਕਿਵੇਂ ਸਮਝਦੇ ਹੋ ਇੱਕ ਟੀਮ ਦੇ ਵਿੱਚ ਲੀਡਰਸ਼ਿਪ ਕੁਆਲਿਟੀਜ਼, ਜਾਂ ਟੀਮ ਕਿਵੇਂ ਕੰਟਰੀਬਿਊਟ ਲੀਡਰਸ਼ਿਪ ਨੂੰ ਕਰਦੀ ਹੈ, ਜਾਂ ਲੀਡਰ ਕਿਵੇਂ ਇੱਕ ਟੀਮ ਨੂੰ ਕੰਟਰੀਬਿਊਟ ਕਰ ਸਕਦਾ? ਇਹ ਦੋਨੋਂ ਹੈਂਡ ਇਨ ਹੈਂਡ ਹੁੰਦੇ ਨੇ ਜੀ। ਹਾਂਜੀ, ਇਹਦੇ ਨਾਲ ਦੇਖੋ, ਇਹਦਾ ਬੈਨੀਫਿਟ ਸਭ ਤੋਂ ਵੱਡਾ ਇਹ ਹੁੰਦਾ ਵੀ ਤੁਹਾਡੇ ਸਿਰ ਤੋਂ ਰਿਸਪੌਂਸਿਬਿਲਿਟੀਜ਼ ਤੁਸੀਂ ਡਿਸਟ੍ਰੀਬਿਊਟ ਕਰ ਦਿੰਦੇ ਹੋ ਲੋਕਾਂ ਦੇ ਵਿੱਚ। ਜੇ ਤੁਸੀਂ ਕਹਿਣਾ ਵੀ ਸਭ ਕੁਝ ਮੈਂ ਹੀ ਕਰਨਾ, ਹੁਣ ਫੋਰ ਐਗਜ਼ਾਮਪਲ ਮੈਂ ਕੋਈ ਉਰੇ ਮੇਲਾ ਹੀ ਕਰਾਉਣ ਲੱਗ ਜਾਵਾਂ, ਮੈਂ ਕੁਰਸੀਆਂ ਵੀ ਮੈਂ ਹੀ ਚੱਕ ਰਿਹਾ, ਉਹ ਬਾਕੀ ਲੋਕਾਂ ਨੂੰ ਵੀ ਮੈਂ ਹੀ ਬੁਲਾ ਰਿਹਾ, ਉੱਥੇ ਪਰਚੀਆਂ ਵੀ ਮੈਂ ਹੀ ਵੰਡ ਰਿਹਾ, ਪੈਸੇ ਵੀ ਮੈਂ ਹੀ ਇਕੱਠੇ ਕਰ ਰਿਹਾ, ਦੈਨ ਇਟ ਵਿਲ ਬੀ ਟੂ ਮਚ, ਹੈ ਨਾ? ਉਹਦੇ ਵਿੱਚ ਆਈ ਡੋਂਟ ਥਿੰਕ ਆਈ ਵਿਲ ਬੀ ਅ ਗੁੱਡ ਲੀਡਰ। ਤਾਂ ਉਹਦੇ ਨਾਲ ਕੀ ਹੈ, ਮੈਂ ਜਿਹੜਾ ਕੰਮ ਦੇ ਵਿੱਚ ਮੇਰੀ ਸਟਰੈਂਥ ਹੈ ਮੈਨੂੰ ਉਹ ਕਰਨਾ ਚਾਹੀਦਾ। ਜਿਹੜੀ ਪੂਰੀ ਟੀਮ ਦੀ ਜਿਹੜੀ ਸਟਰੈਂਥ ਹੋਏਗੀ ਉਹ ਕੰਮ ਕਰੇ। ਤਾਂ ਇਹਦੇ ਨਾਲ ਕੀ ਹੈ, ਤੁਸੀਂ ਇੱਕ ਐਜ਼ ਅ ਟੀਮ ਉੱਭਰ ਕੇ ਸਾਹਮਣੇ ਆਉਂਦੇ ਹੋ, ਨਾ ਕਿ ਐਜ਼ ਐਨ ਇੰਡੀਵਿਜੂਅਲ। ਬਟ ਆਈ ਥਿੰਕ ਇਹਦੇ ਲਈ ਜਿਵੇਂ ਉਹਨਾਂ ਨੇ ਕਿਹਾ ਵੀ ਉਰੇ ਸਕੂਲ ਟਾਈਮ ਤੋਂ ਹੀ ਤੁਹਾਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਤੇ ਮੈਨੂੰ ਵੀ ਇਹ ਚੀਜ਼ 2014 ਚ ਅਸੀਂ ਊਰਜਾ ਫਾਊਂਡੇਸ਼ਨ ਸਟਾਰਟ ਕੀਤੀ ਸੀਗੀ। ਆਈ ਡੋਂਟ ਥਿੰਕ ਮੈਨੂੰ ਇੱਕਦਮ ਇਹ ਸਾਰੀਆਂ ਚੀਜ਼ਾਂ ਆਲਰੇਡੀ ਆਉਂਦੀਆਂ ਸੀ। ਮੈਂ ਵੀ ਹੌਲੀ ਹੌਲੀ ਆਪਣੀ ਟੀਮ ਨਾਲ ਰਹਿ ਕੇ ਕੰਮ ਸਿੱਖਿਆ, ਹੋਰ ਆਰਗੇਨਾਈਜੇਸ਼ਨ ਸਾਨੂੰ ਵਿਚਰਨ ਦਾ ਮੌਕਾ ਮਿਲਿਆ, ਉੱਥੇ ਅਸੀਂ ਦੇਖਿਆ। ਹੁਣ ਅਸੀਂ ਮੈਂ ਗਵਰਨਮੈਂਟ ਦੇ ਵਿੱਚ ਹਾਂ, ਤਾਂ ਉੱਥੇ ਅਸੀਂ ਸਾਡੇ ਪ੍ਰੋਗਰਾਮਸ ਹੁੰਦੇ ਨੇ ਡੇ ਟੂ ਡੇ ਬੇਸਿਸ, ਉੱਥੇ ਅਸੀਂ ਦੇਖਦੇ ਹਾਂ ਹਾਊ ਦੇ ਮੈਨੇਜ ਦੇਅਰ ਲੀਡਰਸ਼ਿਪ, ਹੈ ਨਾ? ਉਹ ਹਾਇਰਾਰਕੀ ਕਿਵੇਂ ਚੱਲਦੀ ਹੈ। ਤੇ ਇਹ ਤਾਂ ਹੈਂਡ ਇਨ ਹੈਂਡ ਹੁੰਦਾ। ਬਟ ਆਈ ਥਿੰਕ ਕਿ ਜਿਵੇਂ ਤੁਸੀਂ ਕੁਐਸਚਨ ਕੀਤਾ ਕਿ ਕੋਈ ਏਦਾਂ ਦਾ ਪ੍ਰੋਗਰਾਮ ਚੱਲਦਾ ਹੋਵੇ, ਮੈਨੂੰ ਧਿਆਨ 'ਚ ਨਹੀਂ ਹੈ ਜੀ ਕਰਦਾ। ਜੇ ਤੁਹਾਨੂੰ ਕੋਈ ਹੈਗਾ ਤਾਂ ਤੁਸੀਂ ਜ਼ਰੂਰ ਦੱਸੋ ਜੀ। ਤੁਸੀਂ ਸਮਝਦੇ ਹੋ ਕਿ ਸਾਨੂੰ ਜਿਹੜੇ ਪੰਜਾਬੀ ਕਮਿਊਨਿਟੀ ਹੈ ਜਾਂ ਇੰਡੀਅਨਸ ਨੂੰ ਆਪਸ ਦੇ ਵਿੱਚ ਟੀਮ ਦੇ ਵਿੱਚ ਕੰਮ ਕਰਨ ਦੀ ਆਦਤ ਹੈ, ਜਾਂ ਅਸੀਂ ਸੋਲ ਜਿਹੜੀ ਹੈ ਐਡਵਾਂਸਮੈਂਟ ਜਾਂ ਬੈਨੀਫਿਟ ਦੀ ਗੱਲ ਕਰਦੇ ਹਾਂ? ਪਰ ਜਿਹੜੀਆਂ ਟੀਮ ਵੈਲਿਊਜ਼ ਨੇ, ਜਿਵੇਂ ਮੈਂ ਮਤਲਬ ਐਗਜ਼ਾਮਪਲਸ ਜੋ ਮੇਰਾ ਐਕਸਪੀਰੀਅੰਸ ਹੈ, ਕਿਉਂਕਿ ਮੈਂ ਯੂਨੀਵਰਸਿਟੀ 'ਚ ਸਟੂਡੈਂਟ ਨਾਲ ਕਾਫੀ ਇੰਟਰੈਕਟ ਕਰਦਾ, ਕਲਚਰ ਕੋਆਰਡੀਨੇਟਰ ਵੀ ਰਿਹਾ ਕਈ ਸਾਲ। ਚੇਂਜ ਆਈ ਪਿਛਲੇ 10 ਸਾਲਾਂ ਦੇ ਵਿੱਚ। ਸਟੂਡੈਂਟ ਜਿਹੜੇ 15 ਸਾਲ ਪਹਿਲਾਂ ਹੁੰਦੇ ਸੀ, ਉਹ ਮਿਲ ਕੇ ਬੈਠ ਕੇ ਕੰਮ ਕਰਨ ਦੇ ਆਦੀ ਸਨ। ਹੁਣ ਜਿਹੜਾ ਸਟੂਡੈਂਟ ਆ ਰਿਹਾ ਜਾਂ ਪਿਛਲੇ 5 ਸਾਲ 'ਚ 4 ਸਾਲ ਦੇਖ ਰਿਹਾ, ਉਹ ਇੰਡੀਵਿਜੂਅਲ ਗੱਲ ਤਾਂ ਕਰ ਰਿਹਾ,
ਪਰ ਟੀਮ ਦੇ ਨਾਲ ਕੋਆਰਡੀਨੇਟ ਨਹੀਂ ਕਰਦਾ। ਫॉर ਐਗਜ਼ਾਮਪਲ ਇੱਕ ਕਲਚਰਲ ਪ੍ਰੋਗਰਾਮ ਦੇ ਸਟੇਜ ਦੇ ਪਿੱਛੇ ਪਹਿਲਾਂ ਜਿਹੜਾ ਬੱਚਾ ਆਉਂਦਾ, ਮੈਂ ਉਹਨੂੰ ਕਹਿੰਦਾ ਹੁੰਦਾ ਵੀ ਤੂੰ ਪਰਦਾ ਖਿੱਚਣ ਦੀ ਡਿਊਟੀ ਕਰ ਸਕਦਾ, ਉਹਨੂੰ ਲੱਗਦਾ ਕਿ ਮੈਂ ਤਾਂ ਸਟੇਜ ਤੇ ਬੋਲਣਾ, ਮੇਰਾ ਕੰਮ ਨਹੀਂ ਹੈ। ਪਰ ਜਦੋਂ ਕਿ ਸਟੇਜ ਦੇ ਪਿੱਛੇ ਇੱਕ ਕੋਆਰਡੀਨੇਸ਼ਨ ਚਾਹੀਦੀ ਹੈ, ਉਹ ਜਿਹੜੀ ਇੱਕ ਟੀਮ ਵੈਲਿਊ ਹੈ, ਮੈਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਸਾਨੂੰ ਕੰਮ ਕਰਨ ਦੀ ਆਦਤ ਨਹੀਂ ਹੈ। ਦੂਸਰਾ ਮੇਰਾ ਇੱਕ ਨਜ਼ਰੀਆ ਹੈ, ਜਿਹੜੇ ਲੋਕ ਬੱਚੇ ਪਿੰਡਾਂ 'ਚੋਂ ਆ ਰਹੇ ਆ, ਜੁਆਇੰਟ ਫੈਮਿਲੀ 'ਚੋਂ ਆ ਰਹੇ ਆ, ਗਰੁੱਪ ਫੈਮਿਲੀ 'ਚੋਂ ਆ ਰਹੇ ਆ, ਉਹਨਾਂ ਦਾ ਟੀਮ ਦੇ ਵਿੱਚ ਕੰਮ ਕਰਨਾ, ਸ਼ੇਅਰ ਕਰਨਾ, ਜਿਹੜੀ ਤੁਸੀਂ ਕਿਹਾ ਰਿਸਪੌਂਸਿਬਿਲਿਟੀ ਦੇਣੀ ਤੇ ਲੈਣੀ, ਉਹ ਬਿਹੇਵੀਅਰ ਅਲੱਗ ਹੈ। ਜਿਹੜੇ ਛੋਟੀਆਂ ਫੈਮਿਲੀਜ਼ ਨੇ ਜਿੱਥੇ 1-1 2-2 ਬੱਚੇ ਨੇ, ਉਹ ਉਹਨਾਂ ਦਾ ਮਤਲਬ ਉਹਨਾਂ ਦੀਆਂ ਟੀਮ ਵੈਲਿਊਜ਼ ਫਰਕ ਨੇ। ਦੋਨੋਂ ਅਧਿਆਪਕ ਨੇ ਸਾਡੇ ਕੋਲ। ਡਾਕਟਰ ਹਰਪ੍ਰੀਤ, ਬੱਚਿਆਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਟੀਮ ਵੈਲਿਊਜ਼, ਪਰਿਵਾਰ ਦੀ ਸੰਯੁਕਤ ਪਰਿਵਾਰ, ਜੁਆਇੰਟ ਫੈਮਿਲੀਜ਼, ਉਹਦਾ ਟੀਮ ਵੈਲਿਊਜ਼ ਨਾਲ ਕੀ ਰਿਲੇਸ਼ਨ ਹੈ, ਵਾਈਸ ਵਰਸਾ? ਜੇ ਐਲੀਮੈਂਟਰ ਔਰ ਛੋਟੇ ਫੈਮਿਲੀਜ਼ ਨੇ, ਉਹਨਾਂ ਦਾ ਟੀਮ ਵੈਲਿਊਜ਼ ਨਾਲ ਕੀ ਰਿਲੇਸ਼ਨ ਹੈ? ਐਨੀਥਿੰਗ ਤੁਸੀਂ ਐਡ ਕਰਨਾ ਚਾਹੁੰਦੇ ਹੋ? ਹਾਂਜੀ, ਡੈਫੀਨੇਟਲੀ। ਜੇ ਆਪਾਂ ਆਪਣੇ ਪਿਛੋਕੜ ਵੱਲ ਜਾਈਏ, ਜਦੋਂ ਜੁਆਇੰਟ ਫੈਮਿਲੀਜ਼ ਸੀਗੀਆਂ ਤੇ ਉਦੋਂ ਵੱਡਿਆਂ ਵਿੱਚ ਵੀ ਟੋਲਰੈਂਸ ਕਹਿ ਲਓ ਜ਼ਿਆਦਾ ਸੀ, ਤੇ ਉਹੀ ਚੀਜ਼ ਬੱਚਿਆਂ 'ਚ ਵੀ ਟਰਾਂਸਫਰ ਹੁੰਦੀ ਸੀ। ਤੇ ਜਿਵੇਂ ਮੈਨੂੰ ਯਾਦ ਆ, ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਮੰਮੀ ਨੇ ਪਹਿਲਾਂ ਖਾਣਾ ਬਣਾਉਣਾ ਤੇ ਕਹਿਣਾ ਦਾਦੀ ਜੀ ਨੂੰ ਤੇ ਦਾਦਾ ਜੀ ਨੂੰ ਪਰੋਸ ਕੇ ਪਹਿਲਾਂ ਦੇ ਕੇ ਆਓ, ਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੇ ਖਾਣਾ, ਜਾਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ। ਜੇ ਦਾਦੀ ਜੀ ਦਾਦਾ ਜੀ ਨੇ ਕੁਝ ਕਹਿ ਵੀ ਦੇਣਾ ਤੇ ਮੰਮੀ ਡੈਡੀ ਨੇ ਇਹੀ ਕਹਿਣਾ, ਕੋਈ ਗੱਲ ਨਹੀਂ, ਤੁਹਾਡੇ ਭਲੇ ਲਈ ਕਹਿੰਦੇ ਨੇ। ਔਰ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਪੀਣਾ, ਗੱਲਾਂ ਕਰਨੀਆਂ, ਇਕੱਠੇ ਕੰਮ ਕਰਨਾ, ਉਹ ਚੀਜ਼ਾਂ ਸਾਨੂੰ ਨਾ ਵਿਰਸੇ ਵਿੱਚੋਂ ਮਿਲੀਆਂ। ਕਿਸੇ ਨੇ ਸਾਨੂੰ ਇਹ ਸਿਖਾਇਆ ਨਹੀਂ ਸੀ, ਸਾਨੂੰ ਦਿਖਾਇਆ ਸੀ, ਕਰਕੇ ਦਿਖਾਇਆ ਸੀ। ਜਿਹੜੀ ਉਹ ਰੋਲ ਮਾਡਲਿੰਗ ਹੋਈ ਸੀਗੀ, ਉਹ ਅੱਜ ਵੀ ਸਾਨੂੰ ਯਾਦ ਹੈਗੀ ਹੈ। ਪਰ ਉਹਦੇ ਨਾਲ ਨਾਲ ਜਿਵੇਂ ਹੁਣ ਆਪਣੇ ਫੈਮਿਲੀ ਸਟਰਕਚਰਸ ਛੋਟੇ ਹੁੰਦੇ ਜਾ ਰਹੇ ਨੇ, ਛੋਟੇ ਪਰਿਵਾਰ ਹੈਗੇ ਨੇ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਸਾਡਾ ਪਰਿਵਾਰ ਜੁਆਇੰਟ ਨਹੀਂ ਹੈਗਾ ਤੇ ਇਹ ਚੀਜ਼ਾਂ ਹੋਣਗੀਆਂ ਨਹੀਂ। ਇਹ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਦੀ ਰੇਜ਼ਿੰਗ ਕਿਵੇਂ, ਬ੍ਰਿੰਗਿੰਗ ਅਪ ਕਿਵੇਂ ਕਰ ਰਹੇ ਹੈ। ਛੋਟੇ ਪਰਿਵਾਰਾਂ ਦੇ ਵਿੱਚ ਵੀ ਇਹ ਚੀਜ਼ਾਂ ਹੁਣ ਤੇ ਜਿੰਨੀਆਂ ਸਾਨੂੰ ਮਤਲਬ ਪੇਰੈਂਟਿੰਗ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਹੈਗੀ ਹੈ ਇੱਥੇ ਆ ਕੇ, ਜਾਂ ਜਿਹੜੇ ਸਾਡੇ ਨਵੇਂ ਮਤਲਬ ਜਿਵੇਂ ਸਾਡਾ ਆਪਣਾ ਹੁਣ ਇੱਥੇ ਲੱਕੀਲੀ ਮੇਰਾ ਬੇਟਾ ਆ, ਡਾਟਰ ਇਨ ਲੋ ਆ, ਬੇਟੀ ਨਾਲ ਹੀ ਰਹਿੰਦੀ ਹੈ। ਸੋ ਅਸੀਂ ਤਕਰੀਬਨ ਬੇਟੀ, ਦਮਾਦ, ਸਨ ਇਨ ਲੋ ਜਾਂ ਬੇਟਾ, ਅਸੀਂ ਸਾਰੇ, ਸਾਡਾ ਸ਼ਾਮ ਦਾ ਖਾਣਾ ਇਕੱਠਾ ਹੁੰਦਾ, ਅਸੀਂ ਮੋਸਟਲੀ ਇਕੱਠੇ ਹੀ ਰਹਿੰਦੇ ਹਾਂ। ਸੋ ਸਾਡੀ ਜੁਆਇੰਟ ਫੈਮਿਲੀ, ਬੱਚੇ ਉਹਦੇ ਵਿੱਚ ਪਲ ਰਹੇ ਨੇ, ਸਾਡਾ ਇੱਕ ਡਿਫਰੈਂਟ ਸਿਸਟਮ ਹੈਗਾ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਮਾਂ-ਬਾਪ ਨੇ ਤੇ ਉਹਨਾਂ ਦਾ ਇੱਕ ਬੱਚਾ ਹੈ ਜਾਂ 2 ਬੱਚੇ ਆ, ਉਹਨਾਂ ਵਿੱਚ ਇਹ ਕੁਆਲਿਟੀਜ਼ ਡਿਵੈਲਪ ਨਹੀਂ ਹੋਣਗੇ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਵਿਰਸੇ ਵਿੱਚ ਆਪਣੇ ਬੱਚੇ ਨੂੰ ਕੀ ਸਿਖਾ ਰਹੇ ਹੋ, ਕੀ ਦੇ ਰਹੇ ਹੈਗੇ। ਮੈਂ ਇਹ ਸਮਝਦੀ ਹਾਂ। ਹਰਮੀਤ ਜੀ? ਹਾਂਜੀ ਹਰਮੀਤ ਜੀ, ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਯੰਗਸਟਰ ਬੱਚੇ ਖਾਸ ਕਰਕੇ ਜੁਆਇੰਟ ਫੈਮਿਲੀਜ਼ 'ਚੋਂ ਆਏ, ਜਾਂ ਉਹਨਾਂ ਵਿੱਚ ਲੀਡਰਸ਼ਿਪ ਕੁਆਲਿਟੀਜ਼ ਕਿਵੇਂ ਹੈ, ਟੀਮ ਵੈਲਿਊਜ਼ ਕਿਵੇਂ ਹੈ? ਮੈਂ ਵੀ ਜੀ ਆਪਣਾ ਐਕਸਪੀਰੀਅੰਸ ਲੈ ਕੇ, ਜਾਂ ਜੋ ਮੈਂ ਆਪਣੇ ਸਟੂਡੈਂਟਸ ਵਿੱਚ ਦੇਖਦੀ ਹਾਂ, ਜਾਂ ਮੈਂ ਹੁਣ ਆਪਣੀ ਬੇਟੀ ਵਿੱਚ ਦੇਖ ਰਹੀ ਹਾਂ, ਬਿਕੋਜ਼ ਸ਼ੀ ਇਜ਼ ਐਨ ਓਨਲੀ ਚਾਈਲਡ, ਤੇ ਅਸੀਂ ਇਕੱਲੇ ਰਹਿ ਰਹੇ ਹਾਂ ਇੱਥੇ। ਉਲਟਾ ਜੁਆਇੰਟ ਫੈਮਿਲੀ ਸਪੋਰਟ ਸਿਸਟਮ ਬਹੁਤ ਸਟਰੋਂਗ ਹੈ, ਨੋ ਡਾਊਟ ਅਬਾਊਟ ਦੈਟ। ਪਰ ਬਹੁਤ ਬੱਚੇ ਨੇ ਜਿਹੜੇ ਕਿ ਚੁੱਪ ਰਹਿ ਜਾਂਦੇ ਨੇ। ਜਿਵੇਂ ਹਰਪ੍ਰੀਤ ਜੀ ਨੇ ਹੁਣੇ ਹੀ ਕਿਹਾ ਕਿ ਵੱਡੇ ਨੇ, ਉਹਨਾਂ ਦੇ ਅੱਗੇ ਬੋਲਣਾ ਨਹੀਂ ਹੈ, ਜੇ ਉਹਨਾਂ ਨੇ ਕੁਝ ਕਿਹਾ ਤੇ ਚੁੱਪ ਵੀ ਰਹਿ ਜਾਓ। ਇੱਕ ਲੀਡਰਸ਼ਿਪ ਲੀਡਰ ਉਹ ਵੀ ਹੁੰਦਾ ਜਿਹੜਾ ਚੈਲੰਜ ਕਰੇ, ਜਿਹੜਾ ਕੁਐਸਚਨ ਕਰੇ, ਤੇ ਜਿਹੜਾ ਸਾਨੂੰ ਸਿਖਾ ਸਕੇ। ਤੇ ਅਸੀਂ ਉਹ ਛੋਟੇ ਉਮਰ ਤੋਂ ਹੀ ਬੱਚੇ ਵਿੱਚ ਇਨਕਲਕੇਟ ਕਰਨਾ ਹੈ, ਜੋ ਕਿ ਮੈਂ ਸਮਝਦੀ ਹਾਂ। ਮੈਂ ਬਹੁਤ ਆਪਣੇ ਸਟੂਡੈਂਟਸ ਤੋਂ ਹੀ, ਮੈਂ ਤੁਹਾਨੂੰ ਦੱਸਿਆ ਮੈਂ ਪ੍ਰੈਪ ਵੀ ਲਿੱਤੀ ਹੈ ਤੇ ਗ੍ਰੇਡ 5-6 ਵੀ ਲਿੱਤਾ ਹੈ। ਉਸ ਏਜ ਵਿੱਚ ਯੂ ਕੈਨ ਸੀ ਕਿ ਜੇ ਤੁਸੀਂ ਬੱਚੇ ਨੂੰ ਇੱਕ ਵਾਰੀ ਮਨਾ ਕਰਤਾ ਇਹ ਸੋਚ ਕੇ ਕਿ ਵੱਡਾ ਹੈ ਜਾਂ ਪੂਰੀ ਫੈਮਿਲੀ ਬੈਠੀ ਹੈ ਤੇ ਮੈਂ ਨਾ ਬੋਲਾਂ, ਉਹਨੂੰ ਇਹ ਸਿਖਾਣਾ ਹੈ ਕਿ ਪੋਲਾਈਟ ਹੋਣਾ ਹੈ, ਤੁਸੀਂ ਉਹਨਾਂ ਨੂੰ ਕੱਟਣਾ ਨਹੀਂ ਹੈ, ਪਰ ਆਪਣਾ ਪੁਆਇੰਟ ਆਫ ਵਿਊ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਚੈਲੰਜ ਕਰਨਾ ਬਹੁਤ ਜ਼ਰੂਰੀ ਹੈ ਬੱਚਿਆਂ ਲਈ। ਤੇ ਅੱਜ ਕੱਲ ਦੇ ਟਾਈਮ ਤੇ ਸਪੈਸ਼ਲੀ ਜਿੱਥੇ ਇੰਨਾ ਕੰਪੀਟੀਸ਼ਨ ਹੋ ਚੁੱਕਾ ਹੈ, ਬੱਚਿਆਂ ਨੂੰ ਸਰਵਾਈਵ ਕਰਨ ਲਈ ਆਪਣੇ ਆਪ ਨੂੰ ਪ੍ਰੂਵ ਕਰਨਾ ਹੀ ਪੈਂਦਾ ਹੈ। ਆਈ ਥਿੰਕ ਲੀਡਰਸ਼ਿਪ ਕਮਸ ਫਰੋਮ ਚੈਲੰਜਸ। ਤੇ ਅੱਛਾ ਲੀਡਰ ਉਹੀ ਹੈ ਜਿਹੜਾ ਕਿ ਵੀਰ ਜੀ ਨੇ ਜਿਵੇਂ ਕਿਹਾ ਮੈਂਟੋਰ ਹੋਏ, ਪਰ ਚੈਲੰਜ ਕਰ ਸਕੇ ਆਪਣੀ ਟੀਮ ਨੂੰ, ਤੇ ਸਾਰਿਆਂ ਨੂੰ ਲੈ ਕੇ ਨਾਲ ਚੱਲੇ ਤੇ ਸਿਖਾ ਸਕੇ। ਬੇਸਿਕਲੀ ਐਨੀਵਨ ਹੂ ਕੈਨ ਟੀਚ ਯੂ ਐਨੀ ਨਿਊ ਥਿੰਗ, ਉਹ ਅੱਜ ਕੱਲ ਦੇ ਯੰਗਸਟਰਸ ਬਹੁਤ ਜ਼ਿਆਦਾ ਲੈ ਕੇ ਆ ਰਹੇ ਨੇ ਨੌਲੇਜ ਬੇਸ ਆਪਣਾ। ਤੇ ਬਹੁਤ ਵਧੀਆ ਤੁਸੀਂ ਦੋਨੋਂ ਡਾਕਟਰ ਹਰਪ੍ਰੀਤ ਤੇ ਹਰਮੀਤ ਜੀ ਨੇ ਗੱਲਾਂ ਕੀਤੀਆਂ, ਔਰ ਬਹੁਤ ਹੈਲਦੀ ਡਿਸਕਸ਼ਨ ਕੀਤੀ। ਚੈਲੰਜਸ ਲੈਣੇ ਕਿਸੇ ਲੀਡਰ ਲਈ ਬਹੁਤ ਵਧੀਆ ਗੱਲ ਹੈ, ਔਰ ਚੈਲੰਜਸ ਅਸੀਂ ਟੀਮ ਦੇ ਵਿੱਚ ਲੈ ਕੇ, ਟੀਮ ਦੇ ਵਿੱਚ ਸਾਨੂੰ ਜ਼ਿਆਦਾ ਅਪਰਚੁਨਿਟੀਜ਼ ਮਿਲਦੀਆਂ ਕਿ ਅਸੀਂ ਚੈਲੰਜ ਲੈ ਸਕਦੇ ਹਾਂ।
ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਟੀਮ ਲੀਡਰਸ਼ਿਪ ਦੀ ਗੱਲ ਕੀਤੀ। ਸੰਜੇ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਟੀਮ ਕੁਆਲਿਟੀਜ਼ ਉੱਤੇ ਇਸ ਤੋਂ ਇਲਾਵਾ? ਵੀ ਸਾਨੂੰ ਮੇਰਾ ਬੇਸਿਕ ਕੰਸਰਨ ਹੈ ਕਿ ਜਿਹੜੇ ਪੰਜਾਬੀ ਕਮਿਊਨਿਟੀ ਹੈ ਕਿ ਇਹਨਾਂ ਦੇ ਵਿੱਚ ਟੀਮ ਵੈਲਿਊਜ਼ ਹੈਗੀਆਂ, ਕਿ ਅਸੀਂ ਆਪਸ ਦੇ ਵਿੱਚ ਮਿਲ ਕੇ ਚੱਲਣ ਦੀ ਸਾਡੇ 'ਚ ਸਪਿਰਿਟ ਹੈਗੀ ਹੈ। ਜੇ ਅਸੀਂ ਦੇਖਦੇ ਹਾਂ ਅਕਸਰ ਆਮ ਤੌਰ ਤੇ ਇੱਕ ਗਿਲਾ ਸਾਨੂੰ ਰਹਿੰਦਾ, ਜੇ ਅਸੀਂ ਬਿਜ਼ਨਸ ਪ੍ਰੋਫਾਈਲ ਦੀ ਗੱਲ ਕਰਦੇ, ਕਹਿੰਦਾ ਵੀ ਇੱਕ ਬਿਜ਼ਨਸ ਖੋਲਦਾ ਉਹਦੀ ਵੇਖੋ ਵੇਖੀ ਦੂਸਰੇ ਖੋਲ ਲੈਂਦੇ ਆ, ਇੱਕ ਪ੍ਰੋਗਰਾਮ ਕਰਾਉਂਦਾ ਉਹਦੀ ਵੇਖੋ ਵੇਖੀ ਦੂਸਰੇ ਪ੍ਰੋਗਰਾਮ ਕਰਾ ਲੈਂਦੇ ਆ, ਇੱਕ ਜੇ ਕੋਈ ਆਈਡੀਆ ਦਿੰਦਾ ਹੈ ਉਹਦੇ ਵੇਖੋ ਵੇਖੀ ਉਹਦਾ ਆਈਡੀਆ ਲੈ ਕੇ ਦੂਸਰਾ ਮੇਰਾ ਪ੍ਰੋਗਰਾਮ ਗੱਲ ਕਰ ਲੈਂਦੇ ਆ। ਸਾਡੇ ਵਿੱਚ ਭਾਈਚਾਰੇ 'ਚ ਕਈ ਰਿਫਟ ਵੀ ਇਸ ਗੱਲ ਤੇ ਹੋਈਆਂ, ਮੈਂ ਅਕਸਰ ਇਹ ਦੇਖੀਆਂ ਆ ਕੇ। ਮੈਂ ਉਦੋਂ ਵੇਖਦਾ ਹੁੰਦਾ ਵੀ ਐਵਰੀਬਡੀ ਹੈਜ਼ ਅ ਕੇਸ, ਹਰ ਕੋਈ ਕਰ ਸਕਦਾ, ਪਰ ਕੀ ਆਪਾਂ ਮਿਲ ਕੇ ਚੱਲ ਸਕਦੇ ਹਾਂ? ਕਿ ਇੱਕ ਆਰਗੇਨਾਈਜੇਸ਼ਨ ਦੂਸਰੀ ਆਰਗੇਨਾਈਜੇਸ਼ਨ ਨਾਲ ਕੋਆਰਡੀਨੇਟ ਕਰਕੇ ਆਪਣਾ ਕੰਮ ਕਰ ਸਕਦੀ ਹੈ? ਕਿ ਜਿਹੜੇ ਹਰ ਇੱਕ ਦਾ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਕਿਸੇ ਮਸਲੇ ਦੇ ਉੱਤੇ, ਅਸੀਂ ਇੱਕ ਟੀਮ ਦੇ ਵਿੱਚ ਕਿਸੇ ਦੇ ਡਿਫਰੈਂਸ ਆਫ ਓਪੀਨੀਅਨ ਨੂੰ ਕਿਵੇਂ ਐਕਸੈਪਟ ਕਰਦੇ ਹਾਂ? ਕਿ ਸਾਡੇ 'ਚ ਟ੍ਰੇਨਿੰਗ ਹੈ ਕਿ ਮੇਰਾ ਓਪੀਨੀਅਨ ਸੰਜੇ ਨਾਲੋਂ ਅਲੱਗ ਹੈ, ਪਰ ਫਿਰ ਵੀ ਅਸੀਂ ਇਕੱਠੇ ਰਹਿ ਕੇ ਕੰਮ ਕਰ ਸਕਦੇ ਹਾਂ। ਜਾਂ ਮੈਂ ਸਮਝਦਾ ਤੂੰ ਮੇਰੀ ਗੱਲ ਨਹੀਂ ਮੰਨਦਾ, ਵਾਟਐਵਰ ਇਜ਼ ਬਲਾ ਬਲਾ ਹੋ ਸਕਦਾ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਲੜਦੇ ਨੇ ਇੱਕ ਕਿਸਮ ਦੇ। ਮੈਂ ਸਮਝਦਾ ਡਿਫਰੈਂਸ ਆਫ ਓਪੀਨੀਅਨ ਹੈ, ਤੁਹਾਡੀ ਐਕਸਪ੍ਰੈਸ਼ਨ ਪਾਵਰ ਹੈ, ਤੁਸੀਂ ਸੁਣੋ, ਨਹੀਂ ਸੁਣੋ ਤੁਸੀਂ ਬੰਦ ਕਰ ਦਿਓ। ਪਰ ਕੀ ਅਸੀਂ ਇੱਕ ਟੀਮ ਦੇ ਵਿੱਚ ਜਿੱਥੇ ਡਿਫਰੈਂਟ ਆਈਡੀਆਜ਼ ਹੋਣ, ਖਾਸ ਕਰਕੇ ਜਦੋਂ ਅਸੀਂ ਮਲਟੀਕਲਚਰਿਜ਼ਮ ਦੀ ਗੱਲ ਕਰਦੇ ਹਾਂ, ਪੀਪਲ ਫਰਮ ਡਾਈਵਰਸਿਫਾਈਡ ਬੈਕਗਰਾਉਂਡ ਤੋਂ ਨੇ, ਉਹਨਾਂ ਦੀ ਸੋਚ ਅਲੱਗ ਹੋ ਸਕਦੀ ਹੈ, ਉਹਨਾਂ ਦੀਆਂ ਆਈਡੀਆਜ਼ ਅਲੱਗ ਹੋ ਸਕਦੀਆਂ, ਉਹਨਾਂ ਦੀ ਕਲਚਰ ਪ੍ਰੈਫਰੈਂਸ ਅਲੱਗ ਹੋ ਸਕਦੀ ਹੈ। ਅਸੀਂ ਉਸ ਡਿਫਰੈਂਸ ਆਫ ਓਪੀਨੀਅਨ ਦੇ ਵਿੱਚ ਕਿਵੇਂ ਬੈਠਦੇ ਹਾਂ? ਜੇ ਇਹ ਟ੍ਰੇਨਿੰਗ ਮੈਂ ਸਮਝਦਾ ਸਕੂਲਾਂ ਦੇ ਵਿੱਚ ਹੈਗੀ ਆ, ਸਕੂਲਾਂ ਦੇ ਵਿੱਚ ਮਿਲ ਕੇ ਬੈਠ ਕੇ ਚੱਲਣ ਦੀ ਗੱਲ ਹੈਗੀ ਆ, ਮੈਂ ਸਮਝਦਾ ਇਹ ਬਹੁਤ ਜ਼ਰੂਰੀ ਹੈ। ਮੈਨੂੰ ਕਈ ਵਾਰੀ ਖਾਸ ਤੌਰ ਤੇ ਪਰਸਨਲ ਓਪੀਨੀਅਨ ਹੈ, ਮੇਰਾ ਬੜੀ ਹੈਰਾਨੀ ਹੁੰਦੀ ਹੈ ਜਦੋਂ ਕਹਿੰਦੇ ਕਿ ਇੱਕ ਐਕਸ ਸਕੂਲ ਦੇ ਵਿੱਚ ਵਾਈ ਬੱਚੇ ਨੂੰ ਅਲਾਉ ਨਹੀਂ ਕੀਤਾ ਗਿਆ। ਮੈਂ ਸਮਝਦਾ ਇੱਕ ਕਮਿਊਨਿਟੀ ਆਪਣੀ ਐਜੂਕੇਸ਼ਨ ਨੂੰ ਕਿਵੇਂ ਡਿਵਾਈਡ ਕਰ ਸਕਦੀ ਹੈ ਮਾਡਰਨ ਵਰਲਡ ਦੇ ਵਿੱਚ ਗਲੋਬਲਾਈਜ਼ ਲੋਕਾਂ ਨਾਲ ਗੱਲ ਕਰਨ ਤੋਂ। ਤੁਸੀਂ ਇੱਕ ਐਕਸ ਕਮਿਊਨਿਟੀ ਨੂੰ ਐਕਸ ਲੋਕਾਂ 'ਚ ਡਿਵੈਲਪ ਕਰੋ। ਉਹ ਬੰਦਾ ਜਦੋਂ ਸਾਰੇ ਓਪਨ ਮਾਰਕੀਟ ਬਣ ਰਹੀ ਹੈ, ਅਸੀਂ ਅੱਜ ਇੱਥੇ ਬੈਠ ਕੇ ਅਸੀਂ ਪੂਰੇ ਗਲੋਬ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਕਿਵੇਂ ਉਹ ਸਪਿਰਿਟਸ ਆਉਣਗੀਆਂ? ਟੀਮ ਵੈਲਿਊਜ਼, ਡਿਫਰੈਂਸ ਆਫ ਓਪੀਨੀਅਨ ਰੱਖਣਾ ਲੀਡਰਸ਼ਿਪ ਦਾ ਸ਼ਾਇਦ ਪਹਿਲਾ ਕੰਮ ਅਸਰ, ਜਿਹਨੂੰ ਕਹਿੰਦੇ ਅਸਰ ਹੈ। ਸੰਜੇ ਜੀ, ਕਮਿਊਨਿਟੀ ਦੇ ਵਿੱਚ ਟੀਮ ਵੈਲਿਊਜ਼ ਨਹੀਂ ਹਨ ਜਾਂ ਆਪਾਂ ਮਿਲ ਕੇ ਚੱਲਦੇ ਜਾਂ ਨਹੀਂ ਚੱਲਦੇ, ਇਹਦੇ ਬਾਰੇ ਕੀ ਖਿਆਲ ਹੈ? ਜੇ ਕਮਿਊਨਿਟੀ ਲੀਡਰਸ਼ਿਪ ਦੀ ਹੁਣ ਅਸੀਂ ਗੱਲ ਕਰਦੇ ਹਾਂ। ਇਹ ਤੁਸੀਂ ਕਾਫੀ ਜ਼ਿਆਦਾ ਕੁਐਸਚਨ ਮਤਲਬ ਇੱਕ ਵਾਰ ਕਰਤੇ ਨੇ, ਪਰ ਮੈਂ ਮੈਂ ਇਸ ਤਰ੍ਹਾਂ ਲੈ ਕੇ ਚੱਲਿਆ ਕਿ ਆਰਗੇਨਾਈਜੇਸ਼ਨ ਪਰਸਪੈਕਟਿਵ ਤੋਂ ਇੱਕ ਤੇ ਸੀ ਟੀਮ ਦੇ ਵਿੱਚ ਡਿਫਰੈਂਸ ਹੈ, ਇੱਕ ਆਰਗੇਨਾਈਜੇਸ਼ਨ ਦੂਸਰੀ ਆਰਗੇਨਾਈਜੇਸ਼ਨ ਨਾਲ ਕਿਉਂ ਨਹੀਂ ਮਿਲਦੀ, ਕਿਉਂ ਅਸੀਂ ਭੇਡ ਚਾਲ ਜਾਂ ਕਿਉਂ ਅਸੀਂ ਇੱਕ ਦੂਜੇ ਨਾਲ ਰੇਸਿਜ਼ਮ ਦੇ ਵਿੱਚ ਪੈਂਦੇ ਹਾਂ ਇਨਸਟੈਡ ਕਿ ਅਸੀਂ ਇੱਕ ਦੂਜੇ ਨੂੰ ਕੋਆਪਰੇਟ ਹੋ ਕੇ ਚੱਲੀਏ। ਕਮਿਊਨਿਟੀ, ਓਕੇ ਜੀ, ਮੈਂ ਥੋੜਾ ਕਮਿਊਨਿਟੀ ਆਰਗੇਨਾਈਜੇਸ਼ਨ ਦਾ ਪਹਿਲਾਂ ਕਲੀਅਰ ਕਰਦਾ। ਕਮਿਊਨਿਟੀ ਆਰਗੇਨਾਈਜੇਸ਼ਨ ਦਾ ਉਰੇ ਸਟਰਕਚਰ ਬਹੁਤੇ ਲੋਕਾਂ ਨੂੰ ਕਲੀਅਰ ਨਹੀਂ ਹੈਗਾ। ਉਹਦਾ ਕਾਰਨ ਇੱਕ ਤਾਂ ਇਹ ਹੈ ਵੀ ਉੱਥੇ ਜੋ ਸਾਡੀ ਬੈਕਗਰਾਉਂਡ ਹੈ, ਉੱਥੇ ਪਹਿਲੀ ਗੱਲ ਤਾਂ NGO ਦਾ ਕਲਚਰ ਹੀ ਨਹੀਂ ਆਪਣੇ ਉੱਥੇ ਹੁੰਦਾ ਸੀਗਾ, ਹੈਨਾ। NGO ਦਾ ਇੱਕ ਨਾ ਕਿਸੇ ਨੂੰ ਕੋਈ ਸਟਰਕਚਰ ਪਤਾ ਹੁੰਦਾ ਸੀ, ਨਾ ਇਹ ਕਿੱਦਾਂ ਵਰਕ ਕਰਦੀ ਹੈ, ਇਹ ਚੀਜ਼ ਬਾਰੇ ਪਤਾ ਹੁੰਦਾ ਸੀ। ਦੂਜੀ ਚੀਜ਼ ਇਹ ਹੁੰਦੀ ਸੀ ਵੀ ਜਿਵੇਂ ਅਗਰ ਮੇਰੀ NGO ਕਿਸੇ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ, ਅਗਰ ਹਰਮੀਤ ਜੀ ਦੀ NGO ਉਸੇ ਪ੍ਰੋਜੈਕਟ ਤੇ ਆ ਕੇ ਆਪਣੇ, ਤਾਂ ਮੈਨੂੰ ਡਰ ਪੈ ਜਾਏਗਾ ਵੀ ਕਿਤੇ ਉਹ ਮੇਰਾ ਚੀਜ਼ ਨਾ ਲੈ ਜਾਣ, ਜਦ ਕਿ ਇਹੋ ਜਿਹਾ ਕੋਈ ਗੱਲ ਨਹੀਂ ਹੈ। ਫॉर एग्जांपल ਉਹਦੇ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਬਹੁਤ ਮੇਜਰ ਇਸ਼ੂ ਆਪਣੇ, ਹੈ ਨਾ। ਸਾਡੀ ਆਰਗੇਨਾਈਜੇਸ਼ਨ ਅਗਰ ਉਸ ਤੇ ਕੰਮ ਕਰਦੀ ਹੈ, ਹਰਮੀਤ ਜੀ ਅਗਰ ਆਪਣੀ ਪਰਸਨਲ ਕੈਪੈਸਿਟੀ ਦੇ ਵਿੱਚ ਉਸ ਇਸ਼ੂ ਦੇ ਉੱਤੇ ਕੰਮ ਕਰਦੇ ਨੇ, ਤਾਂ ਉਹ ਸਾਡਾ ਭਾਰ ਘਟ ਰਿਹਾ ਹੈ, ਕਮਿਊਨਿਟੀ ਦਾ ਭਾਰ ਘਟ ਰਿਹਾ ਹੈ, ਉਹ ਪੁਲਿਸ ਦਾ ਭਾਰ ਘਟ ਰਿਹਾ ਹੈ, ਇੱਥੋਂ ਦੀ ਜੁਰਿਸਡਿਕਸ਼ਨ ਦਾ ਭਾਰ ਘਟ ਰਿਹਾ ਹੈ। ਅਸੀਂ ਉਸ ਨੂੰ ਦੇਖੀਏ, ਅਸੀਂ ਇਹ ਨਾ ਦੇਖੀਏ ਵੀ ਹਰਮੀਤ ਜੀ ਨੇ ਵੀ ਇਹ ਕੰਮ ਸਟਾਰਟ ਕਰ ਲਿਆ ਤੇ ਮੈਨੂੰ ਇਸ ਨਾਲ ਕੋਈ ਨੁਕਸਾਨ ਹੋਏਗਾ, ਨਹੀਂ। ਇਹ ਕਿਸੇ ਕੋਈ ਕੰਪਨੀ ਹੋਵੇ, ਕੋਈ ਦੁਕਾਨ ਹੋਵੇ, ਕੋਈ ਆਪਣਾ ਬਿਜ਼ਨਸ ਚੱਲਦਾ ਹੋਵੇ, ਦੈਟਸ ਅ ਸੈਪਰੇਟ ਇਸ਼ੂ। ਉੱਥੇ ਮੈਂ ਮੰਨਦਾ, ਠੀਕ ਹੈ, ਤੁਹਾਡੇ ਗਾਹਕ ਵੰਡੇ ਜਾਣਗੇ, ਬਟ ਐਜ਼ ਅ NGO ਅਗਰ ਤੁਸੀਂ ਕੰਮ ਕਰ ਰਹੇ ਹੋ, ਮੈਨੂੰ ਨਹੀਂ ਲੱਗਦਾ ਉਰੇ ਕਿਸੇ ਨੂੰ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ। ਸਗੋਂ ਤੁਸੀਂ ਇਕੱਠੇ ਹੋ ਕੇ ਤੁਹਾਡੀ ਇਹ ਤੁਹਾਡੀਆਂ ਬਾਹਾਂ ਨੇ, ਤੁਸੀਂ ਇਕੱਠੇ ਹੋ ਕੇ ਕੰਮ ਕਰੋ। ਸਗੋਂ ਉਰੇ ਦੀ ਸਰਕਾਰ ਵੀ ਤੁਹਾਨੂੰ ਦੇਖੇਗੀ ਵੀ ਹਾਂ ਇੱਕ ਭਾਈਚਾਰਾ ਇਕੱਠਾ ਹੋ ਕੇ ਅਗਰ ਕੰਮ ਕਰ ਰਿਹਾ, ਤਾਂ ਉਹ ਡੈਫੀਨਿਟਲੀ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਜ਼ਿਆਦਾ ਸਟਰੋਂਗ ਹੋਏਗੀ। ਦੂਜੀ ਤੁਹਾਡੀ ਚੀਜ਼ ਦਾ ਮੈਂ ਇੱਕ ਆਨਸਰ ਦੂਜਾ ਇਹਦਾ ਦਊਂਗਾ ਜੀ, ਜਿਹੜੀ ਆਪਣੀਆਂ ਮੋਰਲ ਵੈਲਿਊਜ਼ ਨੇ, ਉਹ ਡੈਫੀਨਿਟਲੀ ਸਾਨੂੰ ਇੰਟਰੋਸਪੈਕਟ ਕਰਨ ਦੀ ਲੋੜ ਹੈ। ਖਾਸ ਕਰ ਜਿਹੜੇ ਸਾਡੀ ਏਜ ਤੋਂ ਬਾਅਦ, ਜਿਵੇਂ ਮੈਂ 83 ਬੌਰਨ ਆ, ਵੀ ਇਹ ਤੋਂ ਕਹਿ ਲਓ ਵੀ ਬਾਅਦ ਜਿਹੜੇ ਜਿੰਨੇ ਵੀ ਔਨਵਰਡਸ ਨੇ, ਹਨਾ, ਸਾਨੂੰ ਇੰਟਰੋਸਪੈਕਟ ਕਰਨ ਦੀ ਲੋੜ ਹੈ ਵੀ ਅਸੀਂ ਮੋਰਲ ਵੈਲਿਊਜ਼ ਜਿਹੜੀਆਂ ਹੈਗੀਆਂ ਨੇ, ਜੋ ਸਾਨੂੰ ਆਪਣੇ ਧਾਰਮਿਕ ਕਿਤਾਬਾਂ 'ਚ ਦੱਸੀਆਂ ਗਈਆਂ ਜਾਂ ਉੱਥੇ
ਸਕੂਲਾਂ ਸਿਖਾਈਆਂ ਜਾਂਦੀਆਂ, ਕੀ ਅਸੀਂ ਉਹੀ ਲੈ ਕੇ ਅਸੀਂ ਅੱਗੇ ਵੱਧ ਰਹੇ ਹਾਂ? ਤੇ ਅਗਰ ਅਸੀਂ ਵੱਧ ਰਹੇ ਹਾਂ ਤਾਂ ਮੇਰਾ ਫਿਰ ਉਹਨਾਂ ਸਾਰੇ ਬੰਦਿਆਂ ਨੂੰ ਕੁਐਸਚਨ ਹੈਗਾ, ਅਸੀਂ ਆਪਣੇ ਮੈਂਟੋਰ ਕਿਉਂ ਨਹੀਂ ਬਣਾ ਪਾ ਰਹੇ? ਦਾ ਰੀਜ਼ਨ ਇਜ਼ ਦੈਟ ਕਿਉਂਕਿ ਅਸੀਂ ਉਹ ਵੈਲਿਊਜ਼ ਕਿਤੇ ਨਾ ਕਿਤੇ ਲੈਕ ਕਰ ਰਹੇ ਹਾਂ, ਇਸੇ ਕਰਕੇ ਸਾਡੇ ਮੈਂਟੋਰਸ ਨਹੀਂ ਆ ਰਹੇ। ਸਾਨੂੰ ਲੋਕੀ ਐਜ਼ ਅ ਮੈਂਟੋਰ ਨਹੀਂ ਮੰਨਦੇ, ਜਾਂ ਸਾਨੂੰ ਨਹੀਂ ਕੋਈ ਅੱਛਾ ਸਮਝਦਾ, ਜਾਂ ਅਸੀਂ ਕਿਸੇ ਨੂੰ ਅੱਗੇ ਚੰਗਾ ਨਹੀਂ ਸਮਝਦੇ ਜਿਨ੍ਹਾਂ ਨੂੰ ਅਸੀਂ ਆਪਣਾ ਮੈਂਟੋਰ ਬਣਾ ਸਕੀਏ। ਤੀਜੀ ਚੀਜ਼ ਜਿਹੜੀ ਐਨਜੀਓ ਦੇ ਤੇ ਇਹਨਾਂ ਦੀ ਤੁਸੀਂ ਦੱਸੀ ਹੈ, ਇਹਨੂੰ ਓਵਰਆਲ ਮੈਂ ਕਹੂੰਗਾ ਆਪਾਂ ਨੂੰ ਅਕਾਊਂਟੇਬਿਲਿਟੀ ਐਸਟੈਬਲਿਸ਼ ਕਰਨੀ ਚਾਹੀਦੀ ਹੈ। ਹੁਣ ਜਿਵੇਂ ਤੁਸੀਂ ਅੱਜ ਇੱਕ ਅਕਾਊਂਟੇਬਿਲਿਟੀ ਐਸਟੈਬਲਿਸ਼ ਕਰ ਰਹੇ ਹੋ ਲੀਡਰ ਦੀ ਫॉर ਐਗਜ਼ਾਮਪਲ, ਹੈ ਨਾ ਜੀ, ਐਵੇਂ ਆਪਾਂ ਨੂੰ ਐਨਜੀਓਜ਼ ਦੀ ਅਕਾਊਂਟੇਬਿਲਿਟੀ ਐਸਟੈਬਲਿਸ਼ ਕਰਨੀ ਚਾਹੀਦੀ ਹੈ। ਇਹ ਨਹੀਂ ਕੋਈ ਐਨਜੀਓ 2 ਸਾਲ ਪਹਿਲਾਂ ਸਟਾਰਟ ਹੋਈ ਸੀ ਤੇ ਅੱਜ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ, ਜਾਂ 4 ਸਾਲ ਪਹਿਲਾਂ ਸਟਾਰਟ ਹੋਈ ਸੀ, ਅੱਜ ਉਹਦਾ ਨਾਮ ਚੇਂਜ ਕਰਕੇ XYZ ਸੀਗਾ, ਉਹਦਾ ਨਾਮ ਚੇਂਜ ਕਰਕੇ ABC ਰੱਖ ਦਿੱਤਾ ਗਿਆ। ਉਹੀ ਫਿਰ ਕੁਐਸਚਨ ਵਾਲੀ ਗੱਲ ਹਰਮੀਤ ਜੀ ਦੀ ਆ ਜਾਂਦੀ ਹੈ। ਸਾਨੂੰ ਕੁਐਸਚਨ ਪੁੱਛਣੇ ਆਣੇ ਚਾਹੀਦੇ ਨੇ ਵੀ ਤੁਸੀਂ ਆਪਣੀ ਆਰਗੇਨਾਈਜੇਸ਼ਨ ਦਾ ਨਾਮ ਚੇਂਜ ਕਿਉਂ ਕੀਤਾ, ਤੁਸੀਂ ਆਰਗੇਨਾਈਜੇਸ਼ਨ ਬੰਦ ਕਿਉਂ ਕੀਤੀ, ਜਾਂ ਤੁਸੀਂ ਜਿਹੜੀ ਚੀਜ਼ ਲੈ ਕੇ ਸਟਾਰਟ ਹੋਈ ਸੀ, ਤੁਸੀਂ ਕੰਮ ਤਾਂ ਲੈ ਕੇ ਸਟਾਰਟ ਹੋਈ ਸੀ ਡੋਮੈਸਟਿਕ ਵਾਇਲੈਂਸ ਦਾ, ਅੱਜ ਤੁਹਾਡੀ ਆਰਗੇਨਾਈਜੇਸ਼ਨ ਲੈ ਕਰਾਉਣ ਲੱਗੀ। ਇਹ ਸਾਨੂੰ ਕੁਐਸਚਨ ਪੁੱਛਣੇ ਪੈਣੇ, ਅਗਰ ਨਹੀਂ ਪੁੱਛਾਂਗੇ ਅਕਾਊਂਟੇਬਿਲਿਟੀ ਸਾਨੂੰ ਸਥਾਪਿਤ ਕਰਨੀ ਪੈਣੀ ਹੈ ਆਪਣੇ ਬੰਦਿਆਂ ਦੀ। ਅਗਰ ਅਸੀਂ ਨਹੀਂ ਕਮਿਊਨਿਟੀ ਅਕਾਊਂਟੇਬਿਲਿਟੀ ਕਿਵੇਂ ਫਿਕਸ ਕਰੇ? ਮਤਲਬ ਕਮਿਊਨਿਟੀ ਇੱਕ ਸਿਸਟਮ ਦੇ ਵਿੱਚ ਜਿਹੜਾ ਲੀਡਰ ਹੈ, ਇਹਦਾ ਮਤਲਬ ਜਿਹੜਾ ਸੋਸ਼ਲ ਲੀਡਰ ਹੈ, ਉਹ ਕਮਿਊਨਿਟੀ ਕਿਵੇਂ ਅਕਾਊਂਟੇਬਿਲਿਟੀ ਫਿਕਸ ਕਰੇ ਉਹਦੇ ਤੇ? ਕਮਿਊਨਿਟੀ ਏਦਾਂ ਦੇ ਪ੍ਰੋਗਰਾਮ ਹੋਰ ਵਧਾ ਕਰਕੇ ਜੀ, ਜਿਵੇਂ ਅੱਜ ਆਪਣਾ ਪ੍ਰੋਗਰਾਮ ਹੋ ਰਿਹਾ ਹੈ, ਉਰੇ ਤੁਸੀਂ ਲੀਡਰ ਜਿੰਨੇ ਆਪਣੇ ਹੈਗੇ ਨੇ, ਲੋਕਲ ਲੀਡਰ ਨੇ, ਫੈਡਰਲ ਲੈਵਲ ਦੇ ਲੀਡਰ ਨੇ, ਇਹਨਾਂ ਨੂੰ ਏਦਾਂ ਦੇ ਪ੍ਰੋਗਰਾਮਸ ਦੇ ਵਿੱਚ ਕਮਿਊਨਿਟੀ ਦੇ ਰੂਬਰੂ ਆਉਣਾ ਚਾਹੀਦਾ, ਖੁੱਲ ਕੇ ਗੱਲਬਾਤ ਕਰਨ, ਸਾਡੇ ਮੁੱਦੇ ਡਿਸਕਸ ਕਰਨ। ਮੈਂ ਅਗਰ ਕਮਿਊਨਿਟੀ ਐਜ਼ ਅ ਕਮਿਊਨਿਟੀ ਮੈਂਬਰ ਹੋਵਾਂ, ਮੇਰਾ ਇਹਦੀ ਤਰੀਕ 'ਚ ਮੁੱਦਾ ਇਹ ਹੈ ਕਿ ਮੈਂ ਐਜ਼ ਅ ਸਟੂਡੈਂਟ ਆਇਆ ਸੀ, ਤਾਂ ਮੈਂ ਕਾਫੀ ਚੀਜ਼ਾਂ ਮੈਨੂੰ ਪਤਾ ਨੇ ਕਿ ਸਟੂਡੈਂਟਸ਼ਿਪ ਦੇ ਵਿੱਚ ਔਖਿਆਈ ਆਉਂਦੀ ਹੈ, ਚਾਹੇ ਉਹ ਜੌਬ ਸਰਚ ਨੂੰ ਲੈ ਕੇ ਹੈ, ਚਾਹੇ ਉਹ ਘਰ ਨੂੰ ਐਸਟੈਬਲਿਸ਼ਮੈਂਟ ਨੂੰ ਲੈ ਕੇ ਹੈ, ਚਾਹੇ ਮੈਨੂੰ ਆਈਸੋਲੇਸ਼ਨ ਨੂੰ ਲੈ ਕੇ ਹੈ। ਤਾਂ ਇਹ ਸਾਡੇ ਮੁੱਦੇ ਹੋਣੇ ਚਾਹੀਦੇ ਨੇ। ਸਾਡਾ ਮੁੱਦਾ ਕੋਈ ਧਾਰਮਿਕ, ਮੈਂ ਵੀ ਅੱਜ ਜੀ ਇੱਥੇ ਕੋਈ ਚੀਜ਼ ਬਣਾ ਦਾਂਗਾ, ਹੈ ਨਾ, ਇੱਕ ਤਰ੍ਹਾਂ ਦੀ ਕਮਿਊਨਿਟੀ ਮੇਰੇ ਨਾਲ ਆ ਜਾਵੇ, ਜਾਂ ਦੂਜਾ ਬੰਦਾ ਖੜਾ ਹੋ ਜਾਵੇ ਧਰਮ ਦਾ, ਮੈਂ ਅੱਜ ਇੱਥੇ ਆਹ ਬਣਾ ਦੂੰਗਾ, ਉਹ ਦੂਜੀ ਕਮਿਊਨਿਟੀ ਉੱਧਰ ਨੂੰ ਤੁਰ ਪਵੇ। ਇਹ ਮੈਨੂੰ ਲੱਗਦਾ ਵੀ ਏਦਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ, ਔਰ ਆਮ ਕਮਿਊਨਿਟੀ, ਆਮ ਪਬਲਿਕ ਨੂੰ ਉਸ 'ਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ, ਤੇ ਆਪਣੇ ਕੁਐਸਚਨਸ ਨੇ ਜਿਹੜੇ ਇਹਨਾਂ ਲੀਡਰ ਸਾਹਿਬਾਨ, ਲੀਡਰਸ ਨੂੰ ਸਾਰਿਆਂ ਨੂੰ ਪੁੱਛੇ ਜਾਣੇ ਚਾਹੀਦੇ ਨੇ ਕਿ ਹਾਂਜੀ ਤੁਸੀਂ ਦੱਸੋ ਸਾਡੇ ਮੁੱਦੇ, ਸਾਡੇ ਮੁੱਦੇ ਨੇ। ਤੁਸੀਂ ਅਗਰ ਆਪਣਾ ਹੱਥ ਖੜਾ ਕੀਤਾ ਕਿ ਮੈਂ ਅੱਜ ਇਸ ਚੀਜ਼ ਦੇ ਵਿੱਚ MP ਦੀ ਇਲੈਕਸ਼ਨ 'ਚ ਖੜਾ ਹੋ ਰਿਹਾ, ਜਾਂ ਮੈਂ ਕਾਉਂਸਲ 'ਚ ਖੜਾ ਹੋ ਰਿਹਾ, ਜਾਂ ਮੈਂ ਦੂਜੀਆਂ ਇਲੈਕਸ਼ਨ 'ਚ ਖੜਾ ਹੋ ਰਿਹਾ, ਵੀ ਮੈਂ ਉਸਨੂੰ ਕਿਵੇਂ ਐਡਰੈਸ ਕਰੂੰਗਾ, ਕਿ ਕੀ ਇਹ ਵਾਕਈ ਮੇਰੇ ਚੈਲੰਜਸ ਹੈਗੇ ਨੇ, ਕੀ ਤੁਸੀਂ ਵਾਕਈ ਇਸ ਨੂੰ ਚੈਲੰਜ ਸਮਝਦੇ ਹੋ? ਸਟੂਡੈਂਟ ਨੂੰ ਲੈ ਕੇ ਚੈਲੰਜਸ ਹੈਗੇ ਨੇ, ਡੋਮੈਸਟਿਕ ਵਾਇਲੈਂਸ ਨੂੰ ਲੈ ਕੇ ਚੈਲੰਜਸ ਨੇ, ਆਪਣੀ ਹੁਣ ਅੱਗੇ ਸਭ ਤੋਂ ਵੱਡਾ ਚੈਲੰਜ ਜਿਹੜਾ ਆ ਰਿਹਾ ਉਹ ਆਪਣਾ ਆਣਾ ਜੀ ਜੌਬਸ ਨੂੰ ਲੈ ਕੇ। ਕੱਲ ਕੇ ਪਰਸੋਂ ਦੀ ਖਬਰ ਸੀ, 3000 ਵਰਜਿਨ ਦੇ 에ਅਰਲਾਈਨਸ ਦੇ ਇਹਨਾਂ ਨੇ EMPLOYEES ਕੱਢਤੇ ਨੇ। ਟਾਈਗਰ 에ਅਰਵੇਜ਼ ਇਹਨਾਂ ਨੇ ਆਈ ਡੋਂਟ ਨੋ ਕਿੰਨੀ ਦੇਰ ਵਾਸਤੇ ਇਹਨਾਂ ਨੇ ਆਲਮੋਸਟ ਬੰਦ ਹੀ ਕਰਤੀ ਹੈ। ਹੁਣ ਕਹਿੰਦੇ ਜੇ ਦੁਬਾਰਾ ਚੱਲੇਗੀ ਤਾਂ ਅਸੀਂ ਦੇਖਾਂਗੇ। ਇਹ ਹੁਣ ਸਾਡਾ ਇੱਕ ਬਹੁਤ ਮੇਜਰ ਇਸ਼ੂ ਆਣਾ। ਤੁਸੀਂ ਦੇਖੋ ਕੀ ਆਪਣੇ ਉਰੇ ਆਲੇ ਦੁਆਲੇ ਸਕੂਲਸ, ਕਾਲਜਿਸ, ਟੇਫਸ ਇਨਫ ਹੈਗੇ ਨੇ ਜਿਹੜੇ ਆਪਣੀ ਕਮਿਊਨਿਟੀ ਨੂੰ ਕੈਡਰ ਕਰ ਸਕਦੇ ਨੇ? ਤੁਸੀਂ ਅੱਜ ਵੀ ਉਰੇ ਕਰੇਗੀਬਨ 'ਚ ਅਗਰ ਦੇਖੋਗੇ ਤਾਂ ਸਾਨੂੰ ਆਪਣੇ ਬੱਚਿਆਂ ਦੇ ਸਕੂਲ ਲਈ ਹਰ ਮਾਂ-ਬਾਪ ਹੈ ਜਿਹੜਾ ਉਹ ਬਹੁਤ ਵਰਿਡ ਹੈ। ਉਹ ਕਿਤੇ ਨਾ ਕਿਤੇ ਤਰੀਕੇ ਨਾਲ ਕੋਈ ਆਪਣਾ ਘਰ ਚੇਂਜ ਕਰਨ ਵਾਸਤੇ ਸੋਚ ਰਿਹਾ, ਕੋਈ ਕੁਛ ਕਰਨ ਵਾਸਤੇ ਸੋਚ ਰਿਹਾ, ਕੋਈ ਕਹਿ ਰਿਹਾ ਮੈਂ ਉਸਨੂੰ ਸਭ ਤੋਂ ਮਹਿੰਗੇ ਸਕੂਲ 'ਚ ਪਾ ਦੇਵਾਂ, ਹੈ ਨਾ, ਕੋਈ ਸਾਊਥ ਈਸਟਰਨ ਸਬਰਬਾਂ ਵੱਲ ਮੂਵ ਹੋਣ ਦੀ ਸੋਚ ਰਿਹਾ। ਇਹ ਸਾਡੇ ਮੁੱਦੇ ਹੋਣੇ ਚਾਹੀਦੇ ਨੇ, ਨਾ ਕਿ ਇਸ ਨੂੰ ਮੁੱਦੇ ਨੂੰ ਕੋਈ ਧਾਰਮਿਕ ਜਾਂ ਕੋਈ ਹੋਰ ਪੋਲੀਟੀਕਲ ਜਾਂ ਇੰਡੀਅਨ ਪੋਲੀਟਿਕਸ ਨੂੰ ਲਿਆ ਕੇ ਨਹੀਂ ਸਾਨੂੰ ਉਹ ਕਰਨਾ ਚਾਹੀਦਾ। ਸੰਜੇ ਜੀ, ਇਸ ਤਰ੍ਹਾਂ ਇਹ ਇੱਕ ਸਬਜੈਕਟਿਵ ਹੈ ਥੋੜਾ ਜਿਹਾ ਕਿ ਕਿਹੜਾ ਮੁੱਦਾ ਕਿਵੇਂ ਹੋਣਾ ਚਾਹੀਦਾ। ਫॉर ਐਗਜ਼ਾਮਪਲ ਧਾਰਮਿਕ ਵੀ ਕੰਮ ਕਿਸੇ ਦੇ ਨਜ਼ਰਾਂ 'ਚ ਹੋ ਸਕਦਾ ਬਹੁਤ ਜ਼ਰੂਰੀ ਹੋਣ, ਇਹ ਉਹਨਾਂ ਲਈ ਵੀ ਜ਼ਰੂਰੀ ਹੈ, ਲੋਕ ਜਾਂਦੇ ਵੀ ਹੈ, ਔਰ ਜਿੱਥੇ ਤੱਕ ਲੋਕ ਇੱਕ ਸਿਸਟਮ ਨਾਲ ਜੁੜੇ ਹੋਏ ਆ। ਸਵਾਲ ਜਿਹੜਾ ਤੁਹਾਡੇ ਵਿੱਚ ਇਹਦੇ ਵਿੱਚ ਮੁੱਦਾ ਜਿਹੜਾ ਮੇਨ ਹੈ ਅਕਾਊਂਟੇਬਿਲਿਟੀ, ਕਿ ਜੇ ਕੋਈ ਆਰਗੇਨਾਈਜੇਸ਼ਨ ਹੈ ਉਹਦੀ ਸੋਸ਼ਲ ਅਕਾਊਂਟੇਬਿਲਿਟੀ ਜਾਂ ਲੀਡਰਸ਼ਿਪ ਅਕਾਊਂਟੇਬਿਲਿਟੀ ਕੀ ਹੈ, ਇਹ ਸਵਾਲ ਦੇ ਉੱਤੇ ਹੈ। ਡਾਕਟਰ ਹਰਪ੍ਰੀਤ, ਮੈਂ ਵੈਸੇ ਸਮਝਦਾ ਜਦੋਂ ਬੰਦਾ ਇੱਕ ਸਪੋਰਟਸ ਪਲੇਅਰ ਬਣ ਕੇ ਸਪੋਰਟਸ ਲੀਡਰਸ਼ਿਪ ਕੁਆਲਿਟੀ ਪੈਦਾ ਕਰਦਾ, ਕੀ ਉਹਦੇ ਨਾਲ ਅਸੀਂ ਅਕਾਊਂਟੇਬਿਲਿਟੀ ਦੀਆਂ ਜਾਂ ਵੈਲਿਊਜ਼ ਵੀ ਥਰੂ ਸਪੋਰਟਸ ਸਿੱਖਦੇ ਹਾਂ? ਡਾਕਟਰ ਹਰਪ੍ਰੀਤ। ਹਾਂਜੀ, ਬਿਲਕੁਲ ਜੀ। ਸਭ ਤੋਂ ਪਹਿਲਾਂ ਵਿਕਰਮ ਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਹਿਸਾਬ ਨਾਲ ਜਿਹੜਾ ਲੀਡਰ ਹੈਗਾ ਨਾ, ਚਾਹੇ ਉਹ ਸਪੋਰਟਸ ਦੇ ਵਿੱਚ ਹੈਗਾ, ਚਾਹੇ ਉਹ ਰਿਲੀਜੀਅਸ ਲੀਡਰ ਹੈ, ਚਾਹੇ ਉਹ ਘਰ ਦਾ ਲੀਡਰ ਹੈ, ਚਾਹੇ ਉਹ ਇੱਕ ਟੀਚਰ ਲੀਡਰ ਹੈਗਾ, ਜਾਂ ਉਹ ਕੋਈ ਵੀ ਕੰਮ ਕਰ ਰਿਹਾ, ਉਹਦੀ ਸਭ ਤੋਂ ਪਹਿਲਾਂ ਤੇ ਆਪਣੀ ਜਿਹੜੀ ਵਿਜ਼ਨ ਹੈਗੀ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ ਕਿ ਮੈਂ ਜੇ ਇਸ ਇੱਕ ਸਪੈਸੀਫਿਕ ਚੀਜ਼ ਦਾ ਲੀਡਰ ਹੈਗਾ ਤੇ ਉਹ ਮੇਰੀ ਲੀਡਰਸ਼ਿਪ, ਉਹ ਮੇਰੀ ਐਕਸਪਰਟੀਜ਼ ਹੈ। ਮੈਂ ਹਰ ਚੀਜ਼ ਦਾ ਲੀਡਰ ਨਹੀਂ ਹੋ ਸਕਦਾ, ਹੈ ਨਾ। ਅੱਜ ਕੱਲ ਕੀ
ਹੋਊਗਾ ਕਿ ਕੀ ਹੋ ਰਿਹਾ, ਕਿਸੇ ਨੇ ਕੋਈ ਚੀਜ਼ ਕੀਤੀ ਹੈਗੀ ਹੈ ਤੇ ਆਪਾਂ ਨੂੰ ਲੱਗਦਾ ਲੈ ਜੇ ਉਹ ਕਰ ਸਕਦਾ ਤਾਂ ਮੈਂ ਵੀ ਕਰ ਸਕਦਾ, ਉਹਨੇ ਕਰ ਲਿਆ ਮੈਂ ਕਿਉਂ ਨਹੀਂ ਕਰ ਸਕਦਾ। ਚਾਹੇ ਉਹ ਮੇਰੀ, ਹੁਣ ਜੇ ਮੈਂ ਟੀਚਰ ਹੈਗੀ ਆ ਤੇ ਮੈਨੂੰ ਲੱਗਦਾ ਕਿ ਮੈਂ ਟੀਚ ਅੱਛਾ ਕਰ ਸਕਦੀ ਹਾਂ, ਮੈਂ ਇਨਸਪਾਇਰ ਅੱਛਾ ਕਰ ਸਕਦੀ ਹਾਂ, ਮੈਂ ਗਾਈਡ ਅੱਛਾ ਕਰ ਸਕਦੀ ਹਾਂ। ਪਰ ਜੇ ਕਿ ਉਹ ਬੰਦਾ ਬਹੁਤ ਸੋਹਣਾ ਗਾ ਰਿਹਾ ਤੇ ਵੀ ਮੈਂ ਉਹ ਵੀ ਕਰ ਸਕਦੀ, ਮੈਂ ਉਹ ਨਹੀਂ ਕਰ ਸਕਦੀ। ਜੋ ਮੇਰੀ ਐਕਸਪਰਟਿਜ਼ ਹੈ ਨਾ, ਮੈਨੂੰ ਉੱਥੇ ਹੀ ਹੋਣਾ ਚਾਹੀਦਾ ਹੈ। ਫਿਰ ਉਹਦੇ ਲਈ ਮੇਰੀ ਇੱਕ ਬੜੀ ਕਲੀਅਰ ਵਿਜ਼ਨ ਹੋਣੀ ਚਾਹੀਦੀ ਹੈ ਕਿ ਮੈਂ ਜੋ ਕਰ ਰਿਹਾ ਉਹਦੇ ਵਿੱਚ ਮੈਂ ਕਿਸ ਤਰ੍ਹਾਂ, ਜਿਹੜੇ ਵੀ ਲੋਕੀ ਮੇਰੇ ਕੰਟੈਕਟ ਚ ਆਉਂਦੇ ਨੇ ਉਹਨਾਂ ਨੂੰ ਮੈਂ ਕਿਵੇਂ ਰੋਲ ਮਾਡਲਿੰਗ ਦੇ ਨਾਲ ਇਨਸਪਾਇਰ ਕਰਨਾ ਹੈਗਾ, ਔਰ ਮੈਂ ਉਹਨਾਂ ਨੂੰ ਜੋ ਵੀ ਚੀਜ਼ ਮੇਰਾ ਟਾਰਗੇਟ ਹੈਗਾ ਜਾਂ ਉਹਨਾਂ ਦਾ ਟਾਰਗੇਟ ਹੈ ਉਹਨਾਂ ਨੂੰ ਕਿਵੇਂ ਅਚੀਵ ਕਰਾਉਣਾ ਹੈ। ਚਾਹੇ ਉਹਦੇ ਵਿੱਚ ਮੇਰੀ ਉਹਦੀ ਲੀਡਰ ਦੀ ਪੋਜ਼ਿਟਿਵ ਤੁਸੀਂ ਕਮਿਊਨੀਕੇਸ਼ਨ ਲੈ ਲੈਂਦੇ ਹੋ, ਚਾਹੇ ਉਸ ਗਰੁੱਪ ਦੇ ਵਿੱਚ ਉਹਦਾ ਟਰਸਟ ਲੈ ਲੈਂਦੇ ਹੋ, ਜਿਵੇਂ ਵਿਜ਼ਨ ਦੀ ਗੱਲ ਕੀਤੀ ਹੈ, ਜਾਂ ਉਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਆਰਗੇਨਾਈਜੇਸ਼ਨਲ ਸਟਰਕਚਰ ਤੁਸੀਂ ਕਹਿ ਲੈਂਦੇ ਹੋ, ਜਾਂ ਤੁਸੀਂ ਆਪਣੇ ਕੋਈ ਕਮਿਊਨੀਕੇਸ਼ਨ ਜਿਹੜੇ ਪ੍ਰੋਟੋਕੋਲਸ ਬਣਾਉਂਦੇ ਹੋ ਕਿ ਕਿਵੇਂ ਗੱਲਬਾਤ ਕਰਨੀ ਹੈਗੀ ਹੈ, ਜਾਂ ਇੱਕ ਇਫੈਕਟਿਵ ਰੋਲ ਮਾਡਲਿੰਗ ਤੁਸੀਂ ਕਹਿ ਲੈਂਦੇ ਹੋ। ਔਰ ਲੀਡਰਸ਼ਿਪ ਦੇ ਲਈ ਮਤਲਬ ਜਿਹੜਾ ਤੁਸੀਂ ਡੈਲੀਗੇਟ ਕਰਦੇ ਹੋ ਨਾ ਪਾਵਰ ਆਪਣੇ ਗਰੁੱਪ ਨੂੰ, ਜਿਵੇਂ ਸੰਜੇ ਜੀ ਨੇ ਪਹਿਲਾਂ ਕਿਹਾ ਹੈਗਾ ਕਿ ਤੁਸੀਂ ਆਪ ਤੇ ਲੀਡਰ ਹੈਗੇ ਹੋ, ਪਰ ਤੁਸੀਂ ਅੱਗੋਂ ਜੇ ਡੈਲੀਗੇਟ ਕਰਦੇ ਹੋ ਪਾਵਰ ਗਰੁੱਪਸ ਨੂੰ ਆਪਣੇ ਅੰਦਰ, ਤੇ ਉਹਦੇ ਵਿੱਚ ਵੀ ਤੁਸੀਂ ਲੀਡਰ ਪੈਦਾ ਕਰਨੇ ਨੇ ਤਾਂ ਕਿ ਉਹ ਅੱਗੋਂ ਆਪਣੇ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਕਲਟੀਵੇਟ ਹੁੰਦੀ ਜਾਏ, ਮਲਟੀਪਲਾਈ ਹੋਈ ਜਾਏ। ਔਰ ਲੀਡਰਸ਼ਿਪ ਦੇ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਚੀਜ਼ ਹੈਗੀ ਹੈ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਬਿਲਡਿੰਗ ਹੈਗੀ। ਜਿਸ ਲੀਡਰ ਦੀ ਆਪਣੇ ਗਰੁੱਪ ਦੇ ਨਾਲ ਪਰਸਨਲ ਰਿਲੇਸ਼ਨਸ਼ਿਪ ਨਹੀਂ ਬਣਦੀ, ਚਾਹੇ ਉਹਨੂੰ ਕਮਿਊਨੀਕੇਸ਼ਨ ਕਹਿ ਲਓ, ਜੇ ਸਾਡੇ ਗਰੁੱਪ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਹੈ, ਜੇ ਲੀਡਰ ਨੂੰ ਪਤਾ ਹੀ ਨਹੀਂ ਹੈ ਕਿ ਉਹਦੀ ਸਾਈਕੀ ਦੇ ਵਿੱਚ, ਉਹਦੀ ਸੋਚ ਦੇ ਵਿੱਚ ਕੀ ਚੱਲਦਾ ਪਿਆ ਹੈਗਾ, ਉਹ ਕਿਵੇਂ ਇਫੈਕਟਿਵ ਹੋਏਗਾ ਤੁਹਾਡੇ ਗਰੁੱਪ ਦੇ ਵਿੱਚ, ਉਹ ਵੀ ਬਹੁਤ ਜ਼ਰੂਰੀ ਹੈਗੀ ਹੈ। ਟਾਈਮ ਮੈਨੇਜਮੈਂਟ, ਲੀਡਰ ਦੀ ਆਪਣੀ ਕਮਿਟਮੈਂਟ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਤੁਸੀਂ ਅੱਗੇ ਚੱਲ ਕੇ ਹਰ ਚੀਜ਼ ਨੂੰ ਕਮਿਟ ਕਰਕੇ ਕਰਦੇ ਹੋ, ਤੇ ਜਿਹੜਾ ਤੁਹਾਡਾ ਗਰੁੱਪ ਹੈ ਜਦੋਂ ਤੁਹਾਡੇ ਵੱਲ ਦੇਖੇਗਾ ਉਹਨਾਂ ਨੇ ਤੁਹਾਡੇ ਨਾਲ ਰਲਣਾ ਹੀ ਰਲਣਾ ਹੈਗਾ। ਤੇ ਜਿਹੜੀ ਅਕਾਊਂਟੇਬਿਲਿਟੀ ਹੈਗੀ ਹੈ ਉਹ ਬਹੁਤ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੱਕ ਅਕਾਊਂਟੇਬਿਲਿਟੀ ਟਰਾਂਸਪੇਰੈਂਟ ਨਹੀਂ ਹੋਏਗੀ ਤੇ ਉਹਦੇ ਅਕਾਊਂਟੇਬਿਲਿਟੀ ਦੇ ਕੀ ਪੈਰਾਮੀਟਰਸ ਨੇ, ਤੁਸੀਂ ਕਿਵੇਂ ਅਕਾਊਂਟੇਬਿਲਿਟੀ ਲੈ ਰਹੇ ਹੋ, ਉਹਦੇ ਪੈਰਾਮੀਟਰਸ ਕੀ ਹੈਗੇ ਨੇ, ਕਿਵੇਂ ਤੁਸੀਂ ਉਹਨੂੰ ਮੇਜ਼ਰ ਕਰਨਾ ਆ, ਉਹ ਬੜੀ ਇੱਕ ਜਿਹੜੀ ਹੈਗੀ ਨਾ ਟਰਾਂਸਪੇਰੈਂਟ ਵੀ ਹੋਣੀ ਚਾਹੀਦੀ ਹੈ, ਔਰ ਅਸੀਂ ਆਬਜੈਕਟਿਵ ਵੀ ਹੋਣੀ ਚਾਹੀਦੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜੀ ਇਸ ਤਰ੍ਹਾਂ ਹੋ ਜਾਏ, ਜਾਂ ਸਬਜੈਕਟਿਵਿਟੀ ਨਹੀਂ ਹੋਣੀ ਚਾਹੀਦੀ। ਸੋ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੇ ਹਿਸਾਬ ਦੇ ਨਾਲ। ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਡਾਕਟਰ ਹਰਪ੍ਰੀਤ। ਔਰ ਮੈਨੂੰ ਫੇਸਬੁੱਕ ਤੇ ਕੁਝ ਕਮੈਂਟ ਵੀ ਆਏ ਨੇ ਤੇ ਕੁਝ ਸੰਜੇ ਜੀ ਬਾਰੇ ਕਮੈਂਟ ਨੇ, ਡਾਕਟਰ ਹਰਪ੍ਰੀਤ ਬਾਰੇ ਕਮੈਂਟਸ ਨੇ। ਮੈਂ ਪਹਿਲਾਂ ਤੇ ਜਿਹੜੇ ਲੋਕ ਸਾਨੂੰ ਫੇਸਬੁੱਕ ਤੇ ਦੇਖ ਰਹੇ ਨੇ ਬਹੁਤ ਬਹੁਤ ਥੈਂਕਸ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਕੁਝ ਉਹਨਾਂ ਦੇ ਕਮੈਂਟਸ ਨੇ ਅਸੀਂ ਉਹ ਨਾਲ ਲਵਾਂਗੇ। ਪ੍ਰੋਗਰਾਮ ਨੂੰ ਸਾਰਿਆਂ ਨੇ ਲਾਈਕ ਕੀਤਾ ਤੇ ਮਧੂ ਸ਼ਰਮਾ ਨੇ ਸੰਜੇ ਜੀ ਕਿਤੇ ਲਿਖਿਆ ਹੈ ਕਿ ਸਮਾਜ ਸੇਵਾ ਦੇ ਨਾਂ ਤੇ ਜਿਹੜੇ ਕੁਝ ਬੰਦੇ ਕੜਮ ਚੌਧਰੀ ਬਣਨ ਦੀ ਦੌੜ 'ਚ ਲੱਗੇ ਹੋਏ ਆ, ਉਹਨਾਂ ਬਾਰੇ ਕੀ ਖਿਆਲ ਹੈ, ਉਹ ਲੀਡਰਸ਼ਿਪ ਕਿਵੇਂ ਹੈ। ਤੇ ਹਰਪ੍ਰੀਤ ਮਰਵਾਹਾ ਉਹਨਾਂ ਨੇ ਹੁਣੇ ਜੁਆਇਨ ਕੀਤਾ, ਕਹਿੰਦੇ ਟੌਪਿਕ ਵਧੀਆ ਆ ਤੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦੇ ਟੌਪਿਕ ਦੀ ਲੋੜ ਆ। ਮੈਂ ਡਾਕਟਰ ਹਰਪ੍ਰੀਤ ਤੁਹਾਡੇ ਗੱਲ ਤੇ ਸੰਜੇ ਦੀ ਦੋਨਾਂ ਗੱਲਾਂ ਚੋਂ ਕਨਕਲੂਡ ਕਰਨ ਦੇ 5C ਮੈਂ ਪੈਰਾਮੀਟਰ ਲਿਖ ਰਿਹਾ ਸੀ ਨਾਲ, ਜੋ ਮੈਨੂੰ ਸਮਝ ਆਇਆ। ਕਰੈਕਟਰ ਤੁਸੀਂ ਗੱਲ ਕੀਤੀ, ਜਿਹੜੀ ਪਹਿਲੀ ਸੀ ਲੀਡਰ ਦਾ ਕਰੈਕਟਰ ਹੋਣਾ ਚਾਹੀਦਾ। ਉਹ ਕਰੈਕਟਰ ਕਮਿਊਨਿਟੀ ਦੇ ਲੋਕ ਦੇਖ ਸਕਦੇ ਕਿ ਉਹਨਾਂ ਦੇ ਆਲੇ ਦੁਆਲੇ ਕਿਸੇ ਆਰਗੇਨਾਈਜੇਸ਼ਨ 'ਚ ਲੋਕ ਕਿਸ ਤਰ੍ਹਾਂ ਦੇ ਕਿਸ ਕਰੈਕਟਰ ਦੇ ਆ। ਕਮਿਟਮੈਂਟ ਦੀ ਤੁਸੀਂ ਗੱਲ ਕੀਤੀ। ਨੰਬਰ 2 ਕਮਿਟਮੈਂਟ ਉਹਦੀ ਵਾਅਦੇ ਦਾ ਪੱਕਾ ਹੋਣਾ ਚਾਹੀਦਾ, ਜੋ ਕਹਿੰਦਾ ਉਹ ਕਰਦਾ, ਕਰਕੇ ਦਿਖਾਉਂਦਾ। ਨੰਬਰ 3 ਕਨਵਿਕਸ਼ਨ, ਉਹਦੀ ਡਿਟਰਮੀਨੇਸ਼ਨ ਕੀ ਹੈ। ਤੀਸਰੀ ਸੀ ਵੀ ਉਹ ਡਿਟਰਮਿੰਡ ਹੈ ਆਪਣੇ ਕੰਮ ਨੂੰ ਲੈ ਕੇ, ਆਪਣੇ ਆਈਡੀਆਜ਼ ਨੂੰ ਲੈ ਕੇ। ਕਰਟਸੀ, ਜਿਹੜੀ ਕਿ ਸ਼ਾਇਦ ਸਮਝਦਾ ਕਿ ਸਾਡੇ ਵਿੱਚ ਕਈ ਵਾਰੀ ਨਹੀਂ ਹੁੰਦੀ, ਉਹ ਕਰਟਸੀ ਦਿਖਾਉਂਦਾ। ਉਹ ਸ਼ਿਸ਼ਟਾਚਾਰ ਹੈਗਾ ਉਹਦੇ 'ਚ, ਉਹ ਆਪਣੇ ਆਪ ਨਾਲ ਉਹਦੀ ਜਿਹੜੀਆਂ ਬਿਹੇਵੀਅਰ ਉਹਦੇ 'ਚ ਸੌਫਟ ਸਕਿੱਲਸ ਹੈਗੀਆਂ। 5ਵਾਂ ਜਿਹੜੀ ਸੰਜੇ ਜੀ ਨੇ ਗੱਲ ਕੀਤੀ ਸੀ ਵੀ ਉਹ ਰਿਸਕ ਲੈ ਸਕਦਾ, ਕਰਜ। ਮੈਂ ਸਮਝਦਾ ਉਹ ਕਿੰਨਾ ਕਰਜ ਲੈਂਦਾ ਸੁਸਾਇਟੀ ਦੇ ਵਿੱਚ। ਤੇ ਦੁੱਖ ਦੀ ਗੱਲ ਇਹ ਹੈ ਕਿ ਦੁਖਦਾਇਕ ਗੱਲ ਹੈ ਕਿ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੀ ਲੀਡਰਸ਼ਿਪ ਲੱਭਣੀ ਆਪਣੇ ਆਲੇ ਦੁਆਲੇ ਬਹੁਤ ਔਖੀ ਹੋ ਜਾਂਦੀ ਹੈ। ਸੰਜੇ ਜੀ ਜਿਹੜੀ ਗੱਲ ਕੁਝ ਕਮਿਊਨਿਟੀ ਆਰਗੇਨਾਈਜੇਸ਼ਨ ਦੀ ਗੱਲ ਕਰ ਰਹੇ ਸੀ, ਜਿਵੇਂ ਫੇਸਬੁੱਕ ਤੇ ਵੀ ਉਹ ਕਰ ਰਹੇ ਵੀ ਜਿਹੜੇ ਬੰਦੇ ਸੈਲਫ ਸਟਾਈਲ ਚੌਧਰੀ ਬਣੇ ਹੁੰਦੇ ਆ। ਹਰਮੀਤ ਜੀ ਕੁਝ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਜਿਹੜੀ ਕਮਿਊਨਿਟੀ ਲੀਡਰਸ਼ਿਪ ਚੋਂ ਜੋ ਸਮਾਜ ਦੇ ਵਿੱਚ ਬੰਦੇ ਅੱਗੇ ਆਉਣਾ ਚਾਹੁੰਦੇ ਆ, ਕੁਝ ਪੈਰਾਮੀਟਰ, ਜਾਂ ਤੁਸੀਂ ਸੋਸ਼ਲ ਸਰਕਲ ਦੇ ਵਿੱਚ ਵਿਚਰਦੇ ਆ, ਇਸ ਤਰ੍ਹਾਂ ਦੇ ਲੀਡਰਸ਼ਿਪ ਨੂੰ ਕਿਵੇਂ ਦੇਖਦੇ ਹੋ? ਵੀਰ ਜੀ,
ਜਸਟ ਟੂ ਐਡ ਔਨ ਤੁਹਾਡੇ ਸੀਜ਼ ਵਿੱਚ ਇੱਕ ਹੋਰ ਸੀ ਐਡ ਔਨ ਜੇ ਕਰ ਸਕੀਏ ਤਾਂ ਕਮਿਊਨੀਕੇਸ਼ਨ, ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜੋ ਬਹੁਤ ਸਾਰੇ ਸਾਡੀ ਕਮਿਊਨਿਟੀ ਲੀਡਰਸ ਜਾਂ ਜਿਹੜੇ ਵੀ ਕਮਿਊਨਿਟੀ ਦੇ ਲੀਡਰਸ ਅਪਕਮਿੰਗ ਹੈਗੇ ਨੇ ਜਾਂ ਆਉਂਦੇ ਨੇ ਜਾਂ ਜਿਹੜੇ ਪ੍ਰੀਵੀਅਸਲੀ ਰਹੇ ਵੀ ਨੇ, ਜੇ ਤਾਂ ਤੁਸੀਂ ਕਮਿਊਨੀਕੇਟ ਨਹੀਂ ਕਰ ਸਕਦੇ ਇੱਕ ਆਪਣੀ ਲੈਂਗੁਏਜ ਵਿੱਚ, ਜੋ ਕਿ ਈਜ਼ੀ ਵੀ ਹੈ ਆਪਣੀ ਲੈਂਗੁਏਜ ਵਿੱਚ ਕਰਨਾ, ਪਰ ਅਸੀਂ ਸਾਰੇ ਐਟ ਦੀ ਐਂਡ ਆਫ ਦ ਡੇ ਆਸਟ੍ਰੇਲੀਆ 'ਚ ਬੈਠੇ ਹਾਂ। ਇੱਕ ਫੋਰਨ ਲੈਂਗੁਏਜ ਸਾਡੇ ਲਈ ਹੈਗੀ ਹੈ, ਤਕਰੀਬਨ ਸਾਰਿਆਂ ਲਈ ਸੈਕੰਡ ਲੈਂਗੁਏਜ ਹੋਏਗੀ, ਕਈਆਂ ਲਈ ਫਰਸਟ ਲੈਂਗੁਏਜ ਵੀ ਹੋਏਗੀ, ਕਮਿਊਨਿਟੀ ਲੀਡਰਸ ਆਉਣਗੇ ਸਾਡੇ ਯੰਗਸਟਰਸ ਵੀ, ਪਰ ਕਿਆ ਉਹ ਕਮਿਊਨੀਕੇਟ ਕਰ ਸਕਦੇ ਨੇ ਸਾਡੀ ਕਮਿਊਨਿਟੀ ਦੇ ਨਾਲ, ਤੇ ਅੱਗੋਂ ਸਾਡੇ ਰਿਪਰੈਜ਼ੈਂਟੇਟਿਵ ਬਣ ਕੇ ਕਿਆ ਉਹ ਸਾਡੀਆਂ ਇਸ਼ੂਜ਼ ਨੂੰ ਅੱਗੇ ਕਮਿਊਨੀਕੇਟ ਕਰ ਸਕਦੇ ਨੇ। ਐਂਡ ਇਹਦੇ ਵਿੱਚ ਦੋ ਆਉਂਦੀ ਹੈ, ਇੱਕ ਤਾਂ ਲੈਂਗੁਏਜ ਬਹੁਤ ਵਾਰੀ ਦੇਖਿਆ ਗਿਆ ਹੈ, ਤਾਂ ਹੀ ਕਰਕੇ ਅਸੀਂ ਡਿਸਅਪੁਆਇੰਟ ਵੀ ਹੁੰਨੇ ਆ ਕਈ ਕਮਿਊਨਿਟੀ ਲੀਡਰਸ ਤੋਂ, ਤੇ ਮੈਂ ਵੀ ਬੜੀ ਵਾਰੀ ਇਹ ਕੀਤਾ ਹੋਏਗਾ that I don't vote for them ਆਪਣੀ ਕਮਿਊਨਿਟੀ ਦਾ ਹੋ ਕੇ ਵੀ, ਕਿਉਂਕਿ ਮੈਂ ਉਹ ਚਾਹਨੀ ਆ ਕਿ ਬੀਇੰਗ ਅ ਵੋਟਰ ਕਿ ਮੇਰਾ ਰਿਪਰੈਜ਼ੈਂਟੇਟਿਵ ਉਹ ਹੋਵੇ ਜਿਹੜਾ ਜਾ ਕੇ ਗੱਲ ਤਾਂ ਕਰ ਸਕੇ, ਸਾਡੇ ਇਸ਼ੂਜ਼ ਨੂੰ ਅੱਗੇ ਪ੍ਰੈਜ਼ੈਂਟ ਤਾਂ ਕਰ ਸਕੇ, ਕਿਉਂਕਿ ਬਹੁਤ ਵਾਰੀ ਦੇਖਿਆ ਗਿਆ ਕਿ ਮੀਟਿੰਗਸ ਵਿੱਚ ਬੈਠ ਕੇ ਚੁੱਪਚਾਪ ਨੋਟਸ ਲਿਖ ਕੇ ਵਾਪਸ ਆਉਂਦੇ ਨੇ, they can't even talk। ਤੇ ਫਿਰ ਉਸ ਲੈਂਗੁਏਜ ਨੂੰ ਕਿਸ ਤਰੀਕੇ ਨਾਲ ਪ੍ਰੋਪਰਲੀ ਫਰੇਮ ਕਰਨਾ ਹੈ, ਤੁਸੀਂ ਇੱਕ ਲੀਡਰ ਬਣ ਕੇ ਕਮਿਊਨੀਕੇਟ ਕਰਨੇ ਨੇ ਇਸ਼ੂਜ਼, ਉਹ ਬਹੁਤ ਜ਼ਰੂਰੀ ਹੈ। ਤੇ ਉਸੇ ਕਰਕੇ ਜੀ ਬਹੁਤ ਡਿਸਅਪੁਆਇੰਟਮੈਂਟ ਵੀ ਹੁੰਦੀ ਹੈ ਕਈਆਂ ਤੋਂ, ਐਂਡ ਇਸੇ ਕਰ ਮੇਨ ਸਾਡਾ ਇਸ਼ੂ ਇਹੀ ਰਹਿੰਦਾ ਹੈ ਕਿ ਉਹ ਕਮਿਊਨੀਕੇਟ ਹੀ ਨਹੀਂ ਕਰ ਪਾਉਂਦੇ। ਸੋ ਇਹਦਾ ਮਤਲਬ ਅਸੀਂ ਇਹ ਵੀ ਦੇਖੀਏ ਸਾਡੇ ਆਲੇ ਦੁਆਲੇ ਜਿਹੜਾ ਵਧੀਆ ਪਹਿਲਾਂ ਬੋਲ ਸਕਦਾ ਹੈ, ਕਿਸ ਇਫੈਕਟਿਵ ਤਰੀਕੇ ਨਾਲ ਉਹ ਗੱਲ ਕਰ ਸਕਦਾ ਹੈ, ਔਰ ਸਾਡੇ ਜਿਹੜੇ ਆਈਡੀਆਜ਼ ਨੇ ਉਹ ਕਿੰਨੇ ਸਟਰੋਂਗਲੀ ਔਰ ਡਿਟਰਮੀਨੇਸ਼ਨ ਅੱਗੇ ਪਹੁੰਚਾ ਸਕਦਾ। ਜੋ ਅਸੀਂ ਕਿਹਾ ਵਿਲ ਬੀ ਦਾ ਕੀ ਕ੍ਰਾਈਟੇਰੀਆ ਜੋ ਅਸੀਂ ਇਹੀ ਗੱਲ ਡਿਸਕਸ ਕਰ ਰਹੇ ਸੀ ਐਜੂਕੇਸ਼ਨ ਦੇ ਉੱਤੇ, ਹਰਪ੍ਰੀਤ ਜੀ ਤੇ ਮੈਂ ਵੀ ਕਿਹਾ ਕਿ ਅਸੀਂ ਛੋਟੇ ਉਮਰ ਤੋਂ ਜੋ ਬੱਚਿਆਂ ਨੂੰ ਤਿਆਰ ਕਰਦੇ ਹਾਂ, ਅਸੀਂ ਮੇਨਲੀ ਪਹਿਲਾਂ ਓਰੇਟਰਸ ਹੀ ਤਿਆਰ ਕਰਦੇ ਹਾਂ, ਅਸੀਂ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਹੀ ਡਿਵੈਲਪ ਕਰਦੇ ਹਾਂ ਕਿ ਤੁਸੀਂ ਜਾ ਕੇ ਆਪਣਾ ਪੁਆਇੰਟ ਆਫ ਵਿਊ ਰੱਖਣਾ ਕਿਵੇਂ ਅੱਗੇ, ਤੇ ਉਹ ਲੈਂਗੁਏਜ ਬਹੁਤ ਜ਼ਰੂਰੀ ਹੈ। ਤੇ ਬੀਇੰਗ ਇਨ ਅ ਮਾਈਗ੍ਰੈਂਟ ਗਰੁੱਪ, ਸਾਡੇ ਜੇ ਅਸੀਂ ਆਪਣੇ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਸਾਨੂੰ ਪਹਿਲਾਂ ਆਪਣੇ ਲੈਂਗੁਏਜ ਸਕਿੱਲਸ ਵੀ ਸਟਰੋਂਗ ਕਰਨੇ ਪੈਣਗੇ ਤਾਂ ਕਿ ਜਾ ਕੇ ਉੱਥੇ ਚੁੱਪ ਨਾ ਰਹਿ ਜਾਈਏ। ਹਾਂਜੀ ਬਿਲਕੁਲ, ਮੈਂ ਹਰਮੀਤ ਜੀ ਨਾਲ ਮੈਂ ਬਿਲਕੁਲ ਸਹਿਮਤ ਹੈਗੀ ਹਾਂ। ਪਰ ਹਰਮੀਤ ਜੀ ਕਿਸ ਤਰ੍ਹਾਂ ਹੁੰਦਾ ਕਿ ਜਿਵੇਂ ਆਪਾਂ ਸਕੂਲ ਦੇ ਵਿੱਚ ਜਦੋਂ ਆਪਣੇ ਬੱਚੇ ਜਾਂਦੇ ਨੇ, ਖਾਸ ਕਰਕੇ ਆਪਣੇ ਕਮਿਊਨਿਟੀ ਦੇ ਜਿਹੜੇ ਬੱਚੇ ਨੇ, ਉਹਨਾਂ ਬੱਚਿਆਂ ਦੇ ਲਈ ਕਈ ਵਾਰੀ ਇੰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਸਕੂਲ ਦੇ ਵਿੱਚ ਉਹਨਾਂ ਨੂੰ ਇੱਕ ਹੋਰ ਤਰ੍ਹਾਂ ਦਾ ਟ੍ਰੀਟਮੈਂਟ ਮਿਲਦਾ ਹੈ ਕਿ ਤੁਸੀਂ ਬੋਲਣਾ ਹੈ, ਤੁਸੀਂ ਆਪਣਾ ਪੁਆਇੰਟ ਆਫ ਵਿਊ ਰੱਖਣਾ ਹੈਗਾ, and at the same time you have to respect others point of view, respect, you can differ but you can differ with respect, है ना, ਇਹੀ ਅਸੀਂ ਬੱਚਿਆਂ ਨੂੰ ਇੱਥੇ ਸਿਖਾਉਂਦੇ ਹੈਗੇ। ਪਰ ਜਦੋਂ ਉਹੀ ਬੱਚੇ ਘਰ ਆ ਕੇ ਮਾਂ-ਬਾਪ ਨਾਲ ਕਿਸੇ ਚੀਜ਼ ਨੂੰ ਡਿਸਕਸ ਕਰਦੇ ਨੇ, ਉਹਦੇ ਵਿੱਚ ਕਈ ਮਾਂ-ਬਾਪ ਅਨਫੋਰਚੂਨੇਟਲੀ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਬੱਚਾ ਮਤਲਬ ਸਾਡੀ ਗੱਲ ਨਹੀਂ ਮੰਨ ਰਿਹਾ, है ना, we don't give them an opportunity ਤੇ ਉਹ ਆਪਣਾ ਆਈਡੀਆ, ਆਪਣਾ ਵਿਊ ਰੱਖ ਸਕਣ। ਔਰ ਪੇਰੈਂਟਸ ਨੂੰ ਇੱਥੇ ਇਹ ਸੋਚਣਾ ਪਏਗਾ ਕਿ ਬੱਚੇ ਜਿਹੜੇ ਹੈਗੇ ਨੇ, ਅਸੀਂ ਹਮੇਸ਼ਾ ਐਜ਼ ਅ ਪੰਜਾਬੀ ਪੇਰੈਂਟ ਕੀ ਕਰਦੇ ਹਾਂ, ਜਿਵੇਂ ਸਾਡੀ ਜਿਹੜੀ ਪੇਰੈਂਟਿੰਗ ਹੋਈ ਹੈ ਨਾ, we go back into that parenting ਕਿ ਅਸੀਂ ਤਾਂ ਆਪਣੇ ਮਾਂ-ਬਾਪ ਦੇ ਅੱਗੇ ਕਦੀ ਬੋਲੇ ਨਹੀਂ ਸੀ ਤੇ ਤੁਸੀਂ ਹੁਣੇ ਬੋਲਣ ਲੱਗ ਗਏ, ਸੋ we take it in a negative way, ਹੈ ਨਾ। ਉਹ ਸਾਨੂੰ ਆਪਣੀ ਸੋਚ ਬਦਲਣੀ ਪਏਗੀ, ਕਿਉਂਕਿ ਕਈ ਵਾਰੀ ਬੱਚੇ ਫਰਸਟ੍ਰੇਟ ਹੋ ਜਾਂਦੇ ਨੇ ਜਦੋਂ ਉਹ ਮਾਂ-ਬਾਪ ਦੇ ਨਾਲ ਗੱਲ ਨਹੀਂ ਕਰਦੇ, ਔਰ ਜਦੋਂ ਉਹੀ ਬੱਚੇ ਟੀਨੇਜ ਵਿੱਚ ਆਉਂਦੇ ਨੇ ਤੇ ਡਿਫਰੈਂਸਿਸ ਵਧਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਕਲੋਜ਼ ਰਿਲੇਸ਼ਨਸ਼ਿਪ ਜਿਹੜਾ ਪੇਰੈਂਟਸ ਨਾਲ ਨਹੀਂ ਬਣਦਾ, ਕਿਉਂਕਿ ਪੇਰੈਂਟਸ ਉਹਨਾਂ ਨੂੰ ਮੌਕਾ ਨਹੀਂ ਦਿੰਦੇ ਹਮੇਸ਼ਾ ਗੱਲ ਕਰਨ ਦਾ। ਸੋ ਇਹ ਚੀਜ਼ ਬੜੀ ਇੱਕ ਕਨਵੇ ਕਰਨ ਵਾਲੀ ਹੈ ਪੇਰੈਂਟਸ ਦੇ ਲਈ ਕਿ ਦੇ ਆਰ ਬੀਇੰਗ ਰੇਜ਼ਡ ਇਨ ਅ ਡਿਫਰੈਂਟ এনवायरमेंट, ਔਰ ਇੱਕ ਜਿਹੜੀ ਮਤਲਬ ਕਿੰਨੀ ਚੇਂਜ ਆ ਗਈ ਹੋਈ ਸੋਸਾਇਟੀ ਦੇ ਵਿੱਚ। ਅਸੀਂ ਹੁਣ ਪੰਜਾਬ ਵਿੱਚ ਨਹੀਂ ਆ, देयर ਸਕੂਲਿੰਗ ਇਜ਼ ਡਿਫਰੈਂਟ, ਟਾਈਮ ਬਦਲ ਗਏ ਨੇ, ਪੇਰੈਂਟਿੰਗ ਬਦਲ ਗਈ ਹੈ, ਟੈਕਨੋਲੋਜੀ ਕਿੰਨੀ ਆ ਗਈ ਹੈਗੀ, ਔਰ ਜਿੰਨਾ ਅਸੀਂ ਬੱਚੇ ਨੂੰ ਗੱਲ ਕਰਨ ਦਾ ਘਰ ਆ ਕੇ ਮੌਕਾ ਦੇਵਾਂਗੇ, ਉਹਨੂੰ ਸੁਣਾਂਗੇ, ਜੇ ਅਸੀਂ ਉਸ ਤੋਂ ਡਿਫਰੈਂਟ ਵੀ ਹੈ ਸਾਡਾ ਵਿਊ, we need to sit down and talk, ਪਰ ਉਹਨਾਂ ਨੂੰ ਸੁਣਨਾ ਪਏਗਾ ਸਾਨੂੰ, ਤਾਂ ਕਿ ਸਾਡੇ ਬੱਚਿਆਂ ਨੂੰ ਇਹ ਨਾ ਲੱਗੇ, ਉਹ ਕਨਫਿਊਜ਼ ਨਾ ਹੋਣ ਕਿ ਸਕੂਲ ਇਜ਼ ਡਿਫਰੈਂਟ ਐਂਡ ਹੋਮ ਇਜ਼ ਡਿਫਰੈਂਟ, ਹੈ ਨਾ। ਔਰ ਜਿਹੜੀ ਹਰਮੀਤ ਜੀ ਨੇ ਦੂਸਰੀ ਗੱਲ ਕੀਤੀ ਹੈ ਕਿ ਸਾਡੀ ਲੀਡਰ ਅੱਛੇ ਕਮਿਊਨੀਕੇਟਰ, ਕਿਉਂਕਿ ਉਹਨਾਂ ਦੀ ਕਮਿਊਨੀਕੇਸ਼ਨ ਜਿਹੜੀ ਹੈਗੀ ਬੜੀ ਇਫੈਕਟਿਵ, ਟੂ ਦਾ ਪੁਆਇੰਟ ਔਰ ਇਫੈਕਟਿਵ ਹੋਣੀ ਚਾਹੀਦੀ। ਜਦੋਂ ਉਹਨਾਂ ਨੇ ਕਿਸੇ ਇਹੋ ਜਿਹੇ ਪਲੇਟਫਾਰਮ ਤੇ ਜਾ ਕੇ
ਉੱਚੇ ਪਲੇਟਫਾਰਮ ਤੇ ਜਾ ਕੇ ਜਦੋਂ ਸਾਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ, ਬਿਕੋਜ਼ that one person is representing the whole community। ਪਰ ਜਦੋਂ ਉਹ ਬੰਦਾ ਜਾਂ ਕੋਈ ਵੀ ਇਨਸਾਨ ਹੈ, ਚਾਹੇ ਉਹ ਫੀਮੇਲ ਹੈ ਜਾਂ ਮੇਲ ਹੈ, ਉਹ ਬੋਲ ਰਿਹਾ ਹੈਗਾ ਤੇ ਉਹ ਰਿਫਲੈਕਟ ਕਰ ਰਿਹਾ ਸਾਨੂੰ ਸਾਰਿਆਂ ਨੂੰ, ਹੈ ਨਾ। ਸੋ ਉਹਦਾ ਅੱਛਾ ਕਮਿਊਨੀਕੇਸ਼ਨ ਜਿਹੜੀ ਹੈ, ਇੰਗਲਿਸ਼ ਦਾ ਫਲੋ ਅੱਛਾ ਵੀ ਹੋਣਾ ਚਾਹੀਦਾ ਔਰ ਇਫੈਕਟਿਵ, ਤਾਂ ਕਿ 1 ਮਿੰਟ ਦੇ ਵਿੱਚ 2 ਮਿੰਟ ਦੇ ਵਿੱਚ ਵੀ ਹੀ ਕੈਨ ਜਸਟ ਸਮ ਅਪ ਦਾ ਹੋਲ ਥਿੰਗ। ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਆਈ ਐਗਰੀ ਟੋਟਲੀ ਵਿਦ ਸੰਜੇ ਜੀ। ਬਿਲਕੁਲ ਬਿਲਕੁਲ ਠੀਕ ਹੈ ਡਾਕਟਰ ਹਰਪ੍ਰੀਤ, ਤੁਸੀਂ ਔਰ ਹਰਮੀਤ ਜੀ, ਤੁਹਾਡੇ ਗੱਲਾਂ ਨਾਲ ਬਹੁਤ ਸਾਰੇ ਫੇਸਬੁੱਕ ਦੇ ਲੋਕ ਉਹਨਾਂ ਨੇ ਵੀ ਇਹ ਗੱਲ ਕਿਹਾ ਵੀ ਇਫੈਕਟਿਵ ਕਮਿਊਨੀਕੇਸ਼ਨ ਜ਼ਰੂਰੀ ਹੈ। ਸਾਡੇ ਕੋਲ ਕਮਿਊਨੀਕੇਸ਼ਨ ਨਹੀਂ ਹੈਗੀ, ਐਸੇ ਵੀ ਲੀਡਰ ਹਨ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ। ਔਰ ਡਾਕਟਰ ਹਰਪ੍ਰੀਤ, ਜਿਹੜੀ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕੀਤੀ ਸੀ ਵਿੱਚ, ਮੈਂ ਕਿਤੇ ਕਹਿਣਾ ਭੁੱਲ ਗਿਆ ਸੀ, ਉਹ ਵੀ ਬੜੀ, ਮੈਂ ਸਮਝਦਾ ਬਿਹੇਵੀਅਰ ਦੇ ਵਿੱਚ ਜਿਹੜਾ ਟਰਾਂਸਪੇਰੈਂਸੀ ਇੰਪੋਰਟੈਂਟ ਹੈ। ਨਵ ਸਰਕਾਰੀਆ ਨੇ ਲਿਖਿਆ, ਕਾਫੀ ਵੱਡਾ ਕਮੈਂਟ ਲਿਖਿਆ, ਕਹਿੰਦਾ ਲੀਡਰ ਲੱਭਣ ਦੀ ਲੋੜ ਨਹੀਂ ਪੈਂਦੀ, ਲੀਡਰ ਖੁਦ ਆਪਣੇ ਆਪ ਨੂੰ ਪ੍ਰੂਵ ਕਰਦਾ ਹੈ ਕਿ ਉਹ ਲੀਡਰ ਹੈ, ਉਸੇ ਗੁਣ ਦੱਸਦੇ ਨੇ ਕਿ ਉਹ ਲੀਡਰ ਹੈ। ਤੇ ਇਹ ਟੌਪਿਕ ਜਿਹੜਾ ਆਉਣਾ ਚਾਹੀਦਾ, ਮੇਰੇ ਖਿਆਲ ਨਾਲ ਅਸੀਂ ਮਿਲਦੀ ਜੁਲਦੀ ਹੀ ਗੱਲ ਕਰ ਰਹੇ ਹਾਂ ਕਿ ਕਿਹੜੀਆਂ ਕੁਆਲਿਟੀਜ਼ ਜਿਹੜੀਆਂ ਨੇ ਉਹਦੇ ਚ ਆਉਂਦੀਆਂ ਨੇ, ਔਰ ਕਮਿਊਨੀਕੇਸ਼ਨ ਆਫ ਕੋਰਸ ਇਜ਼ ਦਾ ਕੀ ਕ੍ਰਾਈਟੇਰੀਆ, ਜਿਹੜੀ ਗੱਲ ਆਪਾਂ ਕਰ ਰਹੇ ਹਾਂ। ਸੰਜੇ ਜੀ, ਦੁਬਾਰਾ ਗੱਲ ਮੈਂ ਫੇਰ ਆ ਗਿਆ ਕਿਉਂਕਿ ਤੁਸੀਂ ਵਿੱਚ ਪੋਲੀਟੀਕਲ ਲੀਡਰਸ਼ਿਪ ਦਾ ਵੀ ਰੈਫਰੈਂਸ ਦਿੱਤਾ ਸੀਗਾ। ਗੱਲਾਂ ਚੋਂ ਇੱਕ ਗੱਲ ਨਿਕਲ ਰਹੀ ਹੈ ਕਿ ਜੋ ਮਸਲੇ ਦਾ ਹੱਲ ਹੈ ਕਿ ਜਦੋਂ ਅਸੀਂ ਲੀਡਰ ਚੁਣਨਾ ਐਜ਼ ਅ ਕਮਿਊਨਿਟੀ, ਜਾਂ ਮੈਂ ਮੈਂਬਰ ਹਾਂ ਜਾਂ ਮੈਂ ਵੋਟਰ ਹਾਂ, ਇਹਦਾ ਮਤਲਬ ਅਸੀਂ ਵੋਟ ਕਿਹਨੂੰ ਪਾਉਣੀ ਹੈ, ਜਿਵੇਂ ਡਾਕਟਰ ਹਰਪ੍ਰੀਤ ਨੇ ਕਿਹਾ ਕਿ ਉਹ ਬੰਦਾ ਸਾਨੂੰ ਰਿਪਰੈਜ਼ੈਂਟ ਕਰ ਸਕਦਾ, ਇਰਰਿਸਪੈਕਟਿਵ ਕਿ ਉਹ ਬੰਦੇ ਨੂੰ ਮੈਂ ਜਾਣਦਾ ਜਾਂ ਮੇਰੀ ਕਮਿਊਨਿਟੀ ਦਾ, ਉਹ ਸਾਡਾ ਇੱਕ ਫੇਸ ਹੈ, ਉਹ ਸਾਡਾ ਇੱਕ ਜਿਹਨੂੰ ਕਹਿੰਦੇ ਆਈਕਨ ਹੈ, ਬ੍ਰਾਂਡ ਆਈਕਨ ਬਣਨਾ ਉਹਨੇ ਕਮਿਊਨਿਟੀ ਦਾ। ਉਹਦੇ 'ਚ ਜਿਹੜੀਆਂ ਕੁਆਲਿਟੀਜ਼ ਨੇ ਬਹੁਤ ਮੈਟਰ ਕਰਦੀਆਂ। ਸੋ ਮੈਂ ਸਮਝਦਾ ਕਿ ਸਮਾਜ, ਜਿਵੇਂ ਨਵ ਸਰਕਾਰੀਆ ਕਹਿ ਰਿਹਾ ਕਿ ਚੰਗਾ ਲੀਡਰ ਪੈਦਾ ਕਰਦਾ, ਜੇ ਅਸੀਂ ਅਵੇਅਰ ਹੈ, ਲੋਕ ਐਜੂਕੇਟਡ ਨੇ, ਲੋਕ ਆਪਣੇ ਰਾਈਟਸ ਪ੍ਰਤੀ ਐਜੂਕੇਟਡ ਨੇ, ਲੋਕ ਦੇ ਡਿਊਟੀਜ਼ ਪਤਾ ਆ ਕਿ ਅਸੀਂ ਬੰਦੇ ਨੂੰ ਵੋਟ ਪਾ ਰਹੇ ਹਾਂ, ਉਹ ਮੇਰੀ ਵੋਟ ਡਿਜ਼ਰਵ ਕਰਦਾ ਹੈ, ਮੈਂ ਤਾਂ ਪਾ ਰਿਹਾ। ਸੰਜੇ ਜੀ, ਪੋਲੀਟੀਕਲ ਲੀਡਰਸ਼ਿਪ ਔਰ ਸੋਸ਼ਲ ਲੀਡਰਸ਼ਿਪ ਦਾ ਕੀ ਰਿਲੇਸ਼ਨਸ਼ਿਪ ਹੈ, ਇਹਦੇ ਤੇ ਕੀ ਕਹਿਣਾ ਚਾਹੋਗੇ? ਪੋਲੀਟੀਕਲ ਤੇ ਸੋਸ਼ਲ ਵੀ ਹੈਂਡ ਇਨ ਹੈਂਡ ਹੀ ਨੇ ਜੀ। ਉਹੀ ਗੱਲ ਹੈ ਕਿ ਜਿਵੇਂ ਤੁਸੀਂ ਗੱਲ ਰਿਮੋਟ ਤੋਂ ਸਟਾਰਟ ਕੀਤੀ ਸੀਗੀ, ਵੀ ਜਿਹਦੇ ਹੱਥ ਟੀਵੀ ਦਾ ਰਿਮੋਟ ਹੈ ਵੀ ਉਹੀ ਲੀਡਰ ਹੈ, ਤੇ ਇਹਨਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਫਰਕ ਇਹ ਸਿਰਫ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਨੇ, ਇਹ ਬੜੇ ਵਰਡ ਮੈਂ ਯੂਜ਼ ਕਰੂੰਗਾ, ਸ਼ਾਤਰ, ਇਹ ਆਪਣੇ ਆਪ ਨੂੰ ਇੱਕ ਨਾਰਮਲ ਲੀਡਰਸ਼ਿਪ ਤੋਂ ਪੂਰੇ ਅਪ ਕਰ ਲੈਂਦੇ ਨੇ, ਜਿੱਥੇ ਆਮ ਬੰਦਾ ਨੂੰ ਇਹ ਸ਼ੋਅ ਕੀਤਾ ਜਾਂਦਾ ਵੀ ਤੂੰ ਉਰੇ ਪਹੁੰਚ ਨਹੀਂ ਸਕਦਾ, ਜੇ ਪਹੁੰਚੇਗਾ ਮੈਂ ਤੈਨੂੰ 10-20 ਸਾਲ ਦਾ ਟਾਈਮ ਲੱਗੂਗਾ। ਥੋੜਾ ਜਿਹਾ, ਕੀ ਤੁਸੀਂ ਸਮਝਦੇ ਹੋ ਪੋਲੀਟੀਸ਼ੀਅਨ ਲੀਡਰ ਹੁੰਦਾ ਜਾਂ ਕਿ ਲੀਡਰ ਪੋਲੀਟੀਸ਼ੀਅਨ ਨਹੀਂ ਹੋ ਸਕਦਾ? ਦੋਨੋਂ ਹੋ ਸਕਦੇ ਨੇ ਜੀ, ਪਰ ਪੋਲੀਟੀਸ਼ੀਅਨ ਇੱਕ ਵਰਡ ਜਿਹੜਾ ਸਾਡੇ ਦਿਮਾਗ ਦੇ ਵਿੱਚ ਆ ਜਾਂਦਾ, ਜੋ ਫਿਲਮਾਂ 'ਚ ਦਿਖਾਇਆ ਜਾਂਦਾ ਜਾਂ ਕਿਤਾਬਾਂ 'ਚ, ਹੈ ਨਾ, ਇਹ ਪੋਲੀਟੀਸ਼ੀਅਨ ਹੈ, ਇਟ ਮੀਨਸ ਇਹ ਨੈਗੇਟਿਵ ਹੋਏਗਾ, ਹੈ ਨਾ, ਉਹ ਚੀਜ਼ ਉਹ ਹੋਣੀ ਨਹੀਂ ਚਾਹੀਦੀ। ਬਟ ਅਗੇਨ ਜਿਹੜਾ ਪੋਲੀਟੀਸ਼ੀਅਨ ਹੈ, ਉਹ ਆਪਣੇ ਆਪ ਨੂੰ ਜਿਹੜਾ ਹੈ ਉਸਨੂੰ, ਜਿਵੇਂ ਹਰਮੀਤ ਜੀ ਦੀ ਗੱਲ, ਕਮਿਊਨੀਕੇਸ਼ਨ, ਉਹਦੇ ਨਾਲ ਹੀ ਉਹ ਸਮਾਜ ਦੇ ਵਿੱਚ ਵਿਚਰ ਸਕਦਾ, ਆਮ ਬੰਦੇ ਦੀ ਪ੍ਰੋਬਲਮ ਨਾਲ ਉਹ ਰੂਬਰੂ ਹੋ ਸਕਦਾ। ਉਹਦਾ ਮਤਲਬ ਇਹ ਨਹੀਂ ਕਿ ਹੁਣ ਮੈਂ ਉਰੇ ਪਹੁੰਚ ਗਿਆ ਤੇ ਬਸ ਵੀ ਹੁਣ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਮੇਰੇ ਨਾਲ ਈਮੇਲ ਕਰੋ ਜਾਂ ਇੱਦਾਂ। ਉਹਨੂੰ ਹਰ ਤਰ੍ਹਾਂ ਦਾ ਮੋਡ ਆਫ ਕਮਿਊਨੀਕੇਸ਼ਨ ਅਪਣਾਉਣਾ ਚਾਹੀਦਾ ਹੈ। ਉਹਨੂੰ ਤੁਹਾਡੇ ਵਰਗੇ ਪਲੇਟਫਾਰਮ ਤੇ ਵੀ ਆਉਣਾ ਚਾਹੀਦਾ ਹੈ, ਉਸਨੂੰ ਫੇਸਬੁੱਕ ਲਾਈਵ ਵੀ ਹੋਣਾ ਚਾਹੀਦਾ। ਹੁਣ ਅੱਜ ਕੱਲ੍ਹ ਤਾਂ ਟੈਕਨੋਲੋਜੀ ਤੁਹਾਨੂੰ ਪਤਾ ਹੈ, ਜ਼ੂਮ, ਫੇਸਬੁੱਕ, ਇਹ ਸਾਰਾ ਹੀ ਹੋ ਗਿਆ, ਤਾਂ ਉਹਨੂੰ ਹਰ ਤਰ੍ਹਾਂ ਦਾ ਉਹ ਕਰਨਾ ਚਾਹੀਦਾ। ਇਹ ਨਹੀਂ ਹੈ ਵੀ ਉਹ ਥਾਂ ਤੇ ਤਾਂ ਬਹੁਤ ਵਧੀਆ ਭਾਸ਼ਣ ਦੇ ਰਿਹਾ, ਦੂਜੇ ਪਾਸੇ ਵੀ ਆਪਣੇ ਕਿਸੇ ਕੋਈ ਪ੍ਰੋਗਰਾਮ ਹੋਇਆ ਉੱਥੇ ਤਾਂ ਬਹੁਤ ਸੋਹਣਾ ਭਾਸ਼ਣ ਦਿੱਤਾ ਉਹਨੇ, ਹੈ ਨਾ, ਵੀ ਅਸੀਂ ਏਦਾਂ ਕਰ ਦੇਵਾਂਗੇ, ਅਸੀਂ ਆਪਣਾ ਇਸ ਸਮਾਜ ਚੋਂ ਆ ਵੀ ਇੰਨਾ ਅਸੀਂ ਕੀਤਾ, ਜਾਂ ਅਸੀਂ ਹੁਣ ਅੱਗੇ ਦੇਖਾਂਗੇ। ਮਤਲਬ ਜਦੋਂ ਕਾਉਂਸਲ ਦੇ ਵਿੱਚ ਉਹ ਬੈਠਾ 10 ਗੋਰਿਆਂ ਦੇ ਵਿੱਚ, ਉਹ ਬੋਲਿਆ ਵੀ ਨਹੀਂ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਅੱਛਾ, ਇਹਨੂੰ ਇਹ ਅਸੀਂ ਦੇਖਣਾ ਵੀ ਕੀ ਉਹ ਬੰਦੇ ਅੰਦਰ ਕਿਤੇ ਇਸ ਚੀਜ਼ ਦਾ ਕੋਈ ਇਹ ਤਾਂ ਨਹੀਂ। ਅੱਛਾ, ਇਹ ਚੀਜ਼ ਤੁਹਾਡੀ ਐਜੂਕੇਸ਼ਨ ਦੇ ਨਾਲ ਨਹੀਂ ਆਉਂਦੀ, ਇਹ ਐਕਸਪੀਰੀਅੰਸ ਨਾਲ ਹੀ ਆਉਂਦੀ ਹੈ। ਐਜੂਕੇਸ਼ਨ ਇਸ ਨੂੰ ਓਵਰਕਮ ਨਹੀਂ ਕਰ ਸਕਦੀ। ਹਾਂ, ਐਜੂਕੇਸ਼ਨ ਇਸ ਚ ਹੈਲਪ ਜ਼ਰੂਰ ਕਰ ਸਕਦੀ ਹੈ, ਬਟ ਉਹੀ ਗੱਲ ਹੈ, ਅਗੇਨ ਇਹ ਅਸੀਂ ਕਮਿਊਨਿਟੀ ਨੂੰ ਅਵੇਅਰ ਕਰਨਾ ਤੇ ਅਸੀਂ ਖੁਦ ਅਵੇਅਰ ਹੋਣਾ ਕਿ ਹਾਊ ਟੂ ਗੈਟ ਅ ਰਾਈਟ ਲੀਡਰ। ਅਦਰਵਾਈਜ਼ ਅਸੀਂ ਕਿਤੇ ਇੰਡੀਆ ਜਾਂ ਆਪਣੇ ਦੇਸ਼ਾਂ ਵਾਲਾ ਕੰਮ ਹੀ ਨਾ ਕਰ ਲਈਏ। ਅਸੀਂ ਉੱਥੋਂ ਉਰੇ ਕਿਉਂ ਆਏ? ਇੱਕ ਮਾੜੀ ਲੀਡਰਸ਼ਿਪ ਕਰਕੇ। ਇਹਨੂੰ ਕੋਈ ਬੰਦਾ ਅੱਜ ਮੰਨੇ ਚਾਹੇ 100 ਸਾਲ ਬਾਅਦ ਮੰਨੇ, ਉਹਨੂੰ ਇਹ ਮੰਨਣਾ ਹੀ ਪੈਣਾ, ਅਸੀਂ ਮਾੜੀ ਲੀਡਰਸ਼ਿਪ ਕਰਕੇ ਅਸੀਂ ਉਰੇ ਆਏ, ਸਾਨੂੰ ਅਦਰਵਾਈਜ਼ ਆਪਣਾ ਘਰ ਛੱਡਣ ਦੀ ਲੋੜ ਨਹੀਂ ਸੀ। ਸੰਜੇ ਜੀ, ਮੈਂ ਸਮਝਦਾ ਤੁਸੀਂ ਇਹ ਬਹੁਤ ਵੱਡੀ ਗੱਲ ਕੀਤੀ ਹੈ ਵੀ ਅਸੀਂ ਲੀਡਰਸ਼ਿਪ ਚੰਗੀ ਹੋਣੀ ਚਾਹੀਦੀ ਹੈ,
ਪੋਲੀਟੀਸ਼ੀਅਨ ਲੀਡਰਸ਼ਿਪ ਨਹੀਂ ਹੋਣੀ ਚਾਹੀਦੀ ਜਾਂ ਪੋਲੀਟੀਕਲ ਲੀਡਰਸ਼ਿਪ ਨਹੀਂ ਹੋਣੀ ਚਾਹੀਦੀ। ਲੀਡਰਸ਼ਿਪ ਜਿਹੜੀ ਗੱਲ ਡਾਕਟਰ ਹਰਪ੍ਰੀਤ ਤੇ ਹਰਮੀਤ ਜੀ ਕਰ ਰਹੇ ਆ, ਉਹ ਕੁਆਲਿਟੀਜ਼ ਔਰ ਵੈਲਿਊਜ਼ ਵਾਲੀ ਹੋਣੀ ਚਾਹੀਦੀ ਹੈ। ਕਮਿਟਮੈਂਟ, ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੇ ਬੰਦਾ ਟਰਾਂਸਪੇਰੈਂਟ ਨਹੀਂ ਹੈਗਾ, ਨੈਚੁਰਲੀ ਉਹ ਗੁੱਡ ਲੀਡਰ ਨਹੀਂ ਬਣ ਸਕਦਾ ਜੋ ਕਮਿਊਨਿਟੀ ਦੇ ਹਿਸਾਬ ਨਾਲ। ਪਰ ਇਹਦੀ ਜ਼ਿੰਮੇਵਾਰੀ, ਇਹਦੀ ਅਕਾਊਂਟੇਬਿਲਿਟੀ ਸਾਡੀ ਹੈ ਐਜ਼ ਅ ਕਮਿਊਨਿਟੀ ਵਰਕਰ ਜਾਂ ਐਜ਼ ਅ ਲੀਡਰ ਕਿਹਨੂੰ ਚੁਣਨਾ। ਹਾਂਜੀ ਹਰਮੀਤ ਜੀ, ਮੈਨੂੰ ਲੱਗਾ ਤੁਸੀਂ ਕੁਝ ਕਹਿਣਾ ਚਾਹੁੰਦੇ। ਹਾਂਜੀ ਵੀਰ ਜੀ, ਇੱਕ ਜਿਹੜਾ ਪੋਲੀਟੀਕਲ ਲੀਡਰ ਵੀ ਕਹਿ ਲਓ ਜਾਂ ਜੋ ਮੈਂ ਇਸ ਕੰਟਰੀ ਚ ਆ ਕੇ ਦੇਖਿਆ, ਉਹ ਵੀ ਹੋਣਾ ਚਾਹੀਦਾ ਜੋ ਰਿਸਪੌਂਸਿਬਿਲਿਟੀ ਲਵੇ ਆਪਣੇ ਐਕਸ਼ਨਸ ਦੀ। ਮੈਂ ਪਹਿਲੀ ਵਾਰੀ ਇੱਥੇ ਆ ਕੇ ਦੇਖਿਆ ਸੀਗਾ ਇੱਕ ਪ੍ਰੀਮੀਅਰ ਨੂੰ ਰਿਜ਼ਾਈਨ ਕਰਦੇ ਹੋਏ, ਜੋ ਮੈਂ ਜ਼ਿੰਦਗੀ 'ਚ ਕਦੀ ਨਹੀਂ ਦੇਖਿਆ ਸੀ, ਇੰਡੀਆ ਵਿੱਚ ਐਟਲੀਸਟ ਨਹੀਂ ਦੇਖਿਆ ਸੀ। ਟੂ ਬੀ ਰਿਸਪੌਂਸਿਬਲ ਫॉर ਸਮਥਿੰਗ ਐਲਸ, ਜੋ ਪਰਸਨਲ ਮੈਟਰ ਸੀ ਜਾਂ ਕੁਝ ਸੀਗਾ। ਮੈਂ ਇੱਥੇ ਪੋਲੀਟੀਸ਼ੀਅਨ ਨੂੰ ਰਿਜ਼ਾਈਨ ਕਰਦੇ ਦੇਖਿਆ ਐਟ ਅ ਵੈਰੀ ਯੰਗ ਏਜ। ਦੇ ਉਹ ਲੈਂਦੇ ਨੇ ਰਿਸਪੌਂਸਿਬਿਲਿਟੀ ਫॉर देयर ਐਕਸ਼ਨਸ ਕਿ ਕੋਈ ਕਿਸੇ ਤਰੀਕੇ ਨਾਲ ਕੋਈ ਇਹੋ ਜਿਹੀ ਚੀਜ਼ ਹੋਈ ਹੈ ਜਿਹਦੇ ਨਾਲ ਮੇਰੀ ਲੀਡਰਸ਼ਿਪ, I could not prove myself as a good leader. ਜੋ ਮੈਂ ਪੈਸ਼ਨ ਲੈ ਕੇ ਚੱਲਿਆ ਸੀ ਜਾਂ ਚੱਲੀ ਸੀ, ਉਹ ਮੈਂ ਨਹੀਂ ਪੂਰਾ ਕਰ ਸਕੀ, ਸੋ ਆਮ ਗੋਇੰਗ ਟੂ ਰਿਜ਼ਾਈਨ। ਉਹ ਬਹੁਤ ਵੱਡੀ ਅਕਾਊਂਟੇਬਿਲਿਟੀ ਹੈਗੀ ਹੈ। ਕਮਿਊਨਿਟੀ ਤਾਂ ਦਿਖਾਏਗੀ ਉਹਨਾਂ ਨੂੰ, ਡੈਫੀਨੇਟਲੀ ਸਾਡਾ ਰਿਸਪੌਂਸਿਬਿਲਿਟੀ ਹੈ, ਪਰ ਐਜ਼ ਅ ਲੀਡਰ, ਅੱਛਾ ਲੀਡਰ ਵੀ ਉਹੀ ਹੋਏਗਾ ਜਿਹੜਾ ਰਿਸਪੌਂਸਿਬਿਲਿਟੀ ਲਵੇ ਆਪਣੇ ਐਕਸ਼ਨ ਦੀ। ਯੈਸ, ਪਬਲਿਕਲੀ ਰਿਸਪੌਂਸਿਬਿਲਿਟੀ ਲਵੇ। ਸਹੀ ਗੱਲ ਕਹਿ ਰਹੇ ਹੋ ਤੁਸੀਂ। ਇੱਥੇ ਜਿਹੜੀ ਗੱਲ ਤੁਸੀਂ ਆਈ ਵੀ ਮੈਂ ਇੱਕ ਪ੍ਰੀਮੀਅਰ ਨੂੰ ਰਿਜ਼ਾਈਨ ਕਰਦੇ ਦੇਖਿਆ, ਮੈਨੂੰ ਜਾਂ ਕੁਛ ਗੱਲ ਸਾਨੂੰ ਸ਼ਾਇਦ ਇਹ ਗੱਲ ਕਈ ਵਾਰੀ ਹਜਮ ਨਹੀਂ ਹੋਈ। 5 ਮਿੰਟ ਜਿਹੜਾ ਮਿਨਿਸਟਰ ਸੀ ਲੇਟ ਆਇਆ, ਉਹਨੇ ਰਿਜ਼ਾਈਨ ਦੇ ਦਿੱਤਾ ਕਿ ਮੈਂ ਦੂਸਰਿਆਂ ਦਾ ਟਾਈਮ ਵੇਸਟ ਕੀਤਾ, ਆਈ ਐਮ ਨੋਟ ਫਿਟ ਫॉर द ਪੋਜੀਸ਼ਨ। ਪ੍ਰਾਈਮ ਮਿਨਿਸਟਰ ਖੜਾ ਗੱਲ ਕਰ ਰਿਹਾ ਕਿ ਬੰਦਾ ਬਾਹਰੋਂ ਨਿਕਲ ਕੇ ਕਹਿੰਦਾ ਮੇਰਾ ਲੋਨ ਖਰਾਬ ਕਰਤਾ, ਪਰੇ ਹੋ ਕੇ ਗੱਲ ਕਰ। ਸੋ ਇਹ ਗੱਲ ਜਿਹੜੀ ਸਾਡੀ ਕਮਿਊਨਿਟੀ ਦੀ ਲੀਡਰਸ਼ਿਪ, ਬੜਿਆਂ ਨੂੰ ਪੁੱਛਿਆ, ਮੈਂ ਬੜੇ ਆਪਣੇ ਪੰਜਾਬ ਦੇ ਵਿੱਚ ਦੋਸਤਾਂ ਨੂੰ ਪੁੱਛਿਆ ਵੀ ਹਾਊ ਡੂ ਯੂ ਰਿਐਕਟਡ। ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਲੀਡਰ ਹੋਣ ਲਈ ਡੈਜ਼ਿਗਨੇਸ਼ਨ ਹੋਣਾ ਜ਼ਰੂਰੀ ਹੈ। ਕਿ ਮੈਨੂੰ ਤੁਸੀਂ ਪ੍ਰਧਾਨ ਬਣਾਓਗੇ ਮੈਂ ਤਾਂ ਹੀ ਲੀਡਰ ਬਣ ਸਕਦਾ। ਮਤਲਬ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੀ ਇਹ ਗੱਲ ਨਜ਼ਰ ਆਉਂਦੀ ਹੈ ਕਿ ਸਾਡੇ ਕੋਲ ਕੋਈ ਪੋਜੀਸ਼ਨ ਹੈ ਤੇ ਤਾਂ ਮੈਂ ਲੀਡਰ ਬਣ ਸਕਦਾ। ਜਿਹੜਾ ਬੰਦਾ ਘਰੋਂ ਨਿਕਲ ਕੇ ਕਹਿ ਰਿਹਾ ਵੀ ਪ੍ਰਾਈਮ ਮਿਨਿਸਟਰ ਤੋਂ ਪਿੱਛੇ ਹੋ ਕੇ ਖਲੋ, ਉਹ ਇੱਕ ਪਰਸਨ ਦੇਖ ਰਿਹਾ, ਨੋਟ ਡੈਜ਼ਿਗਨੇਸ਼ਨ ਦੇਖ ਰਿਹਾ। ਉਹਦੇ ਲਈ ਵੀ ਆਰ ਇਕੁਅਲ। ਜੋ ਲੀਡਰ ਹੋਏਗਾ ਉਹ ਤੇਰੀ ਜੌਬ ਹੈ, ਤੂੰ ਡਿਊਟੀ ਕਰ ਰਿਹਾ, ਪਰ ਤੂੰ ਮੇਰਾ ਕੰਮ ਖਰਾਬ ਕਰ ਰਿਹਾ। ਇਹ ਜਿਹੜਾ ਮਿਸਮੈਚ ਔਰ ਮਤਲਬ ਕਿ ਇਮੇਜਗ੍ਰਾਫੀ ਜਾਂ ਸੁਸਾਇਟੀ ਦੀ ਸੋਸ਼ਲ ਵੈਲਿਊ ਨੂੰ ਸਮਝਣਾ, ਤਾਂ ਮੈਂ ਸਮਝਦਾ ਕਿ ਉਹ ਜ਼ਰੂਰੀ ਹੋ ਜਾਂਦਾ ਕਿ ਉਹ ਬੰਦੇ ਨੇ ਰਿਜ਼ਾਈਨ ਕਰ ਦਿੱਤਾ ਕਿ 5 ਮਿੰਟ ਮੈਂ ਲੇਟ ਆਇਆ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਮਿਟਮੈਂਟਸ ਕਿੱਥੇ ਨੇ, ਸਾਡੀਆਂ ਕਮਿਟਮੈਂਟਸ ਕਿਸੇ ਬੰਦੇ ਦੇ ਨਾਲ ਜਸਟ ਇਹ ਨਹੀਂ ਹੈਗਾ ਕਿ ਉਹ ਐਕਸ ਪ੍ਰੈਜ਼ੀਡੈਂਟ ਹੈਗਾ ਆਰਗੇਨਾਈਜੇਸ਼ਨ ਦਾ ਤੇ ਹੀ ਇਜ਼ ਅ ਗੁੱਡ ਲੀਡਰ। ਸਾਡੀਆਂ ਕਮਿਟਮੈਂਟਸ ਇਹ ਦੇਖਣ ਦੀਆਂ ਵੀ ਹੈਗੀਆਂ ਨੇ ਕਿ ਉਹ ਬੰਦਾ ਕਿੰਨੇ ਸਾਲਾਂ ਤੋਂ ਲਗਾਤਾਰ ਕਿਸ ਲੈਵਲ ਦੇ ਉੱਤੇ ਕੰਮ ਕਰ ਰਿਹਾ। ਠੀਕ ਹੈ ਜੀ। ਜਿਹੜੀ ਗੱਲ ਸੰਜੇ ਜੀ ਕਹਿ ਰਹੇ ਕਿ ਜਿਸ ਲੀਡਰਸ਼ਿਪ ਤੋਂ ਡਰਦੇ ਅਸੀਂ ਇੰਡੀਆ ਤੋਂ ਛੱਡ ਕੇ ਇੱਧਰ ਆਏ ਆ, ਸਾਡੇ ਭਾਈਚਾਰੇ ਬਹੁਤ ਸਾਰੇ ਲੋਕ ਨੇ, ਉਹ ਕਹਿੰਦੇ ਮੇਰਾ ਇੰਡੀਆ ਦੇ ਵਿੱਚ ਇੰਨੇ ਬੰਦਿਆਂ ਨਾਲ ਲਿੰਕ ਹੈਗਾ, ਮੈਂ ਤੇਰਾ ਕੰਮ ਕਰਾ ਸਕਦਾ, ਆਈ ਐਮ ਅ ਲੀਡਰ ਹੇਅਰ। ਆਰ ਆਸਟ੍ਰੇਲੀਅਨ ਆਰ ਗੋਇੰਗ ਟੂ, ਆਰ ਆਸਟ੍ਰੇਲੀਅਨ ਇੰਡੀਅਨ ਔਰ ਆਸਟ੍ਰੇਲੀਅਨ ਪੰਜਾਬੀ ਆਰ ਗੋਇੰਗ ਟੂ ਐਕਸੈਪਟ ਅ ਪਰਸਨ ਐਜ਼ ਅ ਲੀਡਰ? Is this the question? ਹਾਂਜੀ ਵਿਕਰਮ ਜੀ, ਮੈਂ ਤੁਹਾਡੇ ਨਾਲ ਕਾਫੀ ਹੱਦ ਤੱਕ ਸਹਿਮਤ ਹੈਗੀ ਆ, ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਲੀਡਰ ਹੁੰਦੇ ਨਾ, ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਲੀਡਰ ਹਾਂ, ਹੈਨਾ। ਲੋਕੀ ਤੁਹਾਨੂੰ ਮੰਨਦੇ ਨੇ ਕਿ ਤੁਸੀਂ ਲੀਡਰ ਹੋ। ਹੁਣ ਜਿਵੇਂ ਆਪਾਂ ਕਈ ਵਾਰੀ ਗਰੁੱਪ ਦੇ ਵਿੱਚ ਬੈਠੇ ਹੁੰਦੇ ਆ ਤੇ ਕੋਈ ਬੰਦਾ ਕੋਈ ਗੱਲ ਕਰਦਾ ਹੈ ਤੇ ਆਪਾਂ ਹਮੇਸ਼ਾ ਉਸ ਗਰੁੱਪ ਦੇ ਵਿੱਚ ਲੋਕੀ ਜਿਹਦੇ ਕੋਲ ਉਹਦੀ ਐਕਸਪਰਟੀਜ਼ ਨੇ ਜਾਂ ਜਿਹੜਾ ਬੰਦਾ ਜ਼ਿਆਦਾ ਉਸ ਚੀਜ਼ ਬਾਰੇ ਜਾਣਦਾ, ਆਪਾਂ ਕਹਿੰਦੇ ਨਹੀਂ ਤੁਸੀਂ ਇਸ ਬਾਰੇ ਦੱਸੋ ਨਾ, ਕਿਉਂਕਿ ਅਸੀਂ ਉਹਨੂੰ ਦਿਲੋਂ ਲੀਡਰ ਮੰਨਦੇ ਹਾਂ, ਹੈਨਾ। ਪਰ ਸਾਨੂੰ ਕੀ ਹੈਗਾ, ਸਾਡੀ ਕਮਿਊਨਿਟੀ ਦੇ ਵਿੱਚ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਕਿ ਮੈਂ ਲੀਡਰ ਹੈਗਾ ਜਾਂ ਮੈਂ ਲੀਡਰ ਆ, ਮੈਨੂੰ ਤੁਸੀਂ ਮੰਨੋ ਮੈਂ ਲੀਡਰ ਹਾਂ, ਕਿਉਂਕਿ ਮੈਂ ਮੰਨਦਾ ਕਿ ਮੈਂ ਲੀਡਰ ਹਾਂ। ਇਸ ਚੀਜ਼ ਤੇ ਮੈਂ ਕਾਫੀ ਡਿਫਰ ਕਰਦੀ ਹਾਂ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਸੀਗੀ ਕਿ ਨਿਊਜ਼ੀਲੈਂਡ ਦੀ, ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਕਿ ਕੋਈ ਬੰਦਾ ਕਿਸੇ ਮਿਨਿਸਟਰ ਨੂੰ ਮਿਲਣ ਗਿਆ ਉਹਦੇ ਘਰ, ਤੇ ਉਹ ਜਦੋਂ ਕੋਈ ਬੰਦਾ ਅੰਦਰ ਆ ਰਿਹਾ ਹੈਗਾ, ਉਹਨੇ ਕੋਈ ਬਾਕਸ ਚੁੱਕਿਆ ਹੋਇਆ ਸੀਗਾ ਤੇ ਉਹਨੂੰ ਪੁੱਛਿਆ ਕਿ ਮੈਂ ਜੀ ਸੋ ਐਂਡ ਸੋ, ਜਾਣਦੇ ਨਹੀਂ ਸੀ ਵੀ ਉਹ ਮਿਨਿਸਟਰ ਕੌਣ ਨੇ, ਤੇ ਉਹ ਕਹਿੰਦੇ ਜੀ ਮੈਂ ਸੋ ਐਂਡ ਸੋ ਮਿਨਿਸਟਰ ਨੂੰ ਮਿਲਣ ਆਇਆ। ਉਹ ਕਹਿੰਦੇ ਜਸਟ ਕਮ ਇਨ, ਹੈਵ ਅ ਸੀਟ। ਉਹ ਬੰਦਾ ਰੱਖ ਕੇ ਬਾਕਸ ਆ ਕੇ ਬੈਠ ਗਿਆ, ਕਹਿੰਦਾ ਜੀ ਮੈਂ ਹੀ ਉਹ ਹੈਗਾ। ਹੁਣ ਆਪਾਂ ਦੇ ਦਿਮਾਗ ਦੇ ਵਿੱਚ ਇੱਕ ਜਿਹੜਾ ਪੋਲੀਟੀਕਲ ਲੀਡਰ ਹੈਗਾ ਨਾ, ਉਹ ਹੈਗਾ ਕਿ ਉਹਦੀ ਝੰਡੀ ਦੇ ਅੱਗੇ ਕਾਰ ਲੱਗੀ ਹੋਈ, ਮਤਲਬ ਕਾਰ ਦੇ ਅੱਗੇ ਝੰਡੀ ਲੱਗੀ ਹੋਈ, ਨਾ ਕਿ ਝੰਡੀ ਦੇ ਅੱਗੇ ਕਾਰ ਲੱਗੀ ਹੋਏਗੀ। ਉਹਦੇ ਅੱਗੇ ਪਿੱਛੇ 2-3 ਕਾਰਾਂ ਹੋਣਗੀਆਂ ਪੁਲਿਸ ਦੀਆਂ,
ਫਿਰ ਉਹਦਾ ਹਸਾਰਨ ਜਾਂ ਵੱਜੇਗਾ ਤਾਂ ਕਿ ਬਾਕੀ ਸਾਰੇ ਪਰੇ ਹੋ ਜਾਣ ਤੇ ਉਹਨਾਂ ਦੀ ਕਾਰ ਚਲੇ ਜਾਏ। ਆਪਣਾ ਪੋਲੀਟੀਕਲ ਜਿਹੜਾ ਦਿਮਾਗ 'ਚ ਬੈਠਿਆ ਹੋਇਆ ਨਾ ਲੀਡਰ, ਉਹ ਆਪਾਂ ਉਸ ਕੰਟਰੀ ਤੋਂ ਆਏ ਹੈਗੇ ਆ। ਇੱਥੇ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਡਿਫਰੈਂਟ ਹੈਗੀ ਆ। ਹੁਣ ਇੱਥੇ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਵਾਂਗੀ, ਜਿਵੇਂ ਆਪਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਲੈਕਚਰਰਸ਼ਿਪ ਲਈ ਅਪਲਾਈ ਕਰਦੇ ਹੈਗੇ ਆ, ਐਂਡ ਦੇ ਟੇਕ ਯੂ ਇੰਟਰਵਿਊ and along with that सारी faculty बैठती है, you have to lecture on a topic, है ना। वो faculty सारी देखती है कि जिस चीज ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹ ਤੁਸੀਂ ਉਹਦੇ ਯੋਗ ਵੀ ਹੈਗੇ ਹੋ ਕਿ ਤੁਸੀਂ ਐਕਸਪ੍ਰੈਸ ਕਰ ਸਕਦੇ ਹੋ, ਤੁਸੀਂ ਲੈਕਚਰ ਦੇ ਸਕਦੇ ਹੋ, ਐਕਸਪਲੇਨ ਕਰ ਸਕਦੇ ਹੋ, ਯੂ ਕੈਨ ਆਨਸਰ ਆਲ ਦ ਕੁਐਸਚਨਸ। ਕਿ ਕਦੇ ਆਪਣੇ ਲੀਡਰ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਉਹ ਮਤਲਬ ਜਿਹੜੀ ਜਿਸ ਹਰਮੀਤ ਜੀ ਨੇ ਗੱਲ ਕੀਤੀ ਹੈ, ਖੜੇ ਹੋ ਕੇ ਸਾਨੂੰ ਲੈਕਚਰ ਦੇ ਪਹਿਲਾਂ ਕਿ ਉਹ ਐਕਸਪ੍ਰੈਸ ਕਰੇ, ਉਹ ਕਿਵੇਂ ਬੋਲ ਰਿਹਾ ਹੈਗਾ, ਉਹ ਕੀ ਗਰੁੱਪ ਦੇ ਵਿੱਚ ਬੋਲ ਸਕਦਾ ਕਿ ਨਹੀਂ ਬੋਲ ਸਕਦਾ, ਉਹ ਕਿਹੜੇ ਇਸ਼ੂਜ਼ ਤੇ ਉਹਨੂੰ ਮਤਲਬ ਜਾਣਕਾਰੀ ਵੀ ਹੈ ਕਿ ਸਾਡੇ ਮੁੱਦੇ ਕਿਹੜੇ ਹੈਗੇ ਨੇ ਜਾਂ ਕਿੱਥੇ ਕਿੱਥੇ ਸਾਨੂੰ ਇੰਪਰੂਵਮੈਂਟਸ ਦੀ ਲੋੜ ਹੈਗੀ ਹੈ, ਉਹਦੀ ਵਿਜ਼ਨ ਕੀ ਹੈਗੀ ਹੈ, ਉਹਨੇ ਕਿੰਨਾ ਪੇਪਰ ਵਰਕ ਆਪਣਾ ਜਿਹੜਾ ਹੈਗਾ ਹੋਮਵਰਕ ਕੀਤਾ ਹੋਇਆ। ਇਹ ਚੀਜ਼ਾਂ ਵੱਲ ਤੇ ਅਸੀਂ ਜਾਂਦੇ ਨਹੀਂ। ਆਪਾਂ ਨੂੰ ਜੋ ਕਹਿ ਦਿੰਦੇ ਜੀ ਉਹ ਖੜੇ ਨੇ, ਸਾਨੂੰ ਜਾਣਦੇ ਨੇ, ਇੱਧਰ ਵੋਟ ਪਾ ਦਿਓ, ਆਪਾਂ ਕਹਿ ਦਿੰਦੇ ਚਲੋ ਠੀਕ ਹੈ ਜੀ, ਕੋਈ ਨਹੀਂ, ਵੋਟ ਹੀ ਪਾਉਣੀ, ਆਪਾਂ ਇਹਨਾਂ ਨੂੰ ਪਾ ਦਿਆਂਗੇ। ਉੱਥੇ ਸਾਡੀ ਵੀ ਥੋੜੀ ਗਲਤੀ ਹੈਗੀ ਹੈ ਕਿ ਅਸੀਂ ਦੇਖੀਏ ਕਿ ਅਸੀਂ ਕਿਸ ਬੰਦੇ ਨੂੰ ਆਪਣਾ ਲੀਡਰ ਚੁਣਨਾ ਕਿ ਉਹ ਸਾਨੂੰ ਅੱਗੇ ਜਾ ਕੇ ਰਿਪਰੈਜ਼ੈਂਟ ਕਰ ਸਕੇਗਾ ਕਿ ਨਹੀਂ। ਹਾਂਜੀ ਸੰਜੇ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਫਿਰ ਮੈਂ ਮੈਡਮ ਲਿਖ ਰਿਹਾ ਤੁਹਾਡੇ ਪੁਆਇੰਟ। ਯੈਸ ਹਾਂਜੀ ਸੰਜੇ। ਮੈਂ ਤਾਂ ਮੈਡਮ ਦਾ ਪੁਆਇੰਟ ਇੱਕ ਉਹ ਕਹਿ ਰਹੇ ਸੀ ਨਾ ਵੀ ਸਾਰੇ ਅਸੀਂ ਕਹਿੰਦੇ ਹਾਂ ਮੈਂ ਲੀਡਰ ਹਾਂ, ਹਾਂ ਮੈਂ ਲੀਡਰ ਹਾਂ। ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ। ਮੈਨੂੰ ਲੱਗਦਾ ਵੀ ਹਰਮੀਤ 'ਚ ਬਹੁਤ ਵਧੀਆ, ਹਰਮੀਤ ਜੀ 'ਚ ਲੀਡਰਸ਼ਿਪ ਕੁਆਲਿਟੀ ਹੈ ਵੀ ਇਹ ਸਾਡੇ ਲੀਡਰ ਹੋਣ। ਅਸੀਂ ਕਦੀ ਐਂ ਨਹੀਂ ਕਹਿੰਦੇ ਅਸੀਂ ਇਹ ਨਾ ਹਾਂ ਜੀ ਮੈਂ ਲੀਡਰ ਹਾਂ ਜੀ, ਮੈਂ ਬਹੁਤ ਵਧੀਆ ਬੰਦਾ, ਮੈਂ ਬਹੁਤ ਵਧੀਆ ਕੰਮ ਕਰਦਾ। ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਮੈਨੂੰ ਇਲੈਕਸ਼ਨਾਂ 'ਚ ਖੜੇ ਹੋ ਜਾਣਾ ਚਾਹੀਦਾ। ਬਸ ਦੇਖੋ ਗੱਲ ਇਹ ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ ਨਾ, ਟੀਮ ਵੈਲਿਊ। ਜੇ ਅਸੀਂ ਇੱਕ ਟੀਮ ਦੇ ਵਿੱਚੋਂ ਆਉਨੇ ਆ, ਠੀਕ ਹੈ ਨਾ, ਫॉर एग्जांपल ਬਹੁਤ ਸਾਰੇ ਫੇਸਬੁੱਕ ਤੇ ਵੀ ਕਮੈਂਟ ਆ ਰਹੇ ਆ ਵੀ ਅਸੀਂ ਵੋਟ ਪਾਉਨੇ ਆ ਜਾਂ ਸਾਨੂੰ ਜਿਸ ਤਰ੍ਹਾਂ ਆਪਾਂ ਗੱਲਾਂ ਕਰ ਰਹੇ ਆ ਸਿਮਿਲਰ ਆ। ਜੇ ਅਸੀਂ ਇੱਕ ਟੀਮ ਦਾ ਪਾਰਟ ਆ, ਫॉर एग्जांपल ਕੀ ਹੁੰਦਾ ਕਿ ਮੈਂ 2-4 ਬੰਦਿਆਂ ਨੂੰ ਜਾਣਦਾ, ਉਹ ਕਹਿੰਦੇ ਠੀਕ ਹੈ ਵੀ ਜਿਹਨੂੰ ਕਹਿੰਦੇ ਪੰਜਾਬ ਦੇ ਤੈਨੂੰ ਟਿਕਟ ਦੇ ਦਿੰਦੇ ਆ, ਮੈਨੂੰ ਇੱਕ ਡੈਜ਼ਿਗਨੇਸ਼ਨ ਮਿਲ ਗਿਆ, ਮੈਂ ਕਿਸੇ ਟੀਮ 'ਚੋਂ ਨਹੀਂ ਆਇਆ, ਮੈਂ ਕਿਸੇ ਪਾਰਟੀ ਦੇ ਨਾਲ ਆ, ਮੈਨੂੰ ਉਹ ਬੈਨੀਫਿਟ ਮਿਲ ਗਿਆ, ਮੈਂ ਲੀਡਰ ਬਣ ਗਿਆ। ਪਰ ਕੀ ਮੈਂ ਉਹ ਪੋਲੀਟਿਕ ਪੋਜੀਸ਼ਨ ਮਿਲ ਗਈ, ਪਰ ਕੀ ਉਹ ਲੀਡਰ ਹੈ? ਇਸੇ ਕਰਕੇ ਮੈਂ ਕਹਿ ਰਿਹਾ ਕਿ ਡੈਜ਼ਿਗਨੇਸ਼ਨ ਲੈਣਾ ਲੀਡਰਸ਼ਿਪ ਨਹੀਂ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਲੀਡਰ ਟੀਮ ਦੇ ਵਿੱਚ ਕਿਵੇਂ ਆਏਗਾ, ਹੁਣ ਉਹ ਬੰਦਾ ਕਿਸੇ ਵੀ ਲੈਵਲ ਤੇ ਕਿਸੇ ਦਾ ਕੰਮ ਕਰੇਗਾ। ਫॉर एग्जांपल ਕੋਈ ਬੰਦਾ ਪ੍ਰੀਟੈਂਡ ਕਰ ਸਕਦਾ ਕਿ ਮੈਂ ਕੰਮ ਕਰ ਰਿਹਾ ਪਰ ਐਕਚੁਅਲੀ ਉਹ ਨਾ ਕਰੇ। ਇੱਥੇ ਵੈਲਿਊਜ਼ ਔਰ ਟਰਾਂਸਪੇਰੈਂਸੀ ਬਹੁਤ ਮੈਟਰ ਕਰਦੀ ਹੈ, ਜਿਹੜੀ ਡਾਕਟਰ ਹਰਪ੍ਰੀਤ ਨੇ ਗੱਲ ਕੀਤੀ ਹੈ ਕਿ ਤੁਹਾਡੇ ਬਿਹੇਵੀਅਰ, ਤੁਹਾਡੇ ਮੈਨਰਿਜ਼ਮ ਦੇ ਵਿੱਚ ਕਿਸ ਤਰ੍ਹਾਂ ਦੇ ਰਿਫਲੈਕਸ਼ਨ ਨਜ਼ਰ ਆ ਰਹੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਫਿਰ ਓਵਰ ਦਾ ਪੀਰੀਅਡ ਹੋ ਸਕਦਾ ਵੀ ਅਸੀਂ ਕੁਝ ਚੀਜ਼ਾਂ ਸਾਨੂੰ ਸਮੇਂ ਦੇ ਨਾਲ ਪਤਾ ਲੱਗਦੀਆਂ। ਹੋ ਸਕਦਾ ਕੋਈ ਬੰਦਾ ਬਹੁਤ ਵਧੀਆ ਹੋਵੇ। ਦ ਰੀਅਲ ਟੈਸਟ ਆਫ ਏ ਪਰਸਨ ਉਦੋਂ ਹੁੰਦਾ ਜਦੋਂ ਉਹਦੇ ਕੋਲ ਪਾਵਰ ਹੁੰਦੀ ਹੈ, ਔਰ ਰੀਅਲ ਟੈਸਟ ਉਦੋਂ ਹੁੰਦਾ ਜਦੋਂ ਉਹ ਪਾਵਰ ਲੈ ਕੇ ਜਿਹਨੂੰ ਕਹਿੰਦੇ ਵੀ ਡਾਊਨ ਟਰੋਨ ਸਟ੍ਰੈਟਾ ਦੇ ਨਾਲ ਕਿਵੇਂ ਡੀਲ ਕਰਦਾ ਹੈ। ਇਹ ਲੀਡਰਸ਼ਿਪ ਕੁਆਲਿਟੀ ਸੋਸਾਇਟੀ ਪਾਵਰ ਦੇਣ ਤੋਂ ਪਹਿਲਾਂ ਔਰ ਇੱਕ ਹੋਰ ਟੈਸਟ ਮੈਨੂੰ ਲੱਗਦਾ ਹੋਣਾ ਚਾਹੀਦਾ ਹੈ, ਕਿਉਂਕਿ ਜੇ ਤੁਸੀਂ ਪਾਵਰ ਤੋਂ ਬਾਅਦ ਟੈਸਟ ਕਰੋਗੇ ਫਿਰ ਤੁਸੀਂ ਟੈਸਟ ਹੀ ਕਰਦੇ ਰਹਿ ਜਾਓਗੇ। ਜੇ ਬੰਦਾ ਮਾੜਾ ਨਿਕਲਿਆ ਫਿਰ 4 ਸਾਲ ਲੰਘ ਗਏ, ਫਿਰ ਮਾੜਾ ਨਿਕਲਿਆ ਤੁਹਾਡੇ 20-25 ਸਾਲ ਦਾ ਹੀ ਲੱਗ ਗਏ। ਤੁਹਾਡਾ ਇੱਕ ਪ੍ਰੀ ਟੈਸਟ ਵੀ ਹੋਣਾ ਚਾਹੀਦਾ ਹੈ ਜਿੱਦੋਂ ਤੁਸੀਂ ਟੈਸਟ ਕਰ ਲਓ ਘੱਟੋ ਘੱਟ ਬੰਦੇ ਨੂੰ ਮੈਨੂੰ ਪਾਵਰ ਦਿੱਤੀ ਜਾਣੀ ਚਾਹੀਦੀ ਹੈ ਕਿ ਨਹੀਂ। ਇਸੇ ਕਰਕੇ ਅੱਜ ਅਸੀਂ ਤੁਹਾਡੇ ਨਾਲ ਜੁੜੇ ਵੀ ਤੁਸੀਂ ਇਹਦਾ ਹੱਲ ਕੱਢੋ, ਟੈਸਟ ਲਿਆਓ, ਕੋਈ ਨਾ ਕੋਈ ਕੱਢੋ ਇਹਦਾ। ਨਹੀਂ ਅਸੀਂ ਤਾਂ, ਮੈਂ ਕੌਣ ਹੋਣਾ ਕਿਸੇ ਨੂੰ ਟੈਸਟ ਕਰਨ ਵਾਲਾ। ਦਾ ਓਨਲੀ ਥਿੰਗ ਇਜ਼ ਕਿ ਆਪਣਾ ਮਤਲਬ ਇਹ ਹੈ ਵੀ ਸਾਡੇ 'ਚ ਕੁਝ ਗੱਲਾਂ ਕਾਮਨ ਨੇ ਵੀ ਆਪਾਂ ਇਹ ਵਿਚਾਰ ਸਮਝਦੇ ਹਾਂ ਵੀ ਲੀਡਰਸ਼ਿਪ ਜਿਹੜੀ ਲੀਡਰਸ਼ਿਪ ਹੈ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸ਼ਾਇਦ ਜਿਹੜੀ ਡਾਕਟਰ ਹਰਪ੍ਰੀਤ ਨੇ ਗੱਲ ਕੀਤੀ ਕਿ ਜਦੋਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਦਾ ਹੈਡ ਬਣਨਾ ਹੈ। ਸੰਜੇ, ਮੇਰਾ ਪਹਿਲਾ ਕੁਐਸਚਨ ਮੰਨ ਲਓ ਸੰਜੇ ਤੁਸੀਂ ਕਿਸੇ ਆਰਗੇਨਾਈਜੇਸ਼ਨ ਦਾ ਹੈਡ ਬਣ ਰਹੇ ਹੋ, ਵਾਈ ਆਰ ਯੂ ਹੈਡਿੰਗ? ਤੁਹਾਡੀਆਂ ਬਚਪਨ ਦੇ ਪ੍ਰੋਫਾਈਲਸ ਕਿਸ ਤਰ੍ਹਾਂ ਦੇ ਨੇ ਤੁਹਾਡੇ? ਜਿਵੇਂ ਹਰਮੀਤ ਜੀ ਸਕੂਲ ਦੇ ਵਿੱਚ ਦੇਖੋ ਸਕੂਲ ਦੇ ਵਿੱਚ ਜਿਹੜੇ ਥੋਟ ਕਲਟੀਵੇਟ ਹੁੰਦੇ ਆ, ਇੱਕ ਬੱਚਾ ਇੱਕ ਸਮਰ ਕੈਂਪ ਦੇ ਵਿੱਚ ਲੈਟ ਸਪੋਜ਼ ਈਅਰ 5 ਦੇ ਵਿੱਚ ਉਹ ਲੀਡਰ ਬਣਦਾ, ਉਹ 5 ਜਾਂ 10 ਬੰਦਿਆਂ ਦੀ ਕਲਾਸ ਵੱਲੋਂ ਟੀਮ ਲੀਡ ਕਰਦਾ। 9ਵੀਂ 10ਵੀਂ ਦੇ ਵਿੱਚ ਉਹ ਬੰਦਾ ਕੋਈ ਹੋਰ ਟੀਮ ਲੀਡ ਕਰਦਾ। ਉਸ ਤੋਂ ਬਾਅਦ ਉਹ ਆਪਣਾ ਬਿਜ਼ਨਸ ਪ੍ਰੋਫਾਈਲ ਕਰਕੇ ਯੰਗਸਟਰ 'ਚ CEO ਬਣ ਜਾਂਦਾ। ਉਹ ਜਿਹੜਾ ਪ੍ਰੋਫਾਈਲ ਨਜ਼ਰ ਆ ਰਿਹਾ ਤੁਹਾਨੂੰ ਵੀ ਸਕੂਲਿੰਗ ਤੋਂ ਲੈ ਕੇ ਕਿਸ ਤਰ੍ਹਾਂ ਨਜ਼ਰ ਆ ਰਿਹਾ, ਕਿਸ ਤਰ੍ਹਾਂ ਚੱਲਦਾ ਜਾ ਰਿਹਾ, ਆਈ ਥਿੰਕ ਉਹ ਮੈਟਰ ਕਰਦਾ। ਕੋਈ ਵੀ ਪਰਸਨ ਸੰਜੇ ਜੀ ਕਿਸੇ ਵੀ ਆਰਗੇਨਾਈਜੇਸ਼ਨ ਤੋਂ ਆ ਰਿਹਾ, ਉਹਦੇ ਵਿੱਚ ਉਸ ਆਰਗੇਨਾਈਜੇਸ਼ਨ ਦੀ ਲੀਡਰਸ਼ਿਪ ਹੋ ਸਕਦੀ ਹੈ। ਉਹ ਟੀਮ ਦੇ ਵਿੱਚ ਕਿਵੇਂ ਮੂਵ ਕਰ ਰਿਹਾ। ਫॉर एग्जांपल ਰਿਸਪੈਕਟ, ਪੈਸਾ ਤੇ ਅਸੀਂ ਅਰਨ ਕਰ ਸਕਦੇ ਹਾਂ, ਅਸੀਂ ਟੀਮ ਦੇ ਵਿੱਚ ਰਿਸਪੈਕਟ ਕਿਵੇਂ ਅਰਨ ਕਰ ਰਹੇ ਹਾਂ।
ਜੋ ਮਰਜ਼ੀ ਹੋਏ, ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀਏ, ਪਰ ਸਾਨੂੰ ਟੀਮ ਦੇ ਵਿੱਚ ਪਤਾ ਹੁੰਦਾ ਵੀ ਬੰਦਾ ਕੀ ਗੱਲ ਕਰ ਰਿਹਾ, ਕਿ ਉਹ ਕਮਿਟਮੈਂਟ ਹੈ, ਕਿ ਉਹ ਡਿਲੀਵਰ ਕਰ ਰਿਹਾ, ਔਰ ਜੋ ਡਿਲੀਵਰ ਕਰ ਰਿਹਾ ਤੇ ਕਿੰਨੀ ਪੈਸ਼ਨ ਔਰ ਓਨੈਸਟੀ ਨਾਲ ਕਰ ਰਿਹਾ। ਉਹ ਮੇਰੇ ਖਿਆਲ ਨਾਲ ਹੌਲੀ ਹੌਲੀ ਆਉਂਦੀ ਹੈ, ਉਹ ਟਾਈਮ ਲੱਗਦਾ। ਇਸੇ ਤਰ੍ਹਾਂ ਲੀਡਰਸ਼ਿਪ ਜਿਹੜੀ ਹੈ ਉਹ ਵੀ ਹੌਲੀ ਹੌਲੀ ਔਰ ਟਾਈਮ ਨਾਲ ਆਏਗੀ। ਔਰ ਬਾਕੀ ਇਹ ਤੁਸੀਂ ਜਿਹੜੀ ਗੱਲ ਹੈ ਵੀ ਟੈਸਟ ਨਹੀਂ ਹੈਗਾ, ਇਟਸ ਅ ਪ੍ਰੋਜ਼ ਐਂਡ ਕੌਨ ਔਨ ਸਰਟਨ ਕੇਸਿਸ। ਮੈਨੂੰ ਲੱਗਦਾ ਇੱਕ ਬੜਾ ਵਧੀਆ, ਮੈਨੂੰ ਲੱਗਦਾ ਤੁਸੀਂ ਬਹੁਤ ਵਧੀਆ ਪੁਆਇੰਟ ਚੱਕਿਆ ਵੀ ਉਹ ਟੀਮ 'ਚ ਡਿਲੀਵਰ ਕੀ ਕਰ ਰਿਹਾ ਹੈ। ਹੁਣ ਮੈਂ ਅਗਰ ਕੋਈ ਚੀਜ਼ ਮੈਂ ਕਹਿ ਰਿਹਾ ਤਾਂ ਅਗਰ ਤੁਸੀਂ ਮੈਨੂੰ ਜਾਣਦੇ ਹੋ ਪਿਛਲੇ 5 ਸਾਲਾਂ 'ਚ, ਤੁਹਾਨੂੰ ਮੇਰਾ ਪਤਾ ਹੋਊਗਾ ਵੀ ਸੰਜੇ ਭੰਡਾਰੇ ਨੇ ਆਹ ਗੱਲ ਕੀਤੀ ਸੀ ਤੇ ਉਹਨੇ ਡਿਲੀਵਰ ਕੀਤੀ ਜਾਂ ਨਹੀਂ ਕੀਤੀਆਂ, ਕੁਝ ਪਰਸੈਂਟੇਜ ਤੱਕ ਕੀਤੀ ਜਾਂ ਬਿਲਕੁਲ ਹੀ ਉਹਦੇ ਉਲਟ ਕਰਤੀ। ਮੈਨੂੰ ਲੱਗਦਾ ਇਹੀ ਇੱਕ ਟੈਸਟ ਹੈ ਛੋਟਾ ਜਿਹਾ। ਤੁਸੀਂ ਆਪਣੇ ਜੋ ਵੀ ਬੰਦਾ ਆਪਣੇ ਸਾਹਮਣੇ ਆਉਂਦਾ ਹੈ, ਉਹ ਆਪਣੇ ਅੱਗੇ ਸਾਹਮਣੇ ਖੜਾ ਹੁੰਦਾ ਵੀ ਹਾਂਜੀ ਮੈਨੂੰ ਵੋਟ ਪਾਓ ਜਾਂ ਮੈਨੂੰ ਕੁਛ ਹੈ ਨਾ, ਮੈਂ ਤੁਹਾਡਾ ਲੀਡਰ ਹਾਂ। ਤੁਸੀਂ ਉਹਦਾ ਪਿਛਲੇ 5 ਸਾਲ ਦਾ ਕਾਰਜਕਾਲ ਦੇਖੋ, ਉਹਨੇ ਕੀ ਕੀਤਾ, ਉਹਨੇ ਜੋ ਸ਼ੁਰੂ ਕੀਤਾ ਸੀ ਕੀ ਉਹਨੇ ਉਸਨੂੰ ਅੰਜਾਮ ਤੱਕ ਪਹੁੰਚਾਇਆ, ਜੋ ਉਹਦਾ ਵਿਜ਼ਨ ਸੀਗਾ। ਅਗਰ ਤੁਸੀਂ ਉਹਨੂੰ 3 ਸਾਲ ਤੋਂ ਜਾਣਦੇ ਹੋ, ਪਿਛਲੇ 3 ਸਾਲ ਦਾ ਕਾਰਜਕਾਲ ਦੇਖੋ ਉਸਦਾ, ਚਾਹੇ ਉਹ ਬਿਜ਼ਨਸ ਦੇ ਵੱਲ ਹੀ ਹੈ, ਅਗਰ ਬਿਜ਼ਨਸ 'ਚ ਹੈ, ਅਗਰ ਕੋਈ ਕਮਿਊਨਿਟੀ ਆਰਗੇਨਾਈਜੇਸ਼ਨ ਜੁੜਿਆ ਹੈ, ਈਵਨ ਕਿ ਰਿਲੀਜੀਅਸ ਆਰਗੇਨਾਈਜੇਸ਼ਨ ਨਾਲ ਜੁੜਿਆ ਹੈ, ਉਹਦਾ ਉਹ ਰਿਲੀਜੀਅਸ ਕਾਰਜਕਾਲ ਕੱਢ ਕੇ ਦੇਖੋ। ਐਨਜੀਓ ਨਾਲ ਜੁੜਿਆ, ਐਨਜੀਓ ਦਾ ਕਾਰਜਕਾਲ ਕੱਢ ਕੇ ਦੇਖੋ। ਬਿਜ਼ਨਸ ਨਾਲ ਜੁੜਿਆ, ਬਿਜ਼ਨਸ ਦਾ ਕਾਰਜਕਾਲ ਕੱਢ ਕੇ ਦੇਖੋ ਵੀ ਉਹ ਬੰਦੇ ਨੇ ਉਸ ਆਪਣੇ ਖਿੱਤੇ 'ਚ ਕੀ ਕੀਤਾ। ਜੇ ਉਹਨੂੰ ਬਿਜ਼ਨਸ ਹੀ ਚੱਜ ਨਾਲ ਨਹੀਂ ਚਲਾ ਰਿਹਾ, ਉਹਦੇ 10 ਚੋਂ 7 ਬੰਦੇ ਉਸਨੂੰ ਕਹਿੰਦੇ ਨੇ ਜੀ ਇਹ ਤਾਂ ਸਾਡੇ ਪੈਸੇ ਖਾ ਗਿਆ ਜਾਂ ਸਾਨੂੰ ਗਲਤ ਇਹਨੇ ਸਰਵਿਸਿਜ਼ ਦਿੱਤੀ, ਉਹ ਤੁਸੀਂ ਫਿਰ ਅੱਗੇ ਲੀਡਰ ਲਿਆਓਗੇ ਤਾਂ ਫਿਰ ਉਹ ਤਾਂ ਆਈ ਥਿੰਕ ਤੁਸੀਂ ਖੁਦ ਗਲਤੀ ਕਰ ਰਹੇ ਹੋ ਫਿਰ ਉਹਦੇ ਨਾਲੋਂ ਵੱਡੀ। ਮੈਂ ਸਮਝ ਗਿਆ ਤੁਸੀਂ ਜੋ ਗੱਲ ਕਹਿਣਾ ਚਾਹੁੰਦੇ ਹੋ। ਮੇਰੇ ਖਿਆਲ ਨਾਲ ਆਪਾਂ ਕਾਫੀ ਵਧੀਆ, ਮੈਂ ਇਨ ਸ਼ਾਰਟ ਜਿਹੜੀ ਮੈਂ ਸਮਰੀ ਕਰੂੰਗਾ, ਜਾਣ ਤੋਂ ਪਹਿਲਾਂ ਇੱਕ ਵਾਰੀ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਕਹਿ ਸਕਦੇ ਹੋ। ਮੈਂ ਜਾਂਦੇ ਜਾਂਦੇ ਕੁਝ ਕਮੈਂਟਸ ਜਿਹੜੇ ਲੈਣਾ ਚਾਹੁੰਦਾ। ਅਜੀਤ ਚੌਹਾਨ ਜੀ ਲਿਖ ਰਹੇ, ਕਹਿੰਦੇ ਵੀ ਕਮਿਊਨਿਟੀ ਲੀਡਰਸ਼ਿਪ ਐਂਡ ਪੋਲੀਟੀਕਲ ਲੀਡਰਸ਼ਿਪ ਆਪਸ 'ਚ ਇਕੱਠੀਆਂ ਨਹੀਂ ਚੱਲ ਸਕਦੀਆਂ, ਇਟਸ ਵੈਰੀ ਹਾਰਡ ਟੂ ਸੀ। ਪਰ ਜਿਹੜੀ ਮੈਂ ਸਮਝਦਾ ਕਿ ਅਸੀਂ ਗੱਲ ਕਰ ਰਹੇ ਹਾਂ ਕਮਿਊਨਿਟੀ ਲੀਡਰਸ਼ਿਪ ਦੀ, ਵੀ ਇਹਦੇ ਵਿੱਚ ਜੋ ਕਮਿਟਮੈਂਟਸ ਵੈਲਿਊਜ਼ ਹੋਣ, ਜਿਹੜੀ ਗਰਾਊਂਡ ਤਿਆਰ ਹੋਵੇ, ਉਹ ਜ਼ਰੂਰ ਹੋਣੀ ਚਾਹੀਦੀ ਹੈ। ਮੈਨੂੰ ਇਹ ਥੋੜੇ ਜਿਹੇ 4-5 ਸਾਲ ਹੀ ਆਸਟ੍ਰੇਲੀਆ ਦੇ ਵਿੱਚ ਹੋਏ, ਪਰ ਮੈਂ ਫੀਲ ਕਰ ਰਿਹਾ ਕਿ ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨ ਨੇ ਉਹ ਇੱਕ ਨਰਸਰੀ ਦਾ ਕੰਮ ਕਰਨਗੀਆਂ ਇੱਥੋਂ ਦੀ ਲੀਡਰਸ਼ਿਪ ਪੈਦਾ ਕਰਨ ਦੇ ਵਿੱਚ। ਉਹ ਜਿਹੜੇ ਬੱਚੇ ਸਕੂਲਾਂ ਤੋਂ ਆ ਰਹੇ, ਜਿਹੜੀ ਨੈਕਸਟ ਜਨਰੇਸ਼ਨ, ਆਫ ਕੋਰਸ ਉਹ ਸਕੂਲਾਂ ਦੀ ਉਹਨਾਂ ਦੀ ਐਜੂਕੇਸ਼ਨ ਡਿਫਰੈਂਟ ਹੈ, ਉਹ ਇੱਕ ਡਿਫਰੈਂਟ ਲੀਡਰਸ਼ਿਪ ਪ੍ਰੋਫਾਈਲ 'ਚੋਂ ਆ ਰਹੇ ਆ। ਕਮਿਊਨਿਟੀ ਐਂਡ ਬਿਜ਼ਨਸ ਆਰਗੇਨਾਈਜੇਸ਼ਨ ਵਿਲ ਨਰਚਰ ਸਮ ਲੀਡਰਸ਼ਿਪ ਪ੍ਰੋਫਾਈਲ ਇਹ ਸੋਸਾਇਟੀ ਦੇ ਵਿੱਚ। ਇੱਥੋਂ ਦਾ ਫੈਡਰਲ ਸਟਰਕਚਰ ਇਸ ਤਰ੍ਹਾਂ ਦਾ ਕਿ ਥੱਲਿਓਂ ਉੱਪਰ ਨੂੰ ਚੱਲਦਾ, ਕਾਉਂਸਲਸ ਇੰਡੀਪੈਂਡੈਂਟ ਨੇ, ਸਟੇਟ ਇੰਡੀਪੈਂਡੈਂਟ ਹੈ ਔਰ ਫੈਡਰਲ ਇੰਡੀਪੈਂਡੈਂਟ ਹੈ। ਇੰਡੀਆ ਦਾ ਜਿਹੜਾ ਸਟਰਕਚਰ ਹੈ ਉਲਟਾ ਆ, ਉੱਥੇ ਗ੍ਰਾਸ ਰੂਟ ਤੇ ਨਰਸਰੀ ਨਹੀਂ ਹੈਗੀਆਂ, ਤਾਂ ਇੱਕ ਫੈਮਿਲੀ ਕਲੈਨ ਸਿਸਟਮ ਚੱਲ ਰਿਹਾ। ਜੇ ਅਸੀਂ ਇਹਨਾਂ ਨੂੰ ਅਲੱਗ-ਅਲੱਗ ਕਰਕੇ ਦੇਖਾਂਗੇ ਤੇ ਸ਼ਾਇਦ ਅਸੀਂ ਕੁਝ ਲੀਡਰਸ਼ਿਪ ਦੀਆਂ ਕੁਆਲਿਟੀਜ਼ ਜਿਹੜੀਆਂ ਇੱਥੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਲੋਕਾਂ ਨੇ ਇਹੀ ਲਿਖਿਆ ਕਿ ਸਾਨੂੰ ਰਿਸਪੌਂਸਿਬਿਲਿਟੀ ਹੈ, ਅਸੀਂ ਵੋਟਾਂ ਉਹਨਾਂ ਨੂੰ ਪਾਉਣੇ ਆ, ਸਾਡੇ ਭਾਈਚਾਰੇ ਚਿਮਚਾਗਿਰੀ ਤੇ ਹੈਂਕੜ ਬਹੁਤ ਹੈ। ਇਹ ਵੀ ਗੱਲ ਕਮੈਂਟਸ ਜਿਹੜੇ ਆ ਰਹੇ ਨੇ ਕਿ ਆਵਰ ਪੀਪਲ ਫੇਲ ਟੂ ਬਿਲਡ ਟਰਸਟ ਔਨ ਲੀਡਰਸ਼ਿਪ, ਇਹ ਵੀ ਗੱਲ ਆ ਰਹੀ ਹੈ। ਤੇ ਸੈਲਫ ਡੈਡੀਕੇਸ਼ਨ ਬਹੁਤ ਜ਼ਰੂਰੀ ਹੈ ਲੀਡਰਸ਼ਿਪ ਦੇ ਵਿੱਚ। ਤੇ ਕਿਤੇ ਕਿਤੇ ਅੱਜ ਇਹ ਵੀ ਹੈ ਵੀ ਜੇ ਕੋਈ ਵੈਲਫੇਅਰ ਦਾ ਕੰਮ ਕਰਦੇ ਤੇ ਲੋਕ ਬਾਅਦ ਚ ਉਹਦੀ ਖਿੱਚਾ ਧੂਈ ਬਹੁਤ ਕਰਦੇ ਆ। ਇਸ ਤਰ੍ਹਾਂ ਦੇ ਕਮੈਂਟ ਜਿਹੜੇ ਸਾਡੇ ਕੋਲ ਆ ਰਹੇ ਨੇ। ਜਾਂਦੇ ਜਾਂਦੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਡਾਕਟਰ ਹਰਪ੍ਰੀਤ? ਹਾਂਜੀ ਬਿਲਕੁਲ ਵਿਕਰਮ ਜੀ, ਇੱਕ ਤਾਂ ਜ਼ਰੂਰ ਮੈਂ ਗੱਲ ਕਰਨੀ ਚਾਹ ਰਹੀ ਹੈਗੀ ਆ ਕਿ ਸਭ ਤੋਂ ਪਹਿਲਾਂ ਜਿਹੜੀ ਸਾਡੀ ਇੱਥੇ ਕਮਿਊਨਿਟੀ ਹੈਗੀ ਹੈ, ਬਹੁਤ ਛੋਟੀ ਕਮਿਊਨਿਟੀ ਹੈਗੀ ਹੈ, ਉਹਦੇ ਵਿੱਚ ਜਿਹੜੀ ਯੂਨਿਟੀ ਉਹ ਹੋਣੀ ਚਾਹੀਦੀ ਹੈ। ਔਰ ਇੱਕ ਦੂਸਰੇ ਨੇ ਜੇ ਕਿਸੇ ਨੇ ਵੀ ਕੋਈ ਕੰਮ ਸੋਸ਼ਲ ਵਰਕ ਸ਼ੁਰੂ ਕੀਤਾ ਹੈਗਾ, ਸਾਨੂੰ ਉਹਨੂੰ ਸਪੋਰਟ ਕਰਨਾ ਚਾਹੀਦਾ ਹੈ। ਦੇਖੋ ਜਦੋਂ ਕੋਈ ਕੰਮ ਕਰਦਾ ਆ ਉਹਦੇ ਵਿੱਚ ਜੇ ਉਹਨੇ 100 ਗੱਲਾਂ ਕੋਈ ਕੰਮ ਕੀਤੇ ਨੇ ਤੇ ਜੇ ਉਹਦੇ 'ਚ 90% ਵਧੀਆ ਨੇ ਤੇ 10% ਕੋਈ ਗਲਤੀਆਂ ਵੀ ਰਹਿ ਗਈਆਂ ਨੇ, ਅਸੀਂ ਪਤਾ ਨਹੀਂ ਇਸ ਤਰ੍ਹਾਂ ਦੀ ਆਦਤ ਕਿਉਂ ਬਣਾ ਲਈ ਹੋਈ ਹੈ ਕਿ ਅਸੀਂ 10% ਨੂੰ ਹੀ ਉਭਾਰਦੇ ਆ ਤੇ ਜਿਹੜੇ 90% ਇੰਨੀ ਵਧੀਆ ਗੱਲਾਂ ਕੀਤੀ ਉਹਨੂੰ ਅਸੀਂ ਬਿਲਕੁਲ ਉਹਦੀ ਜਿਹੜੀ ਉਹਨਾਂ ਨੂੰ ਸ਼ਾਬਾਸ਼ੀ ਨਹੀਂ ਦਿੰਦੇ ਹੈਗੇ। ਸੋ ਸਾਨੂੰ ਉਹ ਜਿਹੜੇ ਪਹਿਲਾਂ ਸੰਜੇ ਜੀ ਨੇ ਗੱਲ ਕੀਤੀ ਹੈ ਕਿ ਜਿਹੜਾ ਵੀ ਕੋਈ ਚੰਗਾ ਕੰਮ ਕਰ ਰਿਹਾ ਹੈਗਾ ਉਹਨੂੰ ਉਤਸ਼ਾਹ ਕਰਨਾ ਤੇ ਉਹਦੇ ਨਾਲ ਚੱਲਣਾ ਜਾਂ ਅੱਗੋਂ ਉਹਨਾਂ ਨਾਲ ਹੱਥ ਮਿਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੈਕੰਡਲੀ ਜਿਹੜਾ ਹੈਗਾ, ਮੈਂ ਇੱਕ ਚੀਜ਼ ਲਈ ਕਾਫੀ ਵਰਿਡ ਹੈਗੀ ਆ ਆਪਣੀ ਕਮਿਊਨਿਟੀ ਦੇ ਵਿੱਚ ਕਿ ਜਿਹੜੇ ਸਾਡੇ ਅੱਗੋਂ ਬੱਚੇ ਹੈਗੇ ਨੇ, ਜਿਹੜੀ ਸੰਜੇ ਜੀ ਨੇ ਵੀ ਗੱਲ ਕੀਤੀ ਸੀ ਫੈਮਿਲੀ ਵਾਇਲੈਂਸ ਦੀ, ਉਹਦੇ ਵਿੱਚ ਕੀ ਹੈਗਾ ਕਿ ਜਿਹੜੀਆਂ ਸਾਡੀ ਫੈਮਿਲੀ ਵਾਇਲੈਂਸ ਇੰਨੀ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਵੱਧ ਰਹੀ ਹੈਗੀ ਹੈ, ਉਹਦੇ ਰੀਜ਼ਨਸ ਹੈਗੇ ਨੇ ਬਹੁਤ ਸਾਰੇ। ਕਿਉਂਕਿ ਜਦੋਂ ਅਸੀਂ ਇੰਡੀਆ ਤੋਂ ਆਉਂਦੇ ਹਾਂ, ਪੰਜਾਬ ਤੋਂ ਆਉਂਦੇ ਹਾਂ, ਇੱਕ
ਇੱਕ ਬੜਾ ਅਸੀਂ ਸਪੈਸੀਫਿਕ ਜਿਹਾ ਮੈਂਟਲ ਮੇਕਅਪ ਦੇ ਨਾਲ ਆਉਂਦੇ ਆ ਕਿ ਅਸੀਂ ਇੱਕ ਸਾਡੇ ਜਿਹੜੇ ਚੋਰਸ ਨੇ ਜਾਂ ਸਾਡੇ ਜਿਹੜੇ ਕੰਮ ਕਰਨਾ ਆ ਉਹ ਇਸ ਬੰਦੇ ਦਾ ਕੰਮ ਹੈ, ਉਹ ਔਰਤ ਦਾ ਕੰਮ ਹੈ, ਅਸੀਂ ਇਹ ਨਹੀਂ ਕਰਨਾ। ਪਰ ਜਦੋਂ ਉਹ ਇੱਕ ਬੜਾ ਵੱਡਾ ਮੁੱਦਾ ਬਣ ਜਾਂਦਾ ਹੈਗਾ। ਜਿਹੜੇ ਸਾਡੇ ਬੱਚੇ ਨੇ ਉਹ ਜਿਹੜੀ ਫੈਮਿਲੀ ਵਾਇਲੈਂਸ ਕਹਿ ਲਓ, ਚਾਹੇ ਉਹ 2% ਹੈ ਕਿਸੇ ਫੈਮਿਲੀ ਦੇ ਵਿੱਚ ਜਾਂ 80% ਹੈਗੀ ਹੈ, ਜਦੋਂ ਉਹ ਸਾਡੇ ਬੱਚੇ ਦੇਖ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਆਪਣੇ ਮਤਲਬ ਕਮਿਊਨਿਟੀ ਦੇ ਵਿੱਚ ਅੱਗੋਂ ਸ਼ਾਦੀਆਂ ਕਰਾਉਣੀਆਂ, ਉਹਨਾਂ ਨੂੰ ਲੱਗਦਾ ਆ ਕਿ ਆਹੀ ਵਿਆਹ ਹੁੰਦੇ ਨੇ। ਇਹ ਇੱਕ ਬੜਾ ਮਤਲਬ ਬਹੁਤ ਸੀਰੀਅਸ ਮੁੱਦਾ ਹੈਗਾ ਜਿਹਨੂੰ ਕਿ ਅਸੀਂ ਅੱਖੋਂ ਓਲੇ ਨਹੀਂ ਕਰ ਸਕਦੇ। ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਇੱਕ ਅੱਛਾ ਫੈਮਿਲੀ ਜਿਹੜਾ এনवायरमेंट ਨਹੀਂ ਦਿਖਾਵਾਂਗੇ, ਸਾਡੇ ਬੱਚੇ ਸਾਡੇ ਤੋਂ ਟੁੱਟਦੇ ਜਾਣਗੇ। ਔਰ ਜਿਹੜੀ ਅਸੀਂ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ, ਹੋਰ ਵੀ 25-30 ਸਾਲਾਂ ਤੱਕ ਇਹ ਸਾਡੀ ਕਮਿਊਨਿਟੀ ਨਹੀਂ ਰਹੇਗੀ, ਕਿਉਂਕਿ ਇਹ ਇੱਕ ਬਹੁਤ ਸੀਰੀਅਸ ਮੁੱਦਾ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਕ ਅੱਛਾ ਜਿਹੜਾ ਘਰ ਦਾ ਮਾਹੌਲ ਦੇਈਏ ਤੇ ਸਾਡੇ ਬੱਚੇ ਜਦੋਂ ਅੱਛੇ ਮਾਹੌਲ 'ਚ ਪਲਣਗੇ, ਉਹ ਅੱਛਾ ਇੱਕ ਫੈਮਿਲੀ ਸਟਰਕਚਰ ਦੇਖਣਗੇ, ਸਾਡੀ ਕਮਿਊਨਿਟੀ ਸਟਰੋਂਗ ਰਹੇਗੀ ਤੇ ਉਹਦੇ ਵਿੱਚ ਸਾਡੇ ਬੱਚੇ ਫਲਰਿਸ਼ ਕਰਨਗੇ, ਉਹ ਅੱਛੇ ਲੀਡਰ ਵੀ ਬਣਨਗੇ, ਅੱਛੇ ਪ੍ਰੋਫੈਸ਼ਨਸ ਦੇ ਵਿੱਚ ਵੀ ਜਾਣਗੇ। ਉਹ ਸਾਰਾ ਕੁਝ ਅਸੀਂ ਅਚੀਵ ਕਰਾਂਗੇ। ਉਹਦੇ ਲਈ ਇਹ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਇਸ ਚੀਜ਼ ਵੱਲ ਬਹੁਤ ਧਿਆਨ ਦਈਏ। ਇੱਕ ਜਿਹੜੀ ਸਾਡੀ ਬੋਲੀ ਹੈਗੀ ਹੈ ਉਹਦੇ ਵੱਲ ਵੀ ਧਿਆਨ ਦਈਏ, ਔਰ ਇੱਕ ਜਿਹੜਾ ਫੈਮਿਲੀ ਦਾ ਜਿਹੜਾ এনवायरमेंट ਹੈਗਾ ਪੋਜ਼ਿਟਿਵ। ਔਰ ਬੱਚਿਆਂ ਦੇ ਵਿੱਚ ਅਸੀਂ ਟਰਸਟ ਤਾਂ ਹੀ ਬਣਾ ਸਕਾਂਗੇ ਜੇ ਅਸੀਂ ਬੱਚਿਆਂ ਦੇ ਥੋੜੇ ਕਲੋਜ਼ ਹੋਈਏ। ਜੇ ਅਸੀਂ ਸਿਰਫ ਭੱਜ ਦੌੜ ਕਿ ਇੱਕ ਜਣਾ ਸ਼ਿਫਟ ਤੇ ਜਾ ਰਿਹਾ, ਦੂਜਾ ਕੰਮ ਤੇ ਜਾ ਰਿਹਾ, ਵੱਡਾ ਘਰ ਲੈ ਲਈਏ, ਵੱਡੀ ਕਾਰ ਲੈ ਲਈਏ, ਬੱਚਿਆਂ ਲਈ ਟਾਈਮ ਨਹੀਂ ਹੈਗਾ। ਉਹ ਜਿਹੜਾ ਰਿਲੇਸ਼ਨਸ਼ਿਪਸ ਦੂਰ ਹੋ ਰਹੇ ਨੇ, ਉਹਨਾਂ ਦੇ ਉੱਤੇ ਵੀ ਬਹੁਤ ਧਿਆਨ ਦੇਣ ਦੀ ਲੋੜ ਹੈ। ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋਣਗੀਆਂ ਸਾਡੇ ਬੱਚਿਆਂ ਦੇ ਵਿੱਚ। ਲੀਡਰਸ਼ਿਪ ਤੇ ਤਾਂ ਹੀ ਆਏਗੀ ਨਾ ਜੇ ਉਹਨਾਂ ਵਿੱਚ ਪਹਿਲਾਂ ਕੌਨਫੀਡੈਂਸ ਹੋਏਗਾ, ਸੈਲਫ ਅਸਟੀਮ ਹੋਏਗੀ। ਜਦੋਂ ਤੱਕ ਸਾਡੇ ਬੱਚਿਆਂ ਦੇ ਵਿੱਚ ਸੈਲਫ ਅਸਟੀਮ ਤੇ ਕੌਨਫੀਡੈਂਸ ਨਹੀਂ ਹੋਏਗਾ, ਲੀਡਰਸ਼ਿਪ ਅਸੀਂ ਉਹਨਾਂ ਨੂੰ ਕਿੱਥੋਂ ਲੀਡਰ ਬਣ ਜਾਣਗੇ ਨਾ। ਉਹ ਚੀਜ਼ਾਂ ਤਾਂ ਹੀ ਆਉਣਗੀਆਂ ਜੇ ਅਸੀਂ ਪੋਜ਼ਿਟਿਵ ਹੈ ਘਰ ਦੇ ਵਿੱਚ, ਬੱਚਿਆਂ ਦੇ ਕਲੋਜ਼ ਆ, ਉਹਨਾਂ ਨੂੰ ਟਾਈਮ ਦੇ ਰਹੇ ਹੈਗੇ ਆ, ਔਰ ਉਹਨਾਂ ਨੂੰ ਕੌਨਫੀਡੈਂਸ ਉਹਨਾਂ ਦੇ ਵਿੱਚ ਵਧਾ ਰਹੇ ਆ, ਉਹਨਾਂ ਦੀ ਸੈਲਫ ਅਸਟੀਮ ਵਧਾ ਰਹੇ ਹੈਗੇ। ਮੈਂ ਇਹ ਕਹਿਣਾ ਚਾਹੁੰਦੀ ਸੀ ਆਪਣੀ ਕਮਿਊਨਿਟੀ ਲਈ। ਯੈਸ, ਬਿਲਕੁਲ ਸਹੀ ਤੁਸੀਂ ਕਿਹਾ। ਯੂਨਿਟੀ ਤਾਂ ਹੈ ਜੇ ਅਸੀਂ ਉਹ ਟੀਮ ਵੈਲਿਊਜ਼ ਨੂੰ ਇੱਕ ਦੂਜੇ ਨਾਲ ਰਿਸਪੈਕਟ ਕਰਦੇ ਹਾਂ। ਯੂਨਿਟੀ ਇਨ ਡਾਇਵਰਸਿਟੀ ਹੋਏਗੀ, ਜਿਹੜੀ ਤੁਸੀਂ ਗੱਲ ਕੀਤੀ, ਜੇ ਅਸੀਂ ਦੂਸਰੇ ਦੇ ਡਿਫਰੈਂਸ ਓਪੀਨੀਅਨ ਨੂੰ ਐਪਰੀਸ਼ੀਏਟ ਕਰਦੇ ਹਾਂ। ਫੈਮਿਲੀ ਦੇ ਵਿੱਚ ਵੀ ਸਾਡੇ ਅਲੱਗ-ਅਲੱਗ ਹੋ ਜਾਂਦੇ, ਬੱਚੇ ਬਹਿਸ ਕਰਦੇ, ਆਰਗੂ ਕਰਦੇ ਆ। ਜੇ ਅਸੀਂ ਟੀਮ ਦੇ ਵਿੱਚ ਕਰਦੇ ਹਾਂ ਤੇ ਯੂਨਿਟੀ ਇਨ ਡਾਇਵਰਸਿਟੀ, ਜੇ ਅਸੀਂ ਉਹਨੂੰ ਸਮਝਦੇ ਹਾਂ। ਪਰ ਜਿਸ ਤਰ੍ਹਾਂ ਸਾਡੇ ਤੇ ਇੱਕ ਕਲਚਰ ਦੂਸਰੇ ਨੂੰ ਇੰਪੋਜ਼ ਕਰ ਰਿਹਾ, ਜਿਸ ਤਰ੍ਹਾਂ ਅਸੀਂ ਕਿਸੇ ਇਸ਼ੂਜ਼ ਨੂੰ ਲੈ ਕੇ ਕਰਦੇ ਹਾਂ, ਉਹ ਇੱਕ ਚੰਗੇ ਹੈਲਦੀ ਸੁਸਾਇਟੀ ਦਾ ਸਾਈਨ ਨਹੀਂ ਹੈਗਾ, ਜਿਹੜੀ ਤੁਸੀਂ ਗੱਲ ਕੀਤੀ। ਤੁਸੀਂ ਇਹ ਵੀ ਗੱਲ ਕੀਤੀ ਕਿ ਨੈਗੇਟਿਵ ਐਟੀਟਿਊਡ ਅਸੀਂ ਦੇਖ ਲਓ। ਆਫਕੋਰਸ ਹਰ ਬੰਦਾ ਪਰਫੈਕਟ ਨਹੀਂ ਹੁੰਦਾ, ਪਰ ਜੇ ਅਸੀਂ ਸਾਡੀ ਸੋਚ ਪੋਜ਼ਿਟਿਵ ਹੈ, ਨਕਾਰਾਤਮਕ ਨਹੀਂ ਹੈ, ਤਾਂ ਅਸੀਂ ਸ਼ਾਇਦ ਬਹੁਤ ਪ੍ਰੋਗਰੈਸਿਵ ਔਰ ਵਿਜ਼ਨ ਦੀ ਗੱਲਾਂ ਕਰਾਂਗੇ। ਇਹ ਸਾਨੂੰ ਆਪਣਾ ਬਿਹੇਵੀਅਰ ਜ਼ਰੂਰ ਚੇਂਜ ਕਰਨਾ ਚਾਹੀਦਾ। ਫੈਮਿਲੀ ਵੈਲਿਊਜ਼, ਆਫਕੋਰਸ ਅਸੀਂ ਫੈਮਿਲੀ ਚੰਗੀਆਂ ਡਿਲੀਵਰ ਕਰਾਂਗੇ, ਕਮਿਟਮੈਂਟਸ ਤੇ ਸਾਰੀਆਂ ਅੱਗੇ ਆਉਣਗੀਆਂ। ਹਰਮੀਤ ਜੀ, ਜਾਂਦੇ ਮੈਂ ਸਮਝਦਾ ਇਹ ਸਾਰੇ ਪੁਆਇੰਟ ਨੋਟ ਕਰਨ ਵਾਲੇ, ਇਸ ਕਰਕੇ ਮੈਂ ਸਮਰਾਈਜ਼ ਕੀਤੇ ਆ ਕਿ ਅੱਗੇ ਭਾਈਚਾਰੇ ਦੇ ਵਿੱਚ ਅਸੀਂ ਹੁਣ ਜਦੋਂ ਲੀਡਰਸ਼ਿਪ ਨੂੰ ਦੇਖਣਾ, ਇਹ ਕੁਝ ਗੱਲਾਂ ਅਸੀਂ ਆਪਣੇ ਆਪ ਤੇ ਲਾ ਕੇ ਵੇਖੀਏ ਕਿ ਮੈਂ ਇਹਨੂੰ ਬੰਦੇ ਨੂੰ ਕਿਉਂ ਰਿਸਪੈਕਟ ਦੇ ਰਿਹਾ ਤੇ ਕਿਉਂ ਨਹੀਂ ਦੇ ਰਿਹਾ। ਹਾਂਜੀ ਹਰਮੀਤ ਜੀ। ਵੀਰ ਜੀ, ਜਸਟ ਟੂ ਐਡ ਅਪ ਜੋ ਸਾਡੀ ਹੋਈ ਹੈ ਤੇ ਅੱਗੇ ਵੀ ਤੁਸੀਂ ਡਿਸਕਸ਼ਨਸ ਹੋਰ ਕਰਨਾ ਚਾਹਾਂਗੇ ਇਸ ਚੀਜ਼ ਬਾਰੇ। ਆਈ ਥਿੰਕ ਬਿਕਾਜ਼ ਅਸੀਂ ਕਾਫੀ ਸਾਡੇ ਜਿਹੜੇ ਕਮਿਊਨਿਟੀ ਇੱਥੇ ਹੈਗੀ ਹੈ, ਇੰਡੀਅਨ ਕਮਿਊਨਿਟੀ, ਉਹ ਨਿਊ ਸਿਟੀਜ਼ਨਸ ਹੈਗੇ ਆ ਅਸੀਂ। ਤੇ ਆਈ ਥਿੰਕ ਸਾਨੂੰ ਸਾਰਿਆਂ ਨੂੰ ਇੱਥੇ ਦਾ ਇਲੈਕਟੋਰਲ ਸਿਸਟਮ ਸਮਝਣਾ ਬਹੁਤ ਜ਼ਰੂਰੀ ਹੈ। ਇੱਥੇ ਇੰਡੀਆ ਵਾਲਾ ਇਲੈਕਟੋਰਲ ਸਿਸਟਮ ਨਹੀਂ ਹੈ ਕਿ ਅਸੀਂ ਇੱਕ ਪਾਰਟੀ ਨੂੰ ਸਿਰਫ ਵੋਟ ਦੇ ਰਹੇ ਹਾਂ। ਅਸੀਂ ਇੱਥੇ ਪ੍ਰੈਫਰੈਂਸ ਸਿਸਟਮ ਚੱਲਦਾ ਹੈ ਹਰ ਇਲੈਕਸ਼ਨ ਵਿੱਚ, ਜਿੱਥੇ ਕਿ ਗਲਤ ਲੋਕ ਜਿਸ ਦਾ ਫਾਇਦਾ ਉਠਾ ਕੇ ਚੱਲਦੇ ਨੇ। ਉਹ ਆਪਣੇ ਬੰਦੇ ਖੜੇ ਕਰਕੇ ਉਹਨਾਂ ਨੂੰ ਪ੍ਰੈਫਰੈਂਸ ਦਿਵਾਉਂਦੇ ਨੇ ਤੇ ਉਹ ਬੰਦਿਆਂ ਦੀ ਪ੍ਰੈਫਰੈਂਸ ਵੋਟ ਇੱਕ ਤੀਸਰੇ ਬੰਦੇ ਲਈ ਮੇਨ ਰੱਖੀ ਜਾਂਦੀ ਹੈ। ਤੇ ਸਾਨੂੰ ਆਈ ਥਿੰਕ ਇਸ ਬਾਰੇ ਬਹੁਤ ਜ਼ਿਆਦਾ ਜ਼ਰੂਰੀ ਐਜੂਕੇਸ਼ਨ ਦੇਣਾ ਲੋਕਾਂ ਨੂੰ, ਨਿਊ ਸਿਟੀਜ਼ਨਸ ਨੂੰ, ਇੰਡੀਅਨ ਕਮਿਊਨਿਟੀ ਨੂੰ, ਕਿ ਇੱਥੇ ਦਾ ਇਲੈਕਟੋਰਲ ਸਿਸਟਮ ਪ੍ਰੈਫਰੈਂਸ ਤੇ ਚੱਲਦਾ ਹੈ। ਤੁਸੀਂ ਜੇ ਆਪਣੇ ਕਿਸੇ ਬੰਦੇ ਨੂੰ ਲਿਆਉਣਾ ਚਾਹੁੰਦੇ ਹੋ, ਇੱਕ ਲੀਡਰ ਨੂੰ ਅੱਛੇ ਨੂੰ ਲਿਆਉਣਾ ਚਾਹੁੰਦੇ ਹੋ, ਤੁਹਾਨੂੰ ਪ੍ਰੈਫਰੈਂਸ ਉਹਨੂੰ ਜਾਂ ਜਿਹਨੂੰ ਉਹ ਪ੍ਰੈਫਰੈਂਸ ਦੇਣਾ ਚਾਹੁੰਦੇ ਨੇ ਉਸ ਨੂੰ ਦੇਣਾ ਪਏਗਾ, ਨਹੀਂ ਤਾਂ ਕੋਈ ਹੋਰ ਵੋਟਸ ਲੈ ਜਾਏਗਾ ਤੁਹਾਡੀਆਂ, ਜੋ ਕਿ ਬਹੁਤ ਹੱਦ ਤੱਕ ਹੁੰਦਾ ਹੈ। ਹਰਮੀਤ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਠੀਕ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਸੈਪਰੇਟ ਟਾਕ ਇਲੈਕਸ਼ਨ ਔਰ ਇਲੈਕਟੋਰਲ ਪ੍ਰੋਸੈਸ ਇਨ ਆਸਟ੍ਰੇਲੀਆ, ਖਾਸ ਕਰਕੇ ਜਿਹੜਾ ਇਲੈਕਸ਼ਨ ਸਿਸਟਮ ਹੈ, ਵੋਟਿੰਗ ਸਿਸਟਮ ਹੈ, ਪ੍ਰੋਜ਼ ਐਂਡ ਕੋਨ ਬੋਥ,
ਕੀ ਗੁੱਡ ਹੈ, ਕੀ ਇਹਦੇ 'ਚ ਸਾਨੂੰ ਠੀਕ ਲੱਗਦਾ, ਉਹ 'ਚ ਕਰਾਂਗੇ। ਔਰ ਮੈਂ ਪਾਰਸ਼ਲੀ ਅਜੇ ਤੱਕ ਤੁਹਾਡੇ ਨਾਲ ਕਨਵਿੰਸ ਆ ਕਿ ਜੇ ਤੁਸੀਂ ਬੰਦੇ ਜ਼ਿਆਦਾ ਖੜੇ ਕਰਕੇ ਵੋਟ ਕਰ ਸਕਦੇ ਹੋ, ਆਪਾਂ ਇਹਨੂੰ ਦੇਖਾਂਗੇ ਐਗਜ਼ਾਮਪਲ ਲੈ ਕੇ ਹਾਊ ਇਫੈਕਟਿਵ ਇਟ ਇਜ਼। ਮੈਨੂੰ ਲੱਗਦਾ ਕਾਫੀ ਫੂਲ ਪ੍ਰੂਫ ਸਿਸਟਮ ਹੈ ਇਹਦੇ ਵਿੱਚ, ਜਿਹੜਾ ਐਕਚੁਅਲ ਪੀਪਲ ਚੋਇਸ ਹੈ ਉਹ ਸਾਹਮਣੇ ਆ ਜਾਏਗੀ ਜੇ ਜਿਸ ਤਰ੍ਹਾਂ ਦਾ ਇਲੈਕਟਰਲ ਪ੍ਰੋਸੈਸ ਹੈਗਾ। ਆਫ ਕੋਰਸ ਇਹ ਨਹੀਂ ਹੈਗਾ ਕਿ ਜੇ ਇੱਕ 60% ਵੋਟ ਲੈ ਰਿਹਾ ਤੇ 59 ਵਾਲਾ ਵੀ ਇੱਥੇ ਲੀਡਰ ਨਹੀਂ ਬਣ ਸਕਦਾ, ਉਹ ਬਿਲਕੁਲ ਬਾਹਰ ਹੋ ਗਿਆ, ਕਿਉਂਕਿ ਇਸ ਪ੍ਰੈਫਰੈਂਸ ਸਿਸਟਮ ਹੈ, ਇਹ ਸਮਝਣਾ ਚਾਹੀਦਾ। ਸੰਜੇ ਜੀ, ਸਵਾਲ ਤੁਹਾਡੇ ਲਈ ਸ਼ਾਇਦ ਤੁਸੀਂ ਜਵਾਬ ਦੇਣਾ ਚਾਹੋਗੇ। ਕਿਸੇ ਨੇ ਸਵਾਲ ਜੈਸਪਰ ਸਿੰਘ ਉਹਨਾਂ ਨੇ ਪੁੱਛਿਆ ਕਿ ਸਾਡੀ ਇੰਡੀਅਨ ਕਮਿਊਨਿਟੀ ਜਿਸ ਸਬਰਬ 'ਚ ਹੈਗੀ ਹੈ, ਉਸ ਸਬਰਬ ਦੇ ਵਿੱਚ ਸਾਡੇ ਇੰਡੀਅਨ ਲੀਡਰ ਕਿਉਂ ਨਹੀਂ ਆ ਰਹੇ, ਚਾਹੇ ਉਹ ਕਾਉਂਸਲਰ ਹੈ ਜਾਂ ਸਟੇਟ ਹੈ ਜਾਂ ਫੈਡਰਲ ਹੈ। ਇਹ ਸਵਾਲ ਕਿਸੇ ਦੇ ਮਨ 'ਚ ਆਇਆ ਵੀ ਇਹ ਕੀ ਇਸ ਤਰ੍ਹਾਂ ਹੋਣਾ ਚਾਹੀਦਾ, ਚਾਹੇ ਕੋਈ ਵੈਸਟ ਹੈ ਜਾਂ ਕੋਈ ਵੀ ਕਾਉਂਸਲ ਹੈ ਜਾਂ ਈਵਨ ਸਟੇਟ ਲੈਵਲ ਤੇ ਵੀ ਹੈ। ਸੋ ਇਹ ਸਵਾਲ ਕੁਛ ਹਰਮੀਤ ਜੀ ਨੇ ਦੇ ਦਿੱਤਾ ਕਿ ਪ੍ਰੈਫਰੈਂਸ ਵੋਟਿੰਗ ਸਿਸਟਮ ਹੈ। ਜਿਹੜੀ ਗੱਲ ਸਾਡੀ ਟੀਮ 'ਚੋਂ ਅੱਜ ਦਾ ਕਨਕਲੂਜਨ ਲੈ ਕੇ ਨਿਕਲ ਰਹੀ ਹੈ ਕਿ ਬੰਦੇ ਦੀਆਂ ਵੈਲਿਊਜ਼ ਜਿਹੜੀਆਂ ਨੇ, ਕਮਿਟਮੈਂਟਸ ਨੇ, ਉਹਦਾ ਬਿਹੇਵੀਅਰ ਹੈ, ਉਹ ਮੈਟਰ ਕਰੇਗਾ, ਉਹਦੇ ਸਕਿੱਲਸ ਮੈਟਰ ਕਰਨਗੀਆਂ। ਸੋ ਜੇ ਸਾਡੀ ਕਮਿਊਨਿਟੀ 'ਚ ਬੰਦੇ ਚੰਗੇ ਹਨ ਤੇ ਮੇਰੇ ਖਿਆਲ ਨਾਲ ਲੀਡਰ ਹੈ ਵੀ ਨੇ, ਲੋਕ ਜਿੱਤੇ ਵੀ ਨੇ, ਠੀਕ ਹੈ ਨਾ, ਤੇ ਉਹ ਅੱਗੇ ਵੀ ਆਉਣਗੇ, ਜ਼ਰੂਰ ਅੱਗੇ ਆਉਣਗੇ, ਉਹ ਅੱਗੇ ਵੀ ਆ ਸਕਦੇ ਆ। ਹਾਂਜੀ ਸੰਜੇ ਜੀ। ਹਾਂ, ਪਹਿਲੀ ਗੱਲ ਤਾਂ ਮੈਂ ਹਰਮੀਤ ਜੀ ਨਾਲ ਕਾਫੀ ਹੱਦ ਤੱਕ ਐਗਰੀ ਹਾਂ, ਕਿਉਂਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਉਹ ਬੜੀ ਗਰਾਊਂਡ ਲੈਵਲ ਤੇ ਬੜੀ ਪ੍ਰੈਕਟੀਕਲ ਗੱਲ ਹੈ। ਕਾਗਜ਼ਾਂ 'ਚੋਂ ਗੱਲ ਹੋਰ ਤਰ੍ਹਾਂ ਹੁੰਦੀ ਹੈ ਜਾਂ ਆਪਾਂ ਨੂੰ ਥਿਓਰੈਟੀਕਲ ਹੋਰ ਤਰ੍ਹਾਂ, ਪ੍ਰੈਕਟੀਕਲ ਹੋਰ ਤਰ੍ਹਾਂ, ਹੈ ਨਾ। ਆਪਾਂ ਵੀ ਜਦੋਂ ਆਪਾਂ ਸਾਇੰਸ ਦੀਆਂ ਉੱਥੇ ਲਾਉਂਦੇ ਹੁੰਦੇ ਲੈਬਸ, ਆਪਾਂ ਨੂੰ ਪ੍ਰੈਕਟੀਕਲ ਤੇ ਥਿਓਰੈਟੀਕਲ ਦੇ ਅਲੱਗ-ਅਲੱਗ ਨੰਬਰ ਲੱਗਦੇ ਸੀ, ਤਾਂ ਉਹਨਾਂ ਜ਼ਮੀਨ ਅਸਮਾਨ ਦਾ ਫਰਕ ਸੀ। ਤਾਂ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਬੜੀ ਗਰਾਊਂਡ ਲੈਵਲ ਦੀ ਗੱਲ ਹੈ, ਤੇ ਜਿੱਥੇ ਤੱਕ ਸਰਕਾਰਾਂ ਨੂੰ ਮੈਨੂੰ ਲੱਗਦਾ ਪਹੁੰਚ ਕਰਨੀ ਚਾਹੀਦੀ, ਉਹਨਾਂ ਨੂੰ ਦੇਖਣਾ ਚਾਹੀਦਾ ਸਿਸਟਮ ਕਿਵੇਂ ਚੱਲਦਾ ਹੈ। ਨੋ ਡਾਊਟ ਕਾਫੀ ਥਾਵਾਂ ਤੇ ਲੋਕੀ ਏਦਾਂ ਕਰਦੇ ਨੇ। ਇਹੀ ਇਸੇ ਕਰਕੇ ਅਸੀਂ ਅੱਜ ਏਦਾਂ ਦੀ ਕੋਈ ਟਾਕ ਸ਼ੋ ਰੱਖਿਆ ਤਾਂ ਕਿ ਲੋਕੀ ਇਹਨਾਂ ਤੋਂ, ਇਹ ਚੀਜ਼ਾਂ ਤੋਂ ਅਵੇਅਰ ਹੋ ਸਕਣ। ਬਾਕੀ ਜੈਸਪਰ ਜੀ ਦੀ ਗੱਲ ਨਾਲ ਮੈਂ ਸਹਿਮਤ ਹਾਂ ਜੀ। ਉਹਦਾ ਕਾਰਨ ਇਹੋ ਹੈ, ਜਿੱਥੇ ਵੱਧ ਜਾਂਦੇ ਆ ਅਸੀਂ ਆਪਣੇ ਛੋਟੇ ਸੈਗਮੈਂਟਸ ਬਣਾ ਲੈਂਦੇ ਆ, ਧਰਮ ਦੇ ਨਾਮ ਤੇ, ਜਾਤ ਦੇ ਨਾਮ ਤੇ, ਅਸੀਂ ਹਿਊਮੈਨਿਟੀ ਨਾਮ ਤੇ ਕੋਈ ਆਪਣਾ ਸੈਗਮੈਂਟ ਨਹੀਂ ਬਣਾਉਂਦੇ ਹੈਗੇ। ਇਹ ਇੱਕ ਬਹੁਤ ਵੱਡਾ ਕਾਰਨ ਹੈ, ਜਿੱਥੇ ਕਿ ਤਾਂ ਹੀ ਸਾਡੀ ਲੀਡਰਸ਼ਿਪ ਹੈ ਜਿਹੜੀ ਅੱਗੇ ਨਹੀਂ ਆ ਪਾਉਂਦੀ। ਅੱਛਾ, ਉੱਥੇ ਲੀਡਰਸ਼ਿਪ ਦਾ ਵੀ ਆਪਣਾ ਰੋਲ ਹੈ ਜੀ। ਆਪਾਂ ਨੂੰ ਕੋਈ ਵਧੀਆ ਲੀਡਰ ਆਪਣੇ ਆਪ ਨੂੰ ਪ੍ਰੂਫ ਹੀ ਨਹੀਂ ਕਰਦਾ, ਜਿਹੜਾ ਪਿਛਲੇ 5 ਸਾਲ ਤੋਂ ਕੋਈ ਵਧੀਆ ਕੰਮ ਕਰ ਰਿਹਾ ਹੁੰਦਾ, ਕਿਸੇ ਆਰਗੇਨਾਈਜੇਸ਼ਨ ਨਾਲ ਜੁੜਿਆ ਹੁੰਦਾ, ਉਹਨੂੰ ਜਾਂ ਤਾਂ ਆਰਗੇਨਾਈਜੇਸ਼ਨ ਦੇ ਵਿੱਚੋਂ ਕੱਢ ਦਿੱਤਾ ਜਾਂਦਾ, ਜਾਂ ਉਹ ਲੀਡਰ ਉਹ ਆਪਣੇ ਆਪ ਨੂੰ ਆਰਗੇਨਾਈਜੇਸ਼ਨ ਹੀ ਬਦਲ ਲੈਂਦਾ, ਤਾਂ ਸਾਡਾ ਵੀ ਟਰਸਟ ਨਹੀਂ ਬਣ ਪਾਉਂਦਾ ਆਮ ਕਮਿਊਨਿਟੀ ਦਾ ਉਹਨਾਂ ਤੇ। ਇਹ ਸਾਰੀਆਂ ਚੀਜ਼ਾਂ ਨੇ ਜੀ। ਬਾਕੀ ਬਸ ਸ਼ਾਰਟ 'ਚ ਮੈਂ ਇਹ ਕਹੂੰਗਾ ਕਿ ਜਿਹੜੇ ਲੋਕਾਂ ਨੂੰ ਪੋਲਿਟਿਕਸ ਪਸੰਦ ਨਹੀਂ ਹੈ, ਜਾਵੇਦ ਅਖਤਰ ਜੀ ਨੇ ਜਿਵੇਂ ਕਿਹਾ ਸੀ ਵੀ ਤੁਹਾਨੂੰ ਪੋਲਿਊਸ਼ਨ ਪਸੰਦ ਹੈ ਕਿ ਨਹੀਂ, ਇੱਥੇ ਤੁਹਾਡੀ ਆਪਸ਼ਨ ਨਹੀਂ ਚੱਲਦੀ, ਪੋਲਿਊਸ਼ਨ ਤੁਹਾਡੇ ਅੰਦਰ ਜਾਣਾ ਹੀ ਜਾਣਾ। ਪੋਲਿਟਿਕਸ ਲਾਈਕ ਅ ਪੋਲਿਊਸ਼ਨ, ਇਟ ਵਿਲ ਗੋ ਇਨਸਾਈਡ ਯੂ। ਅਗਰ ਤੁਹਾਨੂੰ ਨਹੀਂ ਵੀ ਪਸੰਦ ਤਾਂ ਵੀ ਤੁਹਾਨੂੰ ਇਹਦੇ ਨਾਲ ਡੀਲ ਕਰਨਾ ਹੀ ਕਰਨਾ ਪੈਣਾ। ਤਾਂ ਬੈਟਰ ਹੈ ਇਸ ਨੂੰ ਵਧੀਆ ਤਰੀਕੇ ਨਾਲ ਅਵੇਅਰ ਹੋ ਕੇ ਡੀਲ ਕਰੋ ਇਸ ਪ੍ਰੋਬਲਮ ਨੂੰ, ਤੇ ਸਾਰੇ ਆਪਾਂ ਇੱਕ ਵਧੀਆ ਕਹਿ ਲਓ ਵੀ ਆਪਣਾ ਜਿਹੜਾ ਸਮਾਜ ਹੈ ਤਾਂ ਹੀ ਆਪਾਂ ਉਹਦੇ ਸਿਰ ਸਕਦੇ ਹਾਂ। ਮੈਂ ਸਮਝਦਾ ਕਿ ਅਸੀਂ ਆਪਣੇ ਮਿੱਥੇ ਟਾਈਮ ਤੋਂ ਕਾਫੀ ਜ਼ਿਆਦਾ ਟਾਈਮ ਲੈ ਲਿਆ, ਤੇ ਮੈਂ ਤੁਹਾਡੇ ਤਿੰਨਾਂ ਦਾ ਸ਼ੁਕਰਗੁਜ਼ਾਰ ਕਰਦਾ। ਵਾਈਂਡ ਅਪ ਦੇ ਵਿੱਚ ਮੈਂ ਕੁਝ ਜਿਹੜੇ ਡਮੀ ਕੈਂਡੀਡੇਟਸ ਨੂੰ ਲੈ ਕੇ ਔਰ ਉਹਦੀ ਗੱਲ ਦੀ ਜਿਹੜੀ ਗੱਲ ਆਈ ਹੈ, ਮੈਂ ਉਹਦੇ ਨਾਲ ਅਜੇ ਪਾਰਸ਼ਲੀ ਕਨਵਿੰਸਡ ਹਾਂ, ਕਿਉਂਕਿ ਮੈਨੂੰ ਮੇਰੇ ਹਿਸਾਬ ਨਾਲ ਮੈਂ ਇਨਵੈਸਟ ਚੈੱਕ ਕੀਤਾ ਸੀ, ਮੈਨੂੰ ਲੱਗਦਾ ਨਹੀਂ ਸਿਚੁਏਸ਼ਨ ਇਦਾਂ ਦੀ ਹੁੰਦੀ ਹੈ। ਗਗਨਦੀਪ ਸਿੰਘ ਨੇ ਕਿਹਾ ਹੈ ਕਿ ਟੀਮ ਨੂੰ ਇਹ ਵੀ ਦੱਸ ਦਿਓ ਕਿ ਪ੍ਰਾਇਮਰੀ ਵੋਟ ਜਿਹੜਾ ਹੁੰਦਾ ਉਹ ਪਰਫਾਰਮੈਂਸ ਡੀਲਸ ਬਹੁਤ ਮੈਟਰ ਕਰਦੀ ਹੈ, ਪ੍ਰਾਇਮਰੀ ਵੋਟ ਸ਼ੇਅਰ ਜਿਹੜਾ, ਤੇ ਉਹ ਕੀ ਹੈ, ਕਿਸ ਤਰ੍ਹਾਂ ਆ। ਆਪਾਂ ਇਹਨੂੰ ਜ਼ਰੂਰ ਅੱਗੇ ਅਗਲੀ ਕਿਸੇ ਟਾਕ ਦੇ ਵਿੱਚ ਲੈਣਾ ਚਾਹਾਂਗੇ। ਇਨਫੈਕਟ ਮੈਂ ਖੁਦ ਅਜੇ ਸਟੱਡੀ ਕਰ ਰਿਹਾ ਸਾਰਾ ਸਿਸਟਮ ਵੀ ਇਹ ਕਿਸ ਤਰ੍ਹਾਂ, ਇਹ ਫਾਰਮੂਲਾ ਕਿਸ ਤਰ੍ਹਾਂ ਕੰਮ ਕਰਦਾ ਹੈ। ਸੋ ਡੈਫੀਨੇਟਲੀ ਹਰਮੀਤ ਜੀ ਬਹੁਤ ਵਧੀਆ ਟੌਪਿਕ ਹੈ। ਸੰਜੇ ਜੀ ਤੁਸੀਂ ਵੀ ਗੱਲ ਕੀਤੀ, ਪਰ ਜਿਹੜੀ ਅਸੀਂ ਗੱਲ ਕਨਕਲੂਡ ਕਰ ਰਹੇ ਹਾਂ ਵੀ ਵੈਲਿਊਜ਼ ਦੇ ਉੱਤੇ ਗੱਲ ਹੋਣਾ ਚਾਹੀਦਾ। ਜਾਂਦੇ ਜਾਂਦੇ ਹਰਮੀਤ ਜੀ। ਸੌਰੀ ਜੀ, ਆਈ ਥਿੰਕ ਜੇ ਤੁਸੀਂ ਨੈਕਸਟ ਡਿਸਕਸ਼ਨ ਪਲੇਟਫਾਰਮ ਜਦੋਂ ਵੀ ਰੱਖੋਗੇ, ਜੇ ਇਲੈਕਟੋਰਲ ਸਿਸਟਮ ਤੇ ਰੱਖਦੇ ਹੋ ਤੇ ਆਪਣੇ ਕੋਈ ਹਾਈ ਸਕੂਲ ਦੇ ਸਟੂਡੈਂਟਸ ਜੇ ਇਨਕਲੂਡ ਕਰ ਸਕੋ VC ਲੈਵਲ, ਕਿਉਂਕਿ ਅਸੀਂ ਗ੍ਰੇਡ 5 ਔਨਵਰਡਸ ਉਹਨਾਂ ਨੂੰ ਇਲੈਕਟੋਰਲ ਸਿਸਟਮ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਾਂ। ਇਹ ਕਰਿਕੂਲਮ ਦਾ ਪਾਰਟ ਹੈ ਤੇ ਬੱਚਿਆਂ ਨੂੰ ਜ਼ਿਆਦਾ ਪਤਾ ਹੋਏਗਾ, ਯੰਗਸਟਰਸ ਨੂੰ ਬਹੁਤ ਜ਼ਿਆਦਾ ਪਤਾ ਹੋਏਗਾ ਇਸ ਬਾਰੇ, ਤੇ ਆਈ ਥਿੰਕ ਉਹ ਕੰਟਰੀਬਿਊਟ ਬਹੁਤ ਕਰ ਸਕਣਗੇ। ਬੀਇੰਗ ਆਸਟ੍ਰੇਲੀਅਨ ਬੋਰਨ ਕਿਡ, ਕਿਸ ਸਬਜੈਕਟ ਦਾ ਪਾਰਟ ਹੈ ਇਹ ਜੀ? ਅਸੀਂ ਐਜ਼ ਅ ਇੰਟੀਗ੍ਰੇਟਿਡ ਸਬਜੈਕਟ ਪੜ੍ਹਾਉਂਦੇ ਹਾਂ। ਗ੍ਰੇਡ 5 ਔਨਵਰਡਸ ਉਹਨਾਂ ਨੂੰ ਇਲੈਕਟੋਰਲ ਸਿਸਟਮ ਇੱਥੇ ਦਾ ਕੀ ਹੈ, ਸੈਟਅਪ ਪਾਰਲੀਮੈਂਟ, ਦੇ ਈਵਨ ਵਿਜ਼ਿਟ ਦ ਪਾਰਲੀਮੈਂਟ ਫॉर दैट ਰੀਜ਼ਨ ਉਹਨਾਂ ਨੂੰ ਪੜ੍ਹਾਇਆ ਜਾਂਦਾ ਪ੍ਰੋਪਰ। ਤੇ ਉਹ ਇਟ ਗੋਜ਼ ਔਨ, ਫਿਰ ਸੋਰਸ ਜਿਹੜੇ ਲੈਂਦੇ ਨੇ ਅੱਗੇ ਸੋਸ਼ਲ ਸਟੱਡੀਜ਼ ਐਜ਼ ਅ ਸਬਜੈਕਟ ਲੈਂਦੇ ਨੇ, ਉਹਨਾਂ ਨੂੰ ਪ੍ਰੋਪਰਲੀ ਇਹ ਪੜ੍ਹਾਇਆ ਜਾਂਦਾ, ਇਹਦੇ ਤੇ ਰਿਸਰਚ ਹੁੰਦੀ ਹੈ ਉਹਨਾਂ ਦੀ। ਤੇ ਆਈ ਥਿੰਕ ਜੇ ਅਸੀਂ ਯੰਗਸਟਰਸ ਨੂੰ ਲੈ ਕੇ ਵੀ ਚੱਲਾਂਗੇ ਇਸ ਪਲੇਟਫਾਰਮ ਤੇ, ਉਹ ਸਾਨੂੰ ਹੋਰ ਐਜੂਕੇਟ ਕਰ ਸਕਣਗੇ। ਤੁਹਾਡੀ ਨਜ਼ਰਾਂ 'ਚ ਕੋਈ ਸਟੂਡੈਂਟ ਹੋਏ? ਮੈਂ ਕੁਛ ਇੱਕ ਦੋ ਗੱਲ ਕੀਤੀ ਸੀ ਪਰ ਮੈਨੂੰ ਮਿਲੇ ਨਹੀਂ, ਪਰ ਮੈਂ ਸੰਜੇ ਜੀ ਨਾਲ ਗੱਲ ਕੀਤੀ ਹੈ। ਵੈਸੇ ਮੈਂ ਪਰਸਨਲੀ ਸ਼ਾਇਦ ਮਿਲਣਾ ਚਾਹੂੰਗਾ।
ਸ਼ਾਇਦ ਸਾਡੇ ਸਾਰਿਆਂ ਲਈ ਇੱਕ ਰੋਲ ਮਾਡਲ ਹੋਏਗਾ ਡਾਕਟਰ ਹਰਪ੍ਰੀਤ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਵਿਟਲਸੀ ਕਾਉਂਸਲ ਦੇ ਪਿਛਲੇ ਮੇਅਰ she was a young girl of 23-year-old and she is a student of La Trobe, law student. ਮੈਂ ਮਿਲਿਆ ਤਾਂ ਨਹੀਂ ਪਰ ਮੈਂ ਜਦੋਂ ਪੜ੍ਹਿਆ ਪ੍ਰੋਫਾਈਲ ਮੈਨੂੰ ਬੜਾ ਵਧੀਆ ਲੱਗਾ ਕਿ ਇੱਕ 23 ਸਾਲ ਦਾ ਕੈਂਡੀਡੇਟ ਜਿਹੜਾ ਕਿ ਮੇਅਰ ਲੈਵਲ ਤੱਕ ਪਹੁੰਚਿਆ ਆ ਪਰ ਆਈ ਥਿੰਕ ਇਟਸ ਅ ਗੁੱਡ ਕਮਿਟਮੈਂਟ ਇਟਸ ਅ ਗੁੱਡ ਸਟਾਰਟ ਇਟਸ ਅ ਗੁੱਡ ਲੀਡਰਸ਼ਿਪ ਔਰ ਵਾਟਐਵਰ ਇਜ਼ ਉਹ ਕੀ ਮਾੜੇ ਚੰਗੇ ਹਾਲਾਤ ਨੇ ਉਹ ਅਲੱਗ ਗੱਲ ਹੈ ਪਰ ਡੈਫੀਨੇਟਲੀ ਜੇ ਕੋਈ ਯੰਗਸਟਰ ਜਿਹੜਾ ਇਹਨਾਂ ਸਕਿੱਲਸ ਬਾਰੇ ਜਾਣਦਾ ਹੋਵੇ ਜਿਹਨੂੰ ਪਤਾ ਹੋਵੇ ਜੋ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਅਸੀਂ ਜ਼ਰੂਰ ਕਰਨੀ ਚਾਹਾਂਗੇ ਥੈਂਕ ਯੂ ਵੈਰੀ ਮਚ ਫॉर ਵੈਰੀ ਸ਼ਾਰਟ ਨੋਟਿਸ ਇਕੱਠੇ ਹੋਏ ਆ ਮੈਂ ਸਮਝ ਰਿਹਾ ਬੜੀ ਹੈਲਦੀ ਡਿਸਕਸ਼ਨ ਸੀਗੀ ਔਰ ਫੀਲ ਫ੍ਰੀ ਟੂ ਜਦੋਂ ਵੀ ਅਸੀਂ ਅੱਗੇ ਮਿਲਾਂਗੇ ਦੁਬਾਰਾ ਫਿਰ ਗੱਲ ਕਰਾਂਗੇ ਜੇ ਤੁਹਾਡੇ ਮਨ 'ਚ ਕੋਈ ਮੈਸੇਜ ਆਉਂਦਾ ਹੈ ਸੈਂਡ ਅਸ ਇਨਬਾਕਸ ਮੈਸੇਜ ਤੇ ਫੇਸਬੁੱਕ ਤੇ ਜਿੰਨੇ ਵੀ ਲੋਕ ਸਾਡੇ ਜੁੜੇ ਨੇ ਕਮਿਊਨਿਟੀ ਦੇ ਵਿੱਚ ਜੋ ਲੋਕ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਇਹਨਾਂ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੇ ਆ ਲੀਡਰਸ਼ਿਪ ਕਮਿਊਨਿਟੀ ਇਸ਼ੂਜ਼ ਤੇ ਗੱਲ ਕਰਨਾ ਚਾਹੁੰਦੇ ਆ ਮੋਸਟ ਵੈਲਕਮ ਨੇ ਜਦੋਂ ਵੀ ਟਾਈਮ ਮਿਲਿਆ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਹਫਤੇ 'ਚ 2 ਵਾਰੀ ਜ਼ਰੂਰ ਮਿਲਿਆ ਕਰੀਏ ਤੇ ਜ਼ਰੂਰ ਗੱਲ ਕਰਾਂਗੇ ਔਰ ਜਿਹੜੇ ਵੀ ਸਮਝਦੇ ਨੇ ਕਿ ਉਹ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ ਜੋ ਆ ਕੇ ਗੱਲ ਕਰਨਾ ਚਾਹੁੰਦੇ ਆ ਮੇਰੇ ਨਾਲ ਟੀਮ ਹੈ ਜੇ ਕਈ ਵਾਰੀ ਮੈਂ ਨਹੀਂ ਆ ਸਕਦਾ ਟੀਮ ਵਾਲੇ ਆਉਣਗੇ ਜਾਂ ਤੁਹਾਡੇ ਚੋਂ ਵੀ ਕੋਈ ਆ ਕੇ ਟੀਮ ਹੋਸਟ ਕਰ ਸਕਦਾ ਯੂ ਆਰ ਵੈਲਕਮ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਤੁਹਾਡੀ ਸਾਰਿਆਂ ਦਾ ਥੈਂਕ ਯੂ ਵੈਰੀ ਮਚ ਥੈਂਕ ਯੂ